2022 ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਵਿੱਚ ਮਚੀ ਤਰਥੱਲੀ। ਬੇਅਦਬੀ ਦੇ ਮੁੱਦੇ ਤੇ ਆਪਣੇ ਨਹੀਂ ਦਿਖਾਏ ਬਾਗੀ ਤੇਵਰ। ਬਿੱਟੂ ਦਾ ਕੈਪਟਨ ਤੇ ਸਿੱਧਾ ਹਮਲਾ। ਨਹੀਂ ਸੰਭਾਲ ਸਕਦੇ ਤਾਂ ਛੱਡ ਦਿਓ ਗ੍ਰਹਿ ਮੰਤਰਾਲਾ। ਨਵਜੋਤ ਸਿੱਧੂ ਖਿਲਾਫ ਹਾਈ ਕਮਾਂਡ ਦੇ ਕੋਲ ਪਹੁੰਚਿਆ ਕੈਪਟਨ ਧੜਾ। 3 ਮੰਤਰੀਆਂ ਨੇ ਚਿੱਠੀ ਲਿਖ ਕੇ ਸਿੱਧੂ ਦੇ ਖਿਲਾਫ ਐਕਸ਼ਨ ਦੀ ਕੀਤੀ ਮੰਗ। ਸਾਰੀਆਂ ਹੱਦਾਂ ਪਾਰ ਕਰ ਰਹੇ ਨੇ ਸਿੱਧੂ। ਫਰੀਦਕੋਟ ਤੋਂ ਕਾਂਗਰਸ ਸੰਸਦ ਮੁਹੰਮਦ ਸਦੀਕ ਆਪਣੇ ਹਲਕੇ ਦੇ ਹੀ ਵਿਧਾਇਕ ਤੋਂ ਨਾਰਾਜ਼। ਕੁਸ਼ਲਦੀਪ ਢਿੱਲੋਂ ਤੇ ਕੰਮ ਦੇ ਵਿੱਚ ਦਖਲਅੰਦਾਜ਼ੀ ਦੇ ਲਗਾਏ ਇਲਜ਼ਾਮ। ਕੈਪਟਨ ਦੇ ਕੋਲ ਸ਼ਿਕਾਇਤ ਕਰਨ ਦੀ ਕਹੀ ਗੱਲ। ਕੋਰੋਨਾ ਸੰਕਟ ਦੇ ਵਿਚਾਲੇ ਥੋੜੀ ਰਾਹਤ ਦੀ ਖਬਰ। ਨਵੇਂ ਕੇਸਾਂ ਦੇ ਵਿੱਚ ਦਰਜ ਕੀਤੀ ਗਈ ਗਿਰਾਵਟ। 24 ਘੰਟੇ ਦੇ ਵਿੱਚ 3,30,000 ਦੇ ਕਰੀਬ ਨਵੇਂ ਕੇਸ। 2 ਮਹੀਨਿਆਂ 'ਚ ਪਹਿਲੀ ਵਾਰ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ ਨਵੇਂ ਮਰੀਜ਼ਾਂ ਤੋਂ ਜ਼ਿਆਦਾ। ਪੰਜਾਬ 'ਚ ਕੋਰੋਨਾ ਦਾ ਕਾਤਲਾਨਾ ਕਹਿਰ ਜਾਰੀ। ਇੱਕ ਦਿਨ ਦੇ ਵਿੱਚ ਗਈ ਕਰੀਬ 200 ਮਰੀਜ਼ਾਂ ਦੀ ਜਾਨ। ਲੁਧਿਆਣਾ 'ਚ ਸਭ ਤੋਂ ਵੱਧ 30 ਮੌਤਾਂ। ਸੂਬੇ 'ਚ 8600 ਤੋਂ ਵੱਧ ਨਵੇਂ ਕੇਸ। ਹੜਤਾਲੀ ਐਨਐਚਐਮ ਮੁਲਾਜ਼ਮਾਂ ਦੇ ਖਿਲਾਫ ਸਰਕਾਰ ਦਾ ਵੱਡਾ ਐਕਸ਼ਨ। ਹੜਤਾਲ ਤੋਂ ਵਾਪਸ ਨਾ ਆਉਣ ਵਾਲਿਆਂ ਦੀਆਂ ਸੇਵਾਵਾਂ ਕੀਤੀਆਂ ਰੱਦ। ਨਵੇਂ ਵਲੰਟੀਅਰ ਰੱਖਣ ਦੇ ਹੁਕਮ। ਤੇ ਅੱਜ ਮੁੜ ਤੋਂ ਵਧੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ। 24 ਤੋਂ 32 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਦੇ ਨਾਲ ਹੋਇਆ ਇਜ਼ਾਫਾ। ਕਈ ਸੂਬਿਆਂ ਦੇ ਵਿੱਚ 100 ਦੇ ਕਰੀਬ ਪਹੁੰਚੇ ਪੈਟਰੋਲ ਦੇ ਰੇਟ। ਚਾਹੁੰਦੀ ਆ ਪਾਰਟੀ ਦੇ ਐਮਐਲਏ ਚਾਹੁੰਦੇ, ਅਸੀਂ ਇਹ ਚਾਹੁੰਦੇ ਆ। ਨਹੀਂ ਫਿਰ ਸਾਡੇ ਵਰਗਿਆਂ ਨੂੰ ਮੌਕਾ ਦੇ ਦਿਓ, ਅਸੀਂ ਫੜ ਲਿਆਉਂਦੇ ਕੁਝ ਤੋਂ। ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਬੁਲੇਟਿਨ ਦਾ ਆਗਾਜ਼ ਵੱਡੀ ਖਬਰ ਦੇ ਨਾਲ। ਪੰਜਾਬ ਕਾਂਗਰਸ ਦੇ ਵਿੱਚ ਉਸ ਪਾਰਟੀ ਦੇ ਅੰਦਰ ਤਰਥੱਲੀ ਮਚੀ ਹੋਈ ਹੈ ਜੋ ਸੱਤਾ ਦੇ ਵਿੱਚ ਇਸ ਸਮੇਂ ਕਾਬਿਜ਼ ਹੈ ਪੰਜਾਬ ਦੇ ਵਿੱਚ। ਤੇ ਤਰਥੱਲੀ ਦੇ ਵਿਚਾਲੇ ਤੁਹਾਨੂੰ ਦੱਸ ਦਈਏ ਕਿ ਨਵੇਂ ਧੜਿਆਂ ਦਾ ਉੱਠਣਾ ਵੀ ਜਾਰੀ ਹੈ ਤੇ ਸਭ ਦੇ ਵਿਚਾਲੇ ਇੱਕ ਦੂਜੇ ਉੱਤੇ ਨਿਸ਼ਾਨੇ ਵੀ ਸਾਧੇ ਜਾ ਰਹੇ ਨੇ। ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਇਸ ਸਮੇਂ ਦੀ ਵੱਡੀ ਖਬਰ। ਸਿੱਧੂ ਵਰਸਸ ਕੈਪਟਨ ਦੇ ਵਿਚਾਲੇ ਹੁਣ ਇਹ ਧੜੇ ਹੋਰ ਵੀ ਨਵੇਂ ਧੜਿਆਂ ਦੇ ਵਿੱਚ ਬਣਦੇ ਨਜ਼ਰ ਆ ਰਹੇ ਨੇ। 2022 ਤੋਂ ਪਹਿਲਾਂ ਕਾਂਗਰਸ ਦੇ ਵਿੱਚ ਸਭ ਤੋਂ ਵੱਡਾ ਘਮਸਾਨ ਤੁਸੀਂ ਕਹਿ ਸਕਦੇ ਹੋ ਇਸ ਨੂੰ। ਬੇਅਦਬੀ ਨੂੰ ਲੈ ਕੇ 2 ਫਾੜ ਹੋਣ ਦੀ ਕਗਾਰ ਦੇ ਉੱਤੇ ਕਾਂਗਰਸ ਪਹੁੰਚੀ ਨਜ਼ਰ ਆਉਂਦੀ ਹੈ। ਕੈਪਟਨ ਦੇ ਖਿਲਾਫ ਆਪਣੇ ਨਹੀਂ ਮੋਰਚਾ ਖੋਲ ਦਿੱਤਾ ਹੈ। ਸਰਕਾਰ ਦੇ 3 ਮੰਤਰੀ ਅਤੇ 2 ਐਮਪੀ ਇਕਜੁੱਟ ਹੋਏ ਨੇ। ਕੈਪਟਨ ਦੇ ਧੜੇ ਵੱਲੋਂ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਵੀ ਤੇਜ਼ ਹੈ। ਤੇ ਵੱਡੀ ਖਬਰ ਹੈ ਕਿ ਆਖਿਰ ਕਿਸ ਤਰੀਕੇ ਨਾਲ ਇਸ ਸਮੇਂ ਪੰਜਾਬ ਦੇ ਵਿੱਚ ਕਾਂਗਰਸ ਦੇ ਅੰਦਰ ਕਾਟੋ ਕਲੇਸ਼ ਹੈ। ਕਿਸ ਤਰੀਕੇ ਨਾਲ ਅੰਦਰੂਨੀ ਖਾਨਾ ਜੰਗੀ ਕਾਂਗਰਸ ਦੇ ਅੰਦਰ ਨਜ਼ਰ ਆ ਰਹੀ ਹੈ। ਤੇ ਅੰਦਰੂਨੀ ਖਾਨਾ ਜੰਗੀ ਇਹ ਵੀ ਸਮਝਣ ਦੀ ਜ਼ਰੂਰਤ ਹੈ ਕਿ ਇਲੈਕਸ਼ਨ ਜ਼ਿਆਦਾ ਦੂਰ ਨਹੀਂ। ਇਲੈਕਸ਼ਨ ਜ਼ਿਆਦਾ ਦੂਰ ਨਹੀਂ ਤੇ ਇਸ ਵਿਚਾਲੇ ਜਿਸ ਤਰੀਕੇ ਦੇ ਨਾਲ ਇਸ ਸਮੇਂ ਆਪਣਿਆਂ ਦੇ ਵੱਲੋਂ ਹੀ ਮੋਰਚਾ ਖੋਲਿਆ ਜਾ ਰਿਹਾ ਤਾਂ ਲਾਜ਼ਮੀ ਤੌਰ ਤੇ ਦਿੱਕਤਾਂ ਨੂੰ ਵਧਾਉਣ ਵਾਲਾ ਇਹ ਪੂਰਾ ਮਾਮਲਾ ਜ਼ਰੂਰ ਨਜ਼ਰ ਆਉਂਦਾ ਹੈ। ਤੁਹਾਨੂੰ ਗ੍ਰਾਫਿਕਸ ਦੇ ਜ਼ਰੀਏ ਸਮਝਾਉਂਦੇ ਹਾਂ ਕਿ ਪੂਰਾ ਘਟਨਾਕ੍ਰਮ ਕੀ ਕੁਝ ਵਾਪਰ ਰਿਹਾ ਹੈ ਇਸ ਸਮੇਂ ਪੰਜਾਬ ਕਾਂਗਰਸ ਦੇ ਅੰਦਰ। ਹਾਈ ਕਮਾਂਡ ਚੁੱਪ ਹੈ। ਹਾਈ ਕਮਾਂਡ ਜ਼ਿਆਦਾ ਕੁਝ ਨਹੀਂ ਬੋਲ ਰਹੀ ਤਾਂ ਕਿਸ ਤਰੀਕੇ ਨਾਲ ਤਰਥੱਲੀ ਮਚੀ ਹੋਈ ਹੈ। ਦਰਅਸਲ ਬੇਅਦਬੀ ਦੇ ਮੁੱਦੇ ਤੇ ਨਾਰਾਜ਼ਗੀ ਕਈ ਮੰਤਰੀਆਂ ਤੇ ਸਾਂਸਦਾਂ ਦੀ ਸਾਹਮਣੇ ਆਈ ਤੇ ਉਹਨਾਂ ਨੇ ਇੱਕ ਕੱਲ ਬੈਠਕ ਵੀ ਕੀਤੀ ਯਾਨੀ ਕਿ ਸੋਮਵਾਰ ਨੂੰ। ਇਸ ਬੈਠਕ ਦੇ ਵਿੱਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ, ਗੁਰਪ੍ਰੀਤ ਕਾਂਗੜ ਸ਼ਾਮਲ ਹੋਏ ਤੇ ਐਮਪੀ ਰਮਨੀਤ ਬਿੱਟੂ ਤੇ ਪ੍ਰਤਾਪ ਬਾਜਵਾ ਵੀ ਮੌਜੂਦ ਰਹੇ। ਕਾਂਗਰਸ ਦੇ ਸੰਸਦ ਰਮਨੀਤ ਬਿੱਟੂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਇਨਸਾਫ ਨਾ ਮਿਲਿਆ ਤਾਂ ਪਾਰਟੀ ਨੂੰ ਨੁਕਸਾਨ ਹੋਵੇਗਾ ਅਤੇ ਜੇ ਕੈਪਟਨ ਤੋਂ ਗ੍ਰਹਿ ਮੰਤਰਾਲਾ ਨਹੀਂ ਸੰਭਲਦਾ ਤਾਂ ਕਿਸੇ ਹੋਰ ਨੂੰ ਦੇ ਦੇਣ। ਤਾਂ ਕਿਸ ਤਰੀਕੇ ਨਾਲ ਇਸ ਸਮੇਂ ਆਪਣੀ ਮੋਰਚਾ ਖੋਲ ਰਹੇ ਨੇ ਤੇ ਸਿੱਧਾ ਵਾਰ ਕੀਤਾ ਜਾ ਰਿਹਾ ਹੈ। ਸਭ ਕੁਝ ਬਿਆਨ ਹੋ ਰਿਹਾ ਹੈ ਇਹਨਾਂ ਬਿਆਨਾਂ ਦੇ ਨਾਲ, ਇਹਨਾਂ ਮੀਟਿੰਗਾਂ ਦੇ ਨਾਲ। ਵੱਡੀ ਖਬਰ ਇਸ ਸਮੇਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ। ਇਸ ਸਮੇਂ ਕਰੋਨਾ ਕਾਲ ਦੇ ਵਿੱਚ ਦਿੱਕਤ ਬੇਸ਼ੱਕ ਜ਼ਰੂਰ ਹੈ ਲੋਕਾਂ ਨੂੰ, ਪਰ ਦੂਜੇ ਪਾਸੇ ਇਲੈਕਸ਼ਨ ਵੀ ਨੇੜੇ ਨੇ ਤੇ ਉਸ ਤੋਂ ਪਹਿਲਾਂ ਇੱਕ ਤਰੀਕੇ ਨਾਲ ਮੋਰਚਾਬੰਦੀ ਵੀ ਹੋ ਰਹੀ ਹੈ। ਆਪੋ ਆਪਣੇ ਧੜਿਆਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਵੀ ਹੈ। ਤਾਂ ਹੁਣ ਕਿਸ ਤਰੀਕੇ ਨਾਲ ਕੈਪਟਨ ਡੈਮੇਜ ਕੰਟਰੋਲ ਜਾਂ ਕੈਪਟਨ ਦਾ ਧੜਾ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗਿਆ ਹੋਇਆ ਹੈ। ਉਹ ਕਿਹਾ ਜਾਂਦਾ ਹੈ ਕਿ ਇੱਕ ਮਿਆਨ ਦੇ ਵਿੱਚ 2 ਤਲਵਾਰਾਂ ਤਾਂ ਨਹੀਂ ਰਹਿ ਸਕਦੀਆਂ। ਤਾਂ ਕੀ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਤੇ 2 ਤਲਵਾਰਾਂ ਇੱਕ ਮਿਆਨ ਦੇ ਵਿੱਚ ਰਹਿਣਗੀਆਂ, ਕਾਂਗਰਸ ਦੇ ਅੰਦਰ ਰਹਿਣਗੀਆਂ? ਕਿਉਂਕਿ ਸਿੱਧੂ ਵਰਸਸ ਕੈਪਟਨ ਇਸ ਸਮੇਂ ਸਾਫ਼ ਤੌਰ ਤੇ ਨਜ਼ਰ ਆਉਂਦਾ ਹੈ। ਉਧਰ ਪਾਰਟੀ ਅੰਦਰ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਤੇਜ਼ ਹੋ ਗਈ ਹੈ। ਕੈਪਟਨ ਧੜਾ ਰੁੱਸਿਆਂ ਨੂੰ ਮਨਾਉਣ ਚ ਲੱਗਿਆ ਹੋਇਆ ਹੈ। ਸਿੱਧਾ ਜਿਹਾ ਮਤਲਬ ਹੈ ਕਿ ਆਪਣੇ ਧੜੇ ਨੂੰ ਮਜ਼ਬੂਤ ਕਰਨ ਚ ਲੱਗਿਆ ਹੋਇਆ ਹੈ। ਸੁਖਜਿੰਦਰ ਰੰਧਾਵਾ ਨੂੰ ਡਾਕਟਰ ਰਾਜਕੁਮਾਰ ਵੇਰਕਾ ਮਿਲੇ ਨੇ।
ਰੰਧਾਵਾ ਮਾਝੇ ਤੋਂ ਆਉਂਦੇ ਨੇ, ਡੇਰਾ ਬਾਬਾ ਨਾਨਕ ਤੋਂ ਵਿਧਾਇਕ ਨੇ, ਤੇ ਦੂਜੇ ਪਾਸੇ ਅੰਮ੍ਰਿਤਸਰ ਵੈਸਟ ਤੋਂ ਰਾਜਕੁਮਾਰ ਵੇਰਕਾ ਵਿਧਾਇਕ ਨੇ, ਵੀ ਮਾਝੇ ਤੋਂ ਆਉਂਦੇ ਨੇ। ਤਾਂ ਮਾਝੇ ਵਾਲਿਆਂ ਨੂੰ ਮਨਾਉਣ ਦੇ ਲਈ ਲਗਾਇਆ ਗਿਆ ਹੈ। ਕਾਂਗਰਸ ਪਾਰਟੀ ਅੰਦਰ ਸਭ ਕੁਝ ਠੀਕ ਹੈ, ਵੇਰਕਾ ਇਹ ਦਾਅਵਾ ਵੀ ਕਰ ਰਹੇ ਨੇ, ਤੇ ਕਾਕਾ ਰਣਦੀਪ ਨਾਭਾ ਤੋਂ ਵਿਧਾਇਕ ਨੇ, ਤੇ ਭਰਤਿੰਦਰ ਚਾਹਲ ਮੁੱਖ ਮੰਤਰੀ ਦੇ ਬਹੁਤ ਕਰੀਬੀ ਕਹੇ ਜਾਂਦੇ ਨੇ, ਉਹ ਵੀ ਰੰਧਾਵਾ ਨੂੰ ਮਿਲੇ ਨੇ। ਇੱਕ ਪਾਸੇ ਰੁੱਸਿਆਂ ਨੂੰ ਮਨਾਉਣ ਦੀ ਕੋਸ਼ਿਸ਼ ਹੈ, ਤਾਂ ਦੂਜੇ ਪਾਸੇ ਸਿੱਧੂ ਦੇ ਖਿਲਾਫ ਮੋਰਚਾ ਵੀ ਖੋਲਿਆ ਜਾ ਰਿਹਾ ਹੈ। ਸਿੱਧੂ ਦੇ ਖਿਲਾਫ ਮੋਰਚਾ ਕੁਝ ਤਰੀਕੇ ਨਾਲ ਖੋਲਿਆ ਜਾ ਰਿਹਾ ਹੈ ਕਿ ਕੁਝ ਮੰਤਰੀ ਸਾਹਮਣੇ ਆ ਗਏ ਤੇ ਉਹਨਾਂ ਦੇ ਵੱਲੋਂ ਹਾਈ ਕਮਾਂਡ ਨੂੰ ਅਪੀਲ ਕਰ ਦਿੱਤੀ ਗਈ, ਚਿੱਠੀ ਲਿਖ ਦਿੱਤੀ ਗਈ, ਸ਼ਿਕਾਇਤ ਪਹੁੰਚਾ ਦਿੱਤੀ ਗਈ ਨਵਜੋਤ ਸਿੰਘ ਸਿੱਧੂ ਦੇ ਖਿਲਾਫ। ਕੈਪਟਨ ਧੜੇ ਦੇ 3 ਮੰਤਰੀਆਂ ਨੇ ਹਾਈ ਕਮਾਂਡ ਨੂੰ ਇੱਕ ਚਿੱਠੀ ਲਿਖੀ ਹੈ। ਬ੍ਰਹਮ ਮਹਿੰਦਰਾ, ਧਰਮਸੋਤ ਤੇ ਸੁੰਦਰ ਸ਼ਾਮ ਅਰੋੜਾ ਦੇ ਵੱਲੋਂ ਇਹ ਚਿੱਠੀ ਲਿਖੀ ਗਈ ਹੈ। ਨਵਜੋਤ ਸਿੱਧੂ ਦੇ ਖਿਲਾਫ ਸਖਤ ਐਕਸ਼ਨ ਦੀ ਮੰਗ ਕੀਤੀ ਗਈ ਹੈ। ਸਿੱਧੂ ਨਿੱਜੀ ਫਾਇਦੇ ਦੇ ਲਈ ਬਿਆਨਬਾਜ਼ੀ ਕਰ ਰਹੇ ਨੇ। ਕੈਪਟਨ ਦੇ ਖਿਲਾਫ ਬਿਆਨਬਾਜ਼ੀ ਪਾਰਟੀ ਵਿਰੋਧੀ ਸਰਗਰਮੀ ਹੈ, ਇਸ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ। ਤਾਂ ਸਵਾਲ ਇਹ ਹੈ ਕਿ ਆਖਿਰ ਕਿਸ ਤਰੀਕੇ ਨਾਲ ਹੁਣੇ ਐਕਸ਼ਨ ਹੋਏਗਾ ਜਾਂ ਹਾਈ ਕਮਾਂਡ ਕਰਦੀ ਹੈ। ਪਰ ਇਸ ਸਭ ਦੇ ਵਿਚਾਲੇ ਤੁਹਾਨੂੰ ਵੀ ਦੱਸਦੇ ਹਾਂ ਕਿ ਆਖਿਰ ਕਿਉਂ ਕੈਪਟਨ ਧੜਾ ਸਿੱਧੂ ਤੇ ਨਾ ਭੜਕਿਆ ਹੋਇਆ ਹੈ। ਦਰਅਸਲ ਨਵਜੋਤ ਸਿੰਘ ਸਿੱਧੂ ਵੀ ਲਗਾਤਾਰ ਹਮਲਾਵਰ ਨੇ। ਸਿੱਧੇ ਮੁੱਖ ਮੰਤਰੀ ਕੈਪਟਨ ਦੇ ਉੱਤੇ ਸਵਾਲ ਚੁੱਕ ਰਹੇ ਨੇ, ਗ੍ਰਹਿ ਮੰਤਰੀ ਦਾ ਨਾਮ ਲੈ ਕੇ ਸਵਾਲ ਚੁੱਕ ਰਹੇ ਨੇ। ਗ੍ਰਹਿ ਮੰਤਰੀ ਨਾਕਾਬਿਲ ਹੈ, ਇੱਥੋਂ ਤੱਕ ਕਹਿ ਦਿੱਤਾ ਗਿਆ ਨਵਜੋਤ ਸਿੰਘ ਸਿੱਧੂ ਵੱਲੋਂ। ਕੈਪਟਨ ਤੇ ਸਿੱਧੂ ਵਿਚਾਲੇ ਸਿੱਧੀ ਜੰਗ ਛਿੜੀ ਹੋਈ ਹੈ। ਬੇਅਦਬੀ ਦੇ ਮੁੱਦੇ ਤੇ ਸਿੱਧੂ ਕੈਪਟਨ ਨੂੰ ਘੇਰ ਰਹੇ ਨੇ। ਕੈਪਟਨ ਦੀ ਅਕਾਲੀਆਂ ਨਾਲ ਮਿਲੀ ਭੁਗਤ ਦੇ ਇਲਜ਼ਾਮ ਲਗਾਏ ਜਾ ਰਹੇ ਨੇ। 75-25 ਵਾਲਾ ਫਾਰਮੂਲਾ ਸਿੱਧੂ ਉਸ ਦਾ ਇੱਕ ਵਾਰ ਫਿਰ ਤੋਂ ਜ਼ਿਕਰ ਕਰ ਰਹੇ ਨੇ। ਗ੍ਰਹਿ ਮੰਤਰੀ ਦੀ ਕਾਬਲੀਅਤ ਦੇ ਉੱਤੇ ਵੀ ਉਹਨਾਂ ਨੇ ਸਵਾਲ ਚੁੱਕੇ ਨੇ। ਦੋ ਚੀਜ਼ਾਂ ਅਹਿਮ ਨੇ, ਇੱਕ ਤਾਂ 75-25 ਵਾਲਾ ਫਾਰਮੂਲਾ ਇੱਕ ਵਾਰੀ ਪਹਿਲਾਂ ਵੀ ਮਾਲਵੇ ਚ ਰੈਲੀ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਜ਼ਿਕਰ ਕੀਤਾ ਸੀ। ਉਸ ਤੋਂ ਬਾਅਦ ਜਿਹੜਾ ਬਹੁਤ ਸਖਤ ਰਿਐਕਸ਼ਨ ਸੀਐਮ ਦਾ ਦੇਖਣ ਨੂੰ ਮਿਲਿਆ ਸੀ। 75-25 ਦਾ ਮਤਲਬ ਕੀ ਹੈ ਜੋ ਇਸ ਸਮੇਂ ਕਿਹਾ ਜਾਂਦਾ ਹੈ, ਸਿੱਧੂ ਖੁੱਲ ਕੇ ਤਾਂ ਇਸ ਬਾਰੇ ਨਹੀਂ ਬੋਲੇ, ਪਰ 75-25 ਵਾਲਾ ਇਹ ਫਾਰਮੂਲਾ ਹੈ ਜੋ ਇਲਜ਼ਾਮ ਲਗਾਉਂਦੇ ਨੇ ਸਿੱਧੂ ਕਿ ਜੋ ਸੱਤਾ ਦੇ ਵਿੱਚ ਉਹ 75%, ਜੋ ਸੱਤਾ ਤੋਂ ਬਾਹਰ ਉਹ 25%। ਤੇ ਅਕਾਲੀ ਦਲ ਤੇ ਕੈਪਟਨ ਦੇ ਵਿਚਾਲੇ ਇਹ ਮਿਲੀ ਭੁਗਤ ਹੋਣ ਦੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਇਹ 75-25 ਵਾਲਾ ਫਾਰਮੂਲਾ ਜਿਹੜਾ ਹੈਗਾ ਕਿ ਜਿਹੜਾ ਸੱਤਾ 'ਚ ਹੋਊਗਾ ਉਹਦਾ 75%, ਜਿਹੜਾ ਸੱਤਾ ਤੋਂ ਬਾਹਰ ਹੋਊਗਾ 25%, ਯਾਨੀ ਮਿਲੀ ਭੁਗਤ ਵਾਲਾ ਇਲਜ਼ਾਮ ਲਗਾਏ ਜਾਂਦੇ ਨੇ। ਤੇ ਇੱਕ ਵਾਰ ਫਿਰ ਤੋਂ ਸਿੱਧੂ ਨੇ 75-25 #7525 ਲਿਖ ਕੇ ਜਿਹੜਾ ਟਵੀਟ ਕੀਤਾ ਸੀ, ਉਸ ਦੇ ਉੱਤੇ ਹੁਣ ਜ਼ਰੂਰ ਜਿਹੜੀ ਸਿਆਸਤ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ। ਖੈਰ ਗ੍ਰਾਫਿਕਸ ਦੇ ਜ਼ਰੀਏ ਤੁਹਾਨੂੰ ਸਮਝਾਇਆ ਤੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਸਿੱਧੂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਇੱਕ ਵੱਡੀ ਤੇ ਮੋਟੀ ਤਸਵੀਰ ਕੀ ਸਾਹਮਣੇ ਆਉਂਦੀ ਹੈ। 6 ਤਸਵੀਰਾਂ ਦੇਖੋ ਤੁਸੀਂ। 6 ਤਸਵੀਰਾਂ ਦੇ ਜ਼ਰੀਏ ਤੁਹਾਨੂੰ ਸਮਝਣ 'ਚ ਆਸਾਨੀ ਹੋਏਗੀ ਕਿ ਇਸ ਵੇਲੇ ਕੁੱਲ 6 ਕਿਹੜੇ ਚਿਹਰੇ ਨੇ ਉਹ ਅਹਿਮ ਨੇ ਜੋ ਟੈਨਸ਼ਨ ਦੀ ਵਜ੍ਹਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਲਈ, ਜਿਨ੍ਹਾਂ ਦੇ ਵਿੱਚ ਨੰਬਰ 1 ਤੇ ਨੇ ਨਵਜੋਤ ਸਿੰਘ ਸਿੱਧੂ। ਕਿ ਵਾਕਈ ਹੀ ਸਿੱਧੂ 2022 ਚ ਪੰਜਾਬ ਦੇ ਵਿੱਚ ਕਾਂਗਰਸ ਦਾ ਚਿਹਰਾ ਹੋ ਸਕਦੇ ਨੇ, ਕਿ ਵਾਕਈ ਹਾਈ ਕਮਾਂਡ ਕੋਈ ਐਸਾ ਫੈਸਲਾ ਕਰ ਸਕਦੀ ਹੈ ਕਿ ਵਾਕਈ ਕੈਪਟਨ ਅਮਰਿੰਦਰ ਸਿੰਘ ਤੋਂ ਜ਼ਿਆਦਾ ਸਿੱਧੂ ਨੂੰ ਤਰਜੀਹ ਦਿੱਤੀ ਜਾ ਸਕਦੀ ਹੈ। ਕਿਉਂਕਿ ਸਿੱਧੂ ਜਿਸ ਤਰੀਕੇ ਨਾਲ ਮੋਰਚਾਬੰਦੀ ਕਰ ਰਹੇ ਨੇ ਤਾਂ ਸਿਆਸਤ ਨੂੰ ਸਮਝਣ ਦੀ ਜ਼ਰੂਰਤ ਹੈ, ਜਿਨ੍ਹਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਤਾਂ ਪਹਿਲਾਂ ਹੀ ਸ਼ੁਮਾਰ ਨੇ, ਹੁਣ ਕਈ ਮੰਤਰੀ ਅਤੇ ਸੰਸਦ ਵੀ ਲਿਸਟ ਦੇ ਵਿੱਚ ਸ਼ਾਮਲ ਹੋ ਗਏ ਨੇ। ਇਹਨਾਂ ਦੇ ਵਿੱਚ ਗਿਣਦੇ ਰਹੋ ਉੱਪਰੋਂ ਸੁਖਜਿੰਦਰ ਸਿੰਘ ਰੰਧਾਵਾ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਕੈਬਨਿਟ ਦਾ ਅਹੁਦਾ ਉਹਨਾਂ ਦੇ ਕੋਲ ਹੈਗਾ, ਇੱਕ ਵੱਖਰਾ ਰੁਤਬਾ ਪੰਜਾਬ ਦੀ ਸਿਆਸਤ ਦੇ ਵਿੱਚ ਰੰਧਾਵਾ ਦੇ ਕੋਲ ਹੈ। ਮਾਝੇ ਦਾ ਜਰਨੈਲ ਤੱਕ ਉਹਨਾਂ ਨੂੰ ਕਿਹਾ ਜਾਂਦਾ ਹੈ। ਤੇ ਰੰਧਾਵਾ ਦਾ ਅਸੀਂ ਜ਼ਿਕਰ ਕਰ ਲਈਏ, ਬੇਅਦਬੀ ਦੇ ਮੁੱਦਿਆਂ ਨੂੰ ਲੈ ਕੇ ਬਹੁਤ ਮੁਖਰ ਹੋ ਕੇ ਬੋਲਦੇ ਨਜ਼ਰ ਆਏ ਨੇ 2017 ਤੋਂ ਲੈ ਕੇ ਜਾਂ 2015 ਤੋਂ ਲੈ ਕੇ, ਜਦੋਂ ਸਰਕਾਰ ਅਕਾਲੀਆਂ ਦੀ ਸੀ, ਅਕਾਲੀ ਬੀਜੇਪੀ ਦੀ ਸੀ, ਉਸ ਸਮੇਂ ਘੇਰਿਆ ਜਾ ਰਿਹਾ ਸੀ। ਤਾਂ ਰੰਧਾਵਾ ਇੱਕ ਚਿਹਰਾ ਹੈਗੇ ਨੇ ਜਿਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਜਾਰੀ ਹੈ। ਰਵਨੀਤ ਬਿੱਟੂ, ਬਿਆਨ ਸਿੰਘ ਸਾਬਕਾ ਮੁੱਖ ਮੰਤਰੀ, ਮਰਹੂਮ ਮੁੱਖ ਮੰਤਰੀ ਪੰਜਾਬ ਦੇ ਬਿਆਨ ਸਿੰਘ, ਉਹਨਾਂ ਦੇ ਪਰਿਵਾਰ ਦੇ ਨਾਲ ਤਾਲੁਕ ਰੱਖਣ ਵਾਲੇ ਰਵਨੀਤ ਬਿੱਟੂ ਬੇਸ਼ੱਕ ਇਸ ਸਮੇਂ ਕੇਂਦਰ ਵਾਲੀ ਪੋਲਿਟਿਕਸ ਦੇ ਵਿੱਚ ਨੇ, ਨੈਸ਼ਨਲ ਪੋਲਿਟਿਕਸ ਦੇ ਵਿੱਚ ਨੇ, ਐਮਪੀ ਨੇ ਲੁਧਿਆਣਾ ਤੋਂ, ਪਰ ਦੂਜੇ ਪਾਸੇ ਬਿੱਟੂ ਦੇ ਵੱਲੋਂ ਖੋਲਿਆ ਗਿਆ ਮੋਰਚਾ ਵੀ ਕੈਪਟਨ ਦੀ ਟੈਨਸ਼ਨ ਨੂੰ ਵਧਾ ਰਿਹਾ ਹੈ। ਤੇ ਬਿੱਟੂ ਦਾ ਇੱਕ ਧੜਾ ਵੱਖਰਾ ਹੋ ਸਕਦਾ ਹੈ ਕਿਉਂਕਿ ਇੱਕ ਵੱਡਾ ਪਰਿਵਾਰ ਹੈ। ਉਧਰੋਂ ਪ੍ਰਤਾਪ ਬਾਜਵਾ ਮਾਝੇ ਦੇ ਵਿੱਚ ਰਸੂਖ ਰੱਖਦੇ ਨੇ, ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਨੇ, ਅਹੁਦੇ ਇਹਨਾਂ ਦੇ ਕੋਲ ਰਹੇ ਨੇ, ਤੇ ਕੈਪਟਨ ਦੇ ਨਾਲ ਵਰਸਿਸ ਵਾਲਾ ਉਹਨਾਂ ਦਾ ਹਮੇਸ਼ਾ ਤੋਂ ਹੀ ਅੰਕੜਾਈ ਰਿਹਾ ਹੈ। ਉਧਰ ਚਰਨਜੀਤ ਸਿੰਘ ਚੰਨੀ ਤੇ ਗੁਰਪ੍ਰੀਤ ਕਾਂਗੜ ਇੱਕ ਨਵਾਂ ਚਿਹਰਾ ਜ਼ਰੂਰ ਸ਼ਾਮਲ ਹੋ ਗਿਆ ਕਿਉਂਕਿ ਚਰਨਜੀਤ ਸਿੰਘ ਚੰਨੀ ਇਸ ਤੋਂ ਪਹਿਲਾਂ ਬਾਜਵਾ ਦੇ ਨਾਲ ਤਲਖੀ ਨੂੰ ਲੈ ਕੇ ਆਪਣੇ ਤੇਵਰ ਦਿਖਾਉਂਦੇ ਹੋਏ ਨਜ਼ਰ ਆਏ ਸੀ। ਯਾਦ ਹੋਏਗਾ ਤੁਹਾਨੂੰ ਕਿ ਜਦੋਂ ਕੈਬਨਿਟ ਦੀ ਮੀਟਿੰਗ ਦੇ ਵਿੱਚ ਬਾਜਵਾ, ਤ੍ਰਿਪਤ ਰਜਿੰਦਰ ਬਾਜਵਾ ਤੇ ਚੰਨੀ ਦੇ ਵਿਚਾਲੇ ਕਹਾ ਸੁਣੀ ਹੋਈ ਬਹਿਸ ਹੋਈ, ਉਸ ਦੀਆਂ ਚਰਚਾਵਾਂ ਖੂਬ ਹੋਈਆਂ ਸਨ।
ਤੇ ਚਿਹਰਿਆਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਪਰ ਗੱਲ ਰਮਨੀਤ ਬਿੱਟੂ ਦੀ। ਨਿਊਜ਼ 18 ਪੰਜਾਬ ਦੇ ਨਾਲ ਐਕਸਕਲੂਸਿਵ ਗੱਲਬਾਤ ਕੀਤੀ ਰਮਨੀਤ ਬਿੱਟੂ ਨੇ। ਸਿੱਧਾ ਤੇ ਤਿੱਖਾ ਹਮਲਾ ਕੈਪਟਨ ਅਮਰਿੰਦਰ ਸਿੰਘ ਦੇ ਵੱਲ, ਮੁੱਦਾ ਬੇਅਦਬੀ ਤੇ ਗੋਲੀकांड ਦਾ। ਕੀ ਕੁਝ ਕਹਿ ਰਹੇ ਨੇ ਬਿੱਟੂ? ਗ੍ਰਹਿ ਮੰਤਰੀ ਨੂੰ ਲੈ ਕੇ, ਗ੍ਰਹਿ ਮੰਤਰਾਲੇ ਨੂੰ ਲੈ ਕੇ ਕੀ ਸਲਾਹ ਹੈ? ਤਿੱਖੀ ਸਲਾਹ ਹੈ ਜੋ ਸ਼ਾਇਦ ਕੈਪਟਨ ਨੂੰ ਪਸੰਦ ਨਾ ਆਵੇ। ਕੀ ਕੁਝ ਕਹਿ ਰਹੇ ਨੇ ਰਮਨੀਤ ਬਿੱਟੂ, ਉਹ ਤੁਹਾਨੂੰ ਸੁਣਾਉਂਦੇ। ਬੈਠਕਾਂ ਚੱਲ ਰਹੀਆਂ, ਤੁਸੀਂ ਕਿਸ ਦੇ ਨਾਲ ਹੋ? ਪਹਿਲਾਂ ਸਭ ਤੋਂ ਪਹਿਲਾਂ ਇੱਥੋਂ ਸ਼ੁਰੂ ਕਰਦੇ ਹਾਂ। ਦੇਖੋ, ਮੈਂ ਕਦੇ ਕੋਈ ਬਹੁਤ ਦਿਨਾਂ ਤੋਂ, ਕਿਉਂਕਿ ਗੱਲ ਚੱਲ ਰਹੀ ਹੈ, ਇਮਾਨਦਾਰੀ ਨਾਲ ਮੈਂ ਤੁਹਾਨੂੰ ਇਹ ਗੱਲ ਦੱਸਦਾ, ਜਿਹੜੀ ਤੁਸੀਂ ਅੱਜ ਗੱਲ ਕਰ ਰਹੇ ਹੋ ਵੀ ਅੱਜ ਅਸੀਂ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ, ਜਿਹੜੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਕੈਬਨਿਟ ਦੇ ਵਿੱਚ ਵਜ਼ੀਰ ਨੇ, ਉਹਨਾਂ ਦੇ ਘਰੇ, ਕਿਉਂਕਿ ਕਈ ਦਿਨਾਂ ਤੋਂ ਮੈਂ ਉਹਨਾਂ ਨੂੰ ਪਿਛਲੇ ਫਰਾਈਡੇ ਨੂੰ ਫੋਨ ਕੀਤਾ ਸੀ ਦਿੱਲੀੋਂ ਆ ਕੇ ਵੀ ਕੀ ਗੱਲ ਆ ਇਹ, ਤੇ ਉਹਨਾਂ ਨੇ ਕਿਹਾ ਵੀ ਜਿਹੜਾ ਕਰੋਨਾ ਮਹਾਮਾਰੀ ਕਾਫੀ ਮੇਰੇ ਜੇਲ੍ਹਾਂ ਦੇ ਵਿੱਚ ਵੀ ਇਹ ਜਾ ਚੁੱਕੀ ਹੈ, ਮੈਂ 2 ਦਿਨ ਟੂਰ ਤੇ ਆ, ਮੰਡੇ ਨੂੰ ਮੈਂ ਆਉਂਗਾ। ਤੇ ਮੇਰੇ ਆਉਣ ਤੋਂ ਪਹਿਲਾਂ ਉੱਥੇ ਜਦੋਂ ਮੈਂ ਗਿਆ ਸੁਖੀ ਰੰਧਾਵਾ ਜੀ ਦੇ ਅਫੀਸ਼ੀਅਲ ਜਿਹੜਾ ਸਰਕਾਰੀ ਘਰ ਆ, ਉੱਥੇ ਕੁਝ ਹੋਰ ਲੋਕ, ਭਰਤਿੰਦਰ ਚਹਿਲ ਸਾਹਿਬ ਹੁਣੀ, ਸੀਐਮ ਸਾਹਿਬ ਦੇ ਐਡਵਾਈਜ਼ਰ, ਉਹ ਆਏ ਹੋਏ ਸੀ। ਉਦੋਂ ਬਾਅਦ ਜਦੋਂ ਮੈਂ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਨ ਲੱਗ ਗਿਆ ਤੇ ਉੱਥੇ ਫੋਨ ਪ੍ਰਤਾਪ ਬਾਜਵਾ ਜੀ ਦਾ ਆ ਗਿਆ ਉਹਨਾਂ ਨੂੰ, ਤੇ ਉਹਨਾਂ ਨੇ ਦੱਸਿਆ ਵੀ ਅਸੀਂ ਬੈਠੇ, ਉਹ ਕਹਿੰਦੇ ਮੈਂ ਵੀ ਆ ਜਾਣਾ। ਇਸੇ ਤਰੀਕੇ ਨਾਲ ਜਿਹੜੇ ਆ ਚਰਨਜੀਤ ਚੰਨੀ ਆ ਗਏ ਉੱਥੇ, ਤੇ ਸਾਡੇ ਉਹਨਾਂ ਦੇ ਸਾਹਮਣੇ ਹੀ ਘਰ ਆ, ਜਿਹੜੇ ਆਪਣੇ ਕਾਂਗੜ ਸਾਹਿਬ ਨੇ ਮੰਤਰੀ, ਉਹਨਾਂ ਦਾ ਘਰ ਆ। ਇਸ ਕਰਕੇ ਇਹ ਸਾਰੇ ਚਿੰਤਤ ਨੇ, ਉਹਦੇ ਵਿੱਚ ਮੈਂ ਵੀ ਆ ਵੀ ਕਈ ਜਿਹੜੀਆਂ ਗੱਲਾਂ ਇਹ ਆ ਰਹੀਆਂ ਏ, ਉਹਦੇ ਕਿਉਂਕਿ ਗੱਲਾਂ ਤਾਂ ਆਪਸ ਵਿੱਚ ਹੀ ਕਰਨੀਆਂ ਨਾ, ਸਾਰੇ ਸੀਨੀਅਰ ਲੀਡਰ ਨੇ, ਸਾਰੇ ਕਾਂਗਰਸ ਦੇ। ਦੇਖੋ, ਇਹ ਉਹ ਲੋਕ ਨੇ ਜਿਨ੍ਹਾਂ ਦੇ ਪੀੜ੍ਹੀ ਦਰ ਪੀੜ੍ਹੀ ਕਾਂਗਰਸ ਪਾਰਟੀ ਨੂੰ, ਜਿਨ੍ਹਾਂ ਨੇ, ਤੇ ਉਦੋਂ ਬਾਅਦ ਸਾਰੇ ਐਮਐਲਏ ਬੜੇ, ਜਦੋਂ ਇਹ ਜਿਹੜੀ ਐਸਆਈਟੀ ਨੂੰ ਬਿਲਕੁਲ ਜਿਹੜਾ ਉਹਨਾਂ ਨੇ ਸਿਰੇ ਤੋਂ ਹਾਈ ਕੋਰਟ ਨੇ ਰੱਦ ਕੀਤਾ ਏ, ਤੇ ਇਹ ਵੀ ਕਿਹਾ ਵੀ ਜਿਹੜੇ ਵਿਜੇ ਕੁਮਾਰ ਪ੍ਰਤਾਪ ਜਿਹੜੇ ਪਹਿਲਾਂ ਐਸਆਈਟੀ ਨੂੰ ਹੈੱਡ ਕਰ ਰਹੇ ਸੀ ਵੀ ਉਹਨਾਂ ਨੂੰ ਪਰੇ ਰੱਖੋ, ਤੇ ਉਹਦੇ ਬਾਅਦ ਬਹੁਤ ਵੱਡੀ ਇੱਕ ਜਿਹੜੀ ਆ ਲੋਕਾਂ ਦੇ ਵਿੱਚ ਚਿੰਤਾ ਆ ਗਈ। ਚਿੰਤਾ ਤੋਂ ਇਲਾਵਾ ਵੀ ਜਿਹੜੇ ਜਿਨ੍ਹਾਂ ਦੇ ਸ਼ਹੀਦ ਹੋਏ 2 ਜਾਣੇ ਪਰਿਵਾਰਕ ਮੈਂਬਰ, ਉਹਨਾਂ ਨੇ ਅੱਗੇ ਬਿਆਨ ਦਿੱਤੇ, ਤੁਹਾਡੇ ਚੈਨਲਾਂ ਤੇ ਬਿਆਨ ਦਿੱਤੇ ਨੇ ਵੀ ਅਸੀਂ ਜਿਹੜੀ ਨਵੀਂ ਐਸਆਈਟੀ ਬਣੀ ਆ ਉਹਦੇ ਬਿਲਕੁਲ ਵੀ ਅਸੀਂ ਉਹਨਾਂ ਦੇ ਨਾਲ, ਕਿਉਂਕਿ ਇੰਨਾ ਥੱਕ ਚੁੱਕੇ ਆ, ਇੰਨੇ ਕਮਿਸ਼ਨ ਬਣ ਗਏ, ਇੰਨਾ ਸਭ ਕੁਝ ਹੋ ਗਿਆ, ਅਸੀਂ ਇਹ ਐਸਆਈਟੀ ਦੇ ਮੂਹਰੇ ਪੇਸ਼ ਨਹੀਂ ਹੋਣਾ, ਸਾਨੂੰ ਯਕੀਨ ਨਹੀਂ ਰਿਹਾ। ਤੁਹਾਨੂੰ ਉਮੀਦ ਹੈ ਨਵੀਂ ਐਸਆਈਟੀ ਤੋਂ? ਪੰਜਾਬ ਕਾਂਗਰਸ ਨੂੰ ਉਮੀਦ ਹੈ ਕਿ 6 ਮਹੀਨਿਆਂ 'ਚ ਇਨਸਾਫ ਮਿਲੇਗਾ? ਦੇਖੋ, ਚਿੰਤਾ ਦੀ ਗੱਲ, ਜਦੋਂ ਉਹ ਪਰਿਵਾਰ 4.5 ਸਾਲ, ਸਾਡੀ ਸਰਕਾਰ 4 ਸਾਲ ਹੋ ਗਏ, ਤੇ ਉਹ ਪਰਿਵਾਰ ਕਹਿ ਰਿਹਾ ਵੀ ਸਾਨੂੰ ਯਕੀਨ ਨਹੀਂ ਰਿਹਾ, ਤੇ ਕਿੰਨਾ ਇੱਕ ਗਲਤ ਮੈਸੇਜ ਆ ਜਿਹੜਾ ਉਹ ਜਾ ਰਿਹਾ। ਉਹ ਕਹਿੰਦੇ ਵੀ ਕਾਂਗਰਸ ਨੂੰ ਵੀ ਯਕੀਨ ਨਹੀਂ ਰਿਹਾ, ਮੁੱਖ ਮੰਤਰੀ ਨੂੰ ਮੂੰਹ ਤੇ ਕਹਿ ਰਹੇ, ਇਸੇ ਕਰਕੇ ਸ਼ਾਇਦ ਚਿੰਤਾ ਵੀ ਹੋ ਰਹੀ ਹੈ। ਮੁੱਖ ਮੰਤਰੀ ਸਾਹਿਬ ਨੂੰ ਇਹੀ ਕੋਸ਼ਿਸ਼ ਆ, ਜਿਹੜਾ ਕਿ ਆ ਨਵੀਂ ਐਸਆਈਟੀ ਉਹਨਾਂ ਨੇ ਬਣਾਈ ਆ, ਤੇ ਤਕਰੀਬਨ ਉਹਨਾਂ ਦੇ ਵੀ ਮੰਤਰੀ ਕੈਬਨਿਟ ਦੇ ਅੱਜ ਸਭ ਤੋਂ ਸੀਨੀਅਰ ਮੰਤਰੀ ਜਿਹੜੇ ਤ੍ਰਿਪਤਿੰਦਰ ਬਾਜਵਾ ਜੀ ਨੇ, ਉਹਨਾਂ ਦਾ ਮੈਂ ਟੀਵੀ 'ਚ ਬਿਆਨ ਦੇਖ ਰਿਹਾ ਸੀ, ਉਹ ਗੱਲ ਕਹਿ ਰਹੇ 6 ਮਹੀਨੇ ਦੀ, ਵੀ 6 ਮਹੀਨੇ 'ਚ ਨਹੀਂ ਕੁਝ। ਭਰਤਿੰਦਰ ਚਹਿਲ ਮਨਾ ਰਹੇ ਹੋਣੇ ਮੁੱਖ ਮੰਤਰੀ ਨਾਲ ਗੱਲ ਕਰਾਈ ਹੋਣੀ। ਮੁੱਖ ਮੰਤਰੀ ਸਾਹਿਬ ਉਹ ਗੱਲ ਇਹਨਾਂ ਨੇ ਇਹ ਕੀਤੀ ਵੀ ਸਭ ਤੋਂ ਨੇੜੇ ਦੇ ਸਾਥੀ ਰਹੇ ਹੋ, ਕੀ ਗੱਲ ਹੋ ਗਈ? ਉਹਨਾਂ ਨੇ ਇੱਕੋ ਹੀ ਗੱਲ ਇਹ ਕਹੀ ਵੀ ਅਸੀਂ ਕੋਈ ਨਿੱਜੀ ਜ਼ਮੀਨ ਦਾ ਰੌਲਾ ਨਹੀਂ ਗਾ। ਇਕੱਠੇ ਹੋਏ ਸੀ ਵੀ ਪਹਿਲਾਂ ਤਾਂ, ਕਿਉਂਕਿ ਇੱਕ ਪੁਰਾਣੇ ਕਾਂਗਰਸੀ ਨੇ, ਸਾਡਾ ਉਹਨਾਂ ਨਾਲ ਖੜਨਾ ਬੜਾ ਜ਼ਰੂਰੀ ਹੈ ਇਸ ਮੌਕੇ ਤੇ ਅਸੀਂ ਉਹਨਾਂ ਨੂੰ ਇਹ ਗੱਲ ਜਿਹੜੀ ਆ ਉਹ ਉਹਨਾਂ ਨੂੰ ਵਿਸ਼ਵਾਸ ਵੀ ਦਿਵਾਇਆ ਵੀ ਇਸ ਮਸਲੇ 'ਚ ਡਟ ਕੇ ਤੁਹਾਡੇ ਨਾਲ ਆ, ਇਸ ਇਕੱਠੇ ਹੋ ਕੇ ਇਹ ਜਿਹੜੀ ਆ, ਚਾਹੇ ਉਹ ਆਪਣੀ ਪਾਰਟੀ ਆ, ਹਾਈ ਕਮਾਂਡ ਦੇ ਨਾਲ ਜਿਹੜਾ ਇਹ ਉਹ ਗੱਲ ਕਰਾਂਗੇ। ਹਾਈ ਕਮਾਂਡ ਦੇ ਕੋਲ ਮਸਲਾ ਤੁਸੀਂ ਕਹਿ ਰਹੇ ਹੋ ਕਰੋਗੇ? ਹਾਈ ਕਮਾਂਡ ਦੇ ਕੋਲ ਮਸਲਾ ਇਹ ਹੈਗਾ ਏ, ਤੇ ਅਸੀਂ ਹਾਈ ਕਮਾਂਡ ਨੂੰ ਕੀ ਕਹੋਗੇ? ਦੇਖੋ ਜਦੋਂ ਇਹ ਐਡੀ ਵੱਡੀ ਰਿਜ਼ੈਂਟਮੈਂਟ ਵੱਧਦੀ ਜਾਵੇ, ਹਾਂ, ਰੋਜ਼ ਓਪਨਲੀ ਐਮਐਲਏ ਬੜੇ ਲੀਡਰ ਨੇ ਜਿਹੜੇ ਉਹ ਕਿਤੇ ਮੀਡੀਆ 'ਚ ਬਿਆਨ ਆਉਣ ਲੱਗ ਜਾਣ, ਹੋਰ ਕਿਤੇ ਬਿਆਨ ਆਉਣ ਲੱਗ ਜਾਣ, ਤੇ ਲੋਕਾਂ 'ਚ ਇਹ ਗੱਲ ਹੋਵੇ ਵੀ ਅਸੀਂ ਇਲੈਕਸ਼ਨ ਚਲੋ ਇੱਕ ਗੱਲ ਹੁੰਦੀ ਆ, ਕਿਉਂਕਿ ਇਲੈਕਸ਼ਨ ਦਾ ਇਹ ਨਹੀਂ ਮਤਲਬ ਹੁੰਦਾ ਵੀ ਇਲੈਕਸ਼ਨਾਂ ਕਰਕੇ, ਪਰ 5 ਸਾਲ 'ਚ ਤੁਹਾਨੂੰ ਉਹ ਟਾਈਮ ਦਿੰਦੇ ਆ, ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਹੁੰਦੀਆਂ ਵੀ ਉਹ 5 ਸਾਲ ਬਾਅਦ, ਜਿਵੇਂ ਕਹਿੰਦੇ ਨੇ ਵੀ ਹੁਣ ਕਿਉਂ ਇਲੈਕਸ਼ਨ, ਜਦੋਂ ਇਮਤਿਹਾਨ ਨੇੜੇ ਆਉਂਦਾ, ਸਾਲ ਬੱਚਾ ਪੜ੍ਹਦਾ ਏ, ਜਦੋਂ ਉਹਦਾ ਸਾਲ ਬਾਅਦ ਮਾਰਚ 'ਚ ਪੇਪਰ ਆਉਂਦੇ ਆ, ਤੇ ਉਹਦਾ 2 ਘੰਟੇ ਦਾ ਟਾਈਮ ਉਹ 12 ਘੰਟੇ 'ਚ ਬਦਲ ਜਾਂਦਾ ਪੜ੍ਹਾਈ ਦਾ। ਅੱਜ ਸਾਡਾ ਉਹ ਟਾਈਮ ਆ। ਕੈਪਟਨ ਅਮਰਿੰਦਰ ਸਿੰਘ ਜੀ ਦੇ ਹੀ ਬਿਆਨ ਨੇ ਆਪ ਦੇ ਵੀ ਭਾਈ ਮੈਨੂੰ ਪਤਾ ਇਹ ਕਿਹਨੇ ਕੀਤਾ, ਇਹ ਤਾਂ ਉਹਨਾਂ ਨੇ ਆਪ ਕਮਿਟ ਕੀਤਾ ਸੀ ਵੀ ਇਹ ਬਾਦਲਾਂ ਨੇ ਕੀਤਾ ਤੇ ਮੈਂ ਲਿਆਉਂ ਬਾਦਲਾਂ ਨੂੰ ਗੁੱਟ ਤੋਂ ਫੜ ਕੇ, ਇਹ ਤਾਂ ਉਹਨਾਂ ਦੀ ਆਪ ਦੀ ਕਮਿਟਮੈਂਟ ਆ ਨਾ, ਉਹਨਾਂ ਦੀ ਕਮਿਟਮੈਂਟ। ਮੈਂ ਤਾਂ 2 ਗੱਲਾਂ ਫਿਰ ਉਹ ਕਹਿ ਦੇਣ ਵੀ ਬਾਦਲ ਨਹੀਂ ਗਏ, ਦੇਖੋ ਉਹ ਕਹਿ ਦੇਣ ਵੀ ਭਾਈ ਮੈਂ ਗਲਤ ਸੀ, ਜਦੋਂ ਮੈਂ ਇਹ ਗੱਲ ਕਹੀ ਸੀ ਮੇਰੇ ਕੋਲ ਫੈਕਟ ਨਹੀਂ ਸੀ, ਮੈਨੂੰ ਪਤਾ ਨਹੀਂ ਸੀ, ਪਰ ਜਦੋਂ ਹੁਣ ਮੈਨੂੰ ਪਤਾ ਲੱਗਿਆ, ਰਿਪੋਰਟਾਂ ਆਈਆਂ ਜਿਹੜੀਆਂ ਉਹ ਤਾਂ ਉਹਨਾਂ ਕੋਲ ਨੇ,
ਭਾਈ ਨਾ ਤਾਂ ਮਜੀਠੀਆ ਕਿਸੇ ਨਸ਼ੇ 'ਚ ਆ, ਇਹ ਤਾਂ ਸਪਾਕ ਸਾਫ਼ ਨੇ, ਫਿਰ ਇਹ ਕਹਿ ਦੇਣ, ਫਿਰ ਉਦੋਂ ਬਾਅਦ ਦੇਖਿਆ ਜਾਊਗਾ ਵੀ ਲੋਕ ਕੀ ਫੈਸਲਾ ਕਰਨਗੇ। ਪਰ 2022 ਚ ਜਦੋਂ ਉਹ ਇਹ ਕਹਿੰਦੇ ਨੇ ਵੀ ਭਾਈ ਬਾਦਲਾ ਨੂੰ ਮੈਂ ਗੁੱਟ ਤੋਂ ਫੜ ਕੇ ਲਿਆਉਂ, ਤੇ ਫਿਰ ਉਹ ਗੁੱਟ ਤੋਂ ਤਾਂ ਫੜਨਾ ਪੈਣਾ। ਪਾਰਟੀ ਤਾਂ ਇਹ ਚਾਹੁੰਦੀ ਆ, ਪਾਰਟੀ ਦੇ ਐਮਐਲਏ ਇਹ ਚਾਹੁੰਦੇ, ਅਸੀਂ ਇਹ ਚਾਹੁੰਦੇ ਆ, ਨਹੀਂ ਫਿਰ ਸਾਡੇ ਵਰਗਿਆਂ ਨੂੰ ਮੌਕਾ ਦੇ ਦਿਓ, ਅਸੀਂ ਫੜ ਲਿਆਉਂਦੇ ਗੁੱਟ ਤੋਂ। ਤੁਸੀਂ ਕਿਵੇਂ ਫੜੋਗੇ? ਤੁਹਾਨੂੰ ਕਿਵੇਂ ਮੌਕਾ ਦਿੱਤਾ ਜਾਵੇ? ਨਹੀਂ, ਮੇਰਾ ਕਹਿਣ ਦਾ ਭਾਵ ਇਹ ਆ, ਬਹੁਤ ਕਾਬਲ ਬੈਠੇ ਆ ਬੰਦੇ ਜਿਹੜੇ ਐਮਐਲਏ ਨੇ, ਜਿਨ੍ਹਾਂ ਨੂੰ ਕਿਸੇ ਨੂੰ ਹੋਮ ਮਿਨਿਸਟਰੀ ਦੇ ਦਿਓ, ਇਹ ਮੰਤਰੀਆਂ 'ਚ ਹੋਮ ਮਿਨਿਸਟਰੀ ਦੇ ਦਿਓ ਕਿਸੇ ਨੂੰ, ਉਹ ਫੜ ਲਿਆਉਣਗੇ। ਇਹ ਵੀ ਚਰਚਾ ਚੱਲਦੀ ਪਈ ਹੈ। ਮੈਂ ਤਾਂ ਤੁਹਾਡੇ ਔਨ ਰਿਕਾਰਡ ਕਹਿਣਾ, ਚਰਚਾ ਦੀ ਕੀ ਚਰਚਾ, ਤਾਂ ਕਰ ਮੈਂ ਪਿੱਛੇ ਗੱਲ ਕਰਾਂ, ਮੈਂ ਤਾਂ ਔਨ ਰਿਕਾਰਡ ਕਹਿਣਾ ਵੀ ਉਹ ਬੰਦੇ ਨੂੰ ਕਹੋ ਵੀ ਆ ਵੀ ਜਿਹੜਾ ਆਹ ਕੇਸ 'ਚ ਹੱਥ ਪਾ ਸਕਦਾ ਉਹਨੂੰ ਲਿਆਓ। ਤਾਂ ਕਾਂਗਰਸ ਦੇ ਅੰਦਰ ਆਲ ਇਜ਼ ਵੈਲ ਤਾਂ ਨਹੀਂ ਹੈ। ਕਾਂਗਰਸ ਦੇ ਨੁਮਾਇੰਦੇ, ਮੰਤਰੀ, ਸਰਕਾਰ ਦੇ ਬਿਆਨ ਜਾਂ ਮੁੱਖ ਮੰਤਰੀ ਦੇ ਬਿਆਨ ਕੁਝ ਵੀ ਹੋਣ, ਪਰ ਜਿਸ ਤਰੀਕੇ ਨਾਲ ਖੁੱਲਾ ਤੇ ਸ਼ਰੇਆਮ ਬਿਆਨ ਦਿੱਤੇ ਜਾ ਰਹੇ ਨੇ, ਇਹ ਸਾਫ਼ ਦੱਸ ਰਿਹਾ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਆਲ ਇਜ਼ ਵੈਲ ਤਾਂ ਨਹੀਂ। ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਚੀਜ਼ਾਂ ਬਦਲਦੀਆਂ ਨਜ਼ਰ ਆ ਸਕਦੀਆਂ ਨੇ। ਖੈਰ, ਕੈਪਟਨ ਵਰਸਸ ਵਿਰੋਧੀ ਧੜੇ ਇਸ ਸਮੇਂ ਜ਼ਰੂਰ ਨਜ਼ਰ ਆਉਂਦੇ ਨੇ ਕਾਂਗਰਸ ਦੇ ਅੰਦਰ, ਪੰਜਾਬ ਕਾਂਗਰਸ ਦੇ ਅੰਦਰ। ਸਾਡੇ ਸਹਿਯੋਗੀ ਜੁੜ ਰਹੇ ਨੇ ਸਾਡੇ ਨਾਲ, ਨਪਿੰਦਰ ਬਰਾੜ, ਬਿਊਰੋ ਚੀਫ ਨਿਊਜ਼ 18 ਪੰਜਾਬ ਦੇ, ਪੰਕਜ ਕਪਾਈ ਸਾਡੇ ਸੀਨੀਅਰ ਸਹਿਯੋਗੀ ਸਾਡੇ ਨਾਲ ਜੁੜ ਰਹੇ ਨੇ। ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਸਮੇਂ ਪੰਜਾਬ ਦੇ ਅੰਦਰ ਹੋ ਕੀ ਰਿਹਾ ਹੈ। ਮੈਂ ਕੋਸ਼ਿਸ਼ ਕਰਾਂਗਾ ਕਿ ਨਪਿੰਦਰ ਕੋਲ ਜਾਵਾਂ ਤਾਂ ਕੈਪਟਨ ਧੜਾ ਕੀ ਸੋਚ ਰਿਹਾ ਹੈ, ਤੇ ਪੰਕਜ ਤੋਂ ਅਸੀਂ ਜਾਣਕਾਰੀ ਲਵਾਂਗੇ ਕਿ ਵਿਰੋਧੀ ਧੜੇ ਕੀ ਸੋਚ ਰਹੇ ਨੇ। ਮੈਂ ਸ਼ੁਰੂਆਤ ਪੰਕਜ ਤੋਂ ਕਰਦਾ। ਪੰਕਜ, ਤੁਸੀਂ ਰਵਨੀਤ ਬਿੱਟੂ ਨਾਲ ਗੱਲਬਾਤ ਕੀਤੀ ਹੈ ਬਹੁਤ ਤਫਸੀਲ ਦੇ ਨਾਲ। ਮੇਰਾ ਪਹਿਲਾ ਸਵਾਲ ਕਿ ਧੜਾ ਇੱਕੋ ਹੈ ਜਾਂ ਧੜਿਆਂ ਦੇ ਵਿੱਚ ਵੀ ਅੱਗੇ ਧੜੇ ਨੇ? ਕਿ ਇੱਕੋ ਧੜੇ ਦਾ ਮਤਲਬ ਕਿ ਜੇ ਕੈਪਟਨ ਦੇ ਖਿਲਾਫ ਕੋਈ ਖੜਾ ਹੁੰਦਾ ਹੈ ਧੜਾ, ਤਾਂ ਕਿ ਉਸ ਦੇ ਵਿੱਚ ਰਵਨੀਤ ਬਿੱਟੂ, ਨਵਜੋਤ ਸਿੱਧੂ, ਸੁਖਜਿੰਦਰ ਰੰਧਾਵਾ, ਚਰਨਜੀਤ ਚੰਨੀ, ਗੁਰਪ੍ਰੀਤ ਕਾਂਗੜ, ਇਹ ਸਾਰੇ ਇੱਕੋ ਕਤਾਰ ਦੇ ਵਿੱਚ ਹੋਣਗੇ, ਜਾਂ ਫਿਰ ਉਹਨਾਂ ਦੇ ਵਿੱਚ ਵੀ ਅਲੱਗ-ਅਲੱਗ ਧੜੇ ਹੋ ਸਕਦੇ ਨੇ? ਮੌਜੂਦਾ ਸਮੇਂ ਦੇ ਵਿੱਚ ਸਥਿਤੀ ਕੀ ਹੈ? ਜਿਹੜੇ ਮੋਰਚਾਬੰਦੀ ਇਸ ਸਮੇਂ ਸਿੱਧੇ ਆਪਣੇ ਬਿਆਨਬਾਜ਼ੀਆਂ ਦੇ ਨਾਲ ਕੈਪਟਨ ਦੇ ਖਿਲਾਫ ਕਰ ਰਹੇ ਨੇ। ਪੰਕਜ, ਗੁਰੂ, ਜਿਹੜੇ तमाम ਤੁਸੀਂ ਲੀਡਰਾਂ ਦਾ ਜ਼ਿਕਰ ਕੀਤਾ, ਇਹਨਾਂ ਨੂੰ ਸਭ ਤੋਂ ਜ਼ਿਆਦਾ ਚਿੰਤਾ ਇਸ ਵੇਲੇ 2022 ਦੀ ਹੈ। 2022 ਚ ਇਹਨਾਂ ਨੂੰ ਇੱਕ ਗੱਲ ਤਸਵੀਰ ਲੋਕਾਂ ਨੇ ਇਹ ਜਵਾਬ ਦੇ ਦਿੱਤੇ ਨੇ, ਸਰਵੇ ਆਪਣੇ ਆਪਣੇ ਪੱਧਰ ਤੇ ਕਰਵਾਏ ਜਾਂਦੇ ਨੇ। ਸਭ ਤੋਂ ਵੱਡਾ ਮੈਨੀਫੈਸਟੋ 'ਚ ਵਾਅਦਾ ਕੀਤਾ ਗਿਆ ਸੀਗਾ ਕਿ ਬੇਅਦਬੀ ਮਾਮਲੇ 'ਚ ਸੱਚ ਸਾਹਮਣੇ ਆਏਗਾ, ਦੋਸ਼ੀਆਂ ਦੇ ਉੱਤੇ ਐਕਸ਼ਨ ਹੋਏਗਾ। 2017 ਦੇ ਇਲੈਕਸ਼ਨ ਤੋਂ ਪਹਿਲਾਂ ਹਰ ਸਟੇਜ ਤੇ ਕਿਹਾ ਜਾਂਦਾ ਸੀਗਾ ਕਿ ਅਕਾਲੀ ਦਲ ਦੇ ਇੱਕ ਸੀਨੀਅਰ ਲੀਡਰ ਨੂੰ ਜਿਹੜਾ ਅੰਦਰ ਕੀਤਾ ਜਾਏਗਾ, ਲੇਕਿਨ 4.5 ਸਾਲ ਬਾਅਦ ਵੀ ਜਦੋਂ ਐਸਆਈਟੀ ਖਾਰਜ ਹੋ ਜਾਂਦੀ ਹੈ ਤਾਂ ਇਸੇ ਵਜ੍ਹਾ ਕਰਕੇ ਇਹ ਸਿੱਧੇ ਤੌਰ ਤੇ ਮੁੱਖ ਮੰਤਰੀ ਨੂੰ ਕਹਿ ਰਹੇ ਨੇ, ਕੈਪਟਨ ਅਮਰਿੰਦਰ ਸਿੰਘ ਨੂੰ ਇਸ ਗੱਲ ਦਾ ਬਾਰ-ਬਾਰ ਕਹਿ ਰਹੇ ਨੇ, ਮੀਟਿੰਗ ਦੇ ਅੰਦਰ ਕਹਿ ਰਹੇ ਨੇ, ਮੀਟਿੰਗ ਦੇ ਬਾਹਰ ਕਹਿ ਰਹੇ ਨੇ ਕਿ 2022 ਔਖੀ ਹੋ ਜਾਏਗੀ। ਪਿੰਡਾਂ 'ਚ ਲੋਕ ਸਵਾਲ ਪੁੱਛਣਗੇ ਔਰ ਹਾਰ ਦਾ ਸਾਹਮਣਾ ਵੀ ਕਰਨਾ ਪੈ ਸਕਦਾ। ਔਰ ਇਸੇ ਵਜ੍ਹਾ ਕਰਕੇ ਅਗਰ ਬਹੁਤ ਸਾਰੇ ਅਜਿਹੇ ਕਾਂਗਰਸ ਦੇ ਅੰਦਰ ਲੀਡਰ ਨੇ ਜੋ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੜੇ ਹੁੰਦੇ ਹੋਏ ਨਜ਼ਰ ਆਉਂਦੇ ਸੀ, ਪਿਛਲੇ 4.5 ਸਾਲ 'ਚ ਇਹ ਪਹਿਲੀ ਵਾਰ ਹੈ ਕਿ ਇੰਨਾ ਵੱਡਾ ਧੜਾ ਇੱਕ ਇਕੱਠਾ ਹੋਇਆ ਹੋਵੇ, ਕਿਉਂਕਿ ਅਜੇ ਤੱਕ ਪ੍ਰਤਾਪ ਸਿੰਘ ਬਾਜਵਾ ਜਾਂ ਫਿਰ ਨਵਜੋਤ ਸਿੰਘ ਸਿੱਧੂ ਦੋ ਅਜਿਹੇ ਲੀਡਰ ਸੀ ਜੋ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੋਲਦੇ ਸੀ, ਲੇਕਿਨ ਬਾਕੀ ਕੈਬਨਿਟ ਦੇ ਅੰਦਰ ਜਿਹੜੇ ਲੀਡਰ ਨੇ ਅਗਰ ਉਹ ਵੱਖਰੇ ਪੱਧਰ ਤੇ ਮੀਟਿੰਗਾਂ ਕਰ ਰਹੇ ਨੇ, ਚਾਹੇ ਚਰਨਜੀਤ ਸਿੰਘ ਚੰਨੀ ਹੋਣ, ਚਾਹੇ ਸੁਖਜਿੰਦਰ ਰੰਧਾਵਾ ਹੋਣ, ਰਵਨੀਤ ਸਿੰਘ ਬਿੱਟੂ ਹੋਰਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਹੋਮ ਮਿਨਿਸਟਰੀ ਕਿਸੇ ਹੋਰ ਨੂੰ ਦੇ ਦਿਓ ਅਗਰ ਤੁਸੀਂ ਐਕਸ਼ਨ ਨਹੀਂ ਲੈਣਾ। ਇਹ ਕਿਉਂ ਕਿਹਾ ਗਿਆ? ਇਹ ਨੌਬਤ ਕਿਉਂ ਆਈ ਗੌਰਵ? ਇਹ ਨੌਬਤ ਇਸ ਕਰਕੇ ਆਈ ਕਿਉਂਕਿ ਜਦੋਂ ਵਿਧਾਇਕਾਂ ਦੀ ਮੀਟਿੰਗ ਹੋਈ ਤੇ ਵਿਧਾਇਕਾਂ ਨੇ ਲਗਾਤਾਰ ਇਹ ਕਿਹਾ ਕਿ ਅਕਾਲੀ ਦਲ ਦੇ ਉਸ ਵੱਡੇ ਲੀਡਰ ਦੇ ਉੱਤੇ ਐਕਸ਼ਨ ਲਿੱਤਾ ਜਾਵੇ, ਅਗਰ ਐਕਸ਼ਨ ਨਹੀਂ ਲਿੱਤਾ ਗਿਆ ਤਾਂ ਅਸੀਂ ਚੋਣ ਹਾਰ ਸਕਦੇ ਹਾਂ। ਤਾਂ ਮੁੱਖ ਮੰਤਰੀ ਨੇ ਉਦੋਂ ਇਸ ਗੱਲ ਦਾ ਜ਼ਿਕਰ ਕੀਤਾ ਸੀਗਾ ਕਿ ਮੈਂ 14 ਸਾਲ ਕੇਸ ਜਿਹੜੇ ਨੇ ਉਹ ਭੁਗਤਾਏ ਨੇ, ਇਸ ਪੂਰੇ ਮਸਲੇ ਤੇ ਸਿਆਸਤ ਨਹੀਂ ਹੋਏਗੀ, ਐਸਆਈਟੀ ਜੋ ਰਿਪੋਰਟ ਦੇਗੀ ਉਸ ਤੋਂ ਬਾਅਦ ਹੀ ਐਕਸ਼ਨ ਹੋਏਗਾ। ਔਰ ਇਹ ਲੀਡਰ ਸੋਚ ਰਹੇ ਨੇ ਕਿ ਅਗਰ 6 ਮਹੀਨਿਆਂ ਬਾਅਦ ਐਸਆਈਟੀ ਆਪਣੀ ਰਿਪੋਰਟ ਦਿੰਦੀ ਹੈ, ਪ੍ਰਤਾਪ ਸਿੰਘ ਬਾਜਵਾ ਓਪਨਲੀ ਕਹਿ ਰਹੇ ਨੇ ਕਿ 1-2 ਤਰੀਕਾਂ ਹੋਰ ਪੈ ਜਾਣਗੀਆਂ ਔਰ ਉਸ ਤੋਂ ਬਾਅਦ ਚੋਣ ਜਾਬਤਾ ਲੱਗ ਜਾਏਗਾ, ਤਾਂ ਫਿਰ ਹੱਥ ਕੁਛ ਨਹੀਂ ਰਹਿਣਾ ਔਰ ਲੋਕਾਂ ਦੇ ਸਾਹਮਣੇ ਹਾਰ ਦਾ ਸਾਹਮਣਾ ਕਰਨਾ ਪੈਣਾ ਵੈ। ਆਪਣੇ ਵਜੂਦ ਦੀ ਲੜਾਈ ਕਿਤੇ ਨਾ ਕਿਤੇ ਇੱਕ ਉਮੀਦਵਾਰ ਕਾਂਗਰਸ ਦਾ ਲੜ ਰਿਹਾ ਔਰ ਇਸੇ ਵਜ੍ਹਾ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਹੁੰਦੇ ਹੋਏ ਨਜ਼ਰ ਆ ਰਹੇ ਨੇ ਇਹ ਸਾਰੇ ਲੀਡਰ। ਗੌਰਵ ਜੀ ਬਿਲਕੁਲ, ਤਾਂ ਇੱਕ ਧੜੇਬੰਦੀ ਤਾਂ ਜ਼ਰੂਰ ਨਜ਼ਰ ਆਉਂਦੀ ਹੈ। ਨਪਿੰਦਰ ਦਾ ਰੁਖ ਕਰਦੇ ਹਾਂ। ਨਪਿੰਦਰ, ਜੇ ਕੈਪਟਨ ਧੜੇ ਦਾ ਇਸ ਸਮੇਂ ਜ਼ਿਕਰ ਕੀਤਾ ਜਾਵੇ, ਕਿਸ ਤਰੀਕੇ ਨਾਲ ਡਿਫੈਂਸਿੰਗ ਮੋਡ ਦੇ ਵਿੱਚ ਹੈ? ਦੋ ਚੀਜ਼ਾਂ ਨੇ, ਇੱਕ ਪਾਸੇ ਮਨਾਉਣ ਦੀ ਤਿਆਰੀ ਹੈ ਕਿ ਪਹੁੰਚ ਕਰਨ ਦੀ ਕੋਸ਼ਿਸ਼ ਹੈ ਸੁਖਜਿੰਦਰ ਰੰਧਾਵਾ ਤੱਕ ਜਾਂ ਹੋਰ ਮੰਤਰੀਆਂ ਤੱਕ, ਦੂਜੇ ਪਾਸੇ ਕੈਪਟਨ ਧੜੇ ਦੇ ਜਿਹੜੇ ਮੰਤਰੀ ਕਹੇ ਜਾਂਦੇ ਨੇ ਉਹ ਮੋਰਚਾ ਖੋਲ ਰਹੇ ਨੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਵੀ। ਕੈਪਟਨ ਧੜਾ ਇਸ ਸਮੇਂ ਕਿਸ ਤਰੀਕੇ ਨਾਲ ਸੋਚ ਰਿਹਾ ਹੈ? ਕਿਉਂਕਿ ਸੱਤਾ ਜੋ ਪੰਕਜ ਕਹਿ ਰਹੇ ਸੀ, ਜ਼ਿਕਰ ਜੋ ਪੰਕਜ ਕਰ ਰਹੇ ਸੀ ਕਿ 2022 ਦੀ ਚਿੰਤਾ ਹੈ, ਤਾਂ 2022 ਦੇ ਨਾਲੋਂ ਕੁਰਸੀ ਦੀ ਜ਼ਿਆਦਾ ਚਿੰਤਾ ਹਰ ਕਿਸੇ ਨੂੰ, ਚਾਹੇ ਕੋਈ ਵੀ ਸਿਆਸੀ ਪਾਰਟੀ ਦਾ ਲੀਡਰ ਹੋਵੇ,
ਤੇ ਦੂਜੇ ਪਾਸੇ ਲੋਕ ਇਹ ਵੀ ਪੁੱਛਦੇ ਨੇ ਕਿ 4.5 ਸਾਲ ਤੁਸੀਂ ਕਿੱਥੇ ਸੀ, ਹੁਣ ਆ ਕੇ ਤੁਹਾਨੂੰ ਲੱਗ ਰਿਹਾ ਕਿ ਬੇਅਦਬੀ ਜਾਂ ਬਰਗਾੜੀ ਮਾਮਲੇ ਦੇ ਵਿੱਚ ਇਨਸਾਫ ਨਹੀਂ ਹੋਇਆ। ਨਪਿੰਦਰ, ਕੈਪਟਨ ਧੜਾ ਇਸ ਸਮੇਂ ਕਿਸ ਤਰੀਕੇ ਨਾਲ ਰਿਐਕਟ ਕਰ ਰਿਹਾ, ਕਿਉਂਕਿ ਕੈਪਟਨ ਸੱਤਾ ਦੇ ਵਿੱਚ ਕਿਸ ਤਰੀਕੇ ਨਾਲ ਮਜੇ ਹੋਏ ਖਿਡਾਰੀ ਨੇ, ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਕਰ ਦੇਖੋ, ਹੁਣ ਜੇ ਜਿੰਨੀ ਵੀ ਕੋਈ ਫੇਰ ਬਦਲ ਹੋਣਾ ਜਾਂ ਜਿੰਨੀ ਵੀ ਉਤਲ ਪੁਤਲ ਹੋਏਗੀ, ਉਹਦਾ ਅਸਰ 2022 ਦੀਆਂ ਚੋਣਾਂ ਤੇ ਨਜ਼ਰ ਆਉਣਾ। ਇਸ ਕਰਕੇ ਸੱਤਾ ਦੇ ਵਿੱਚ ਆਉਣ ਦੇ ਲਈ ਹਰ ਇੱਕ ਲੀਡਰ ਨੇ ਆਪਣੀ ਕੁਰਸੀ ਬਚਾਉਣੀ ਹੈ ਕਿ ਜੇ ਸੱਤਾ ਆ ਗਈ, ਮੇਰੀ ਕੁਰਸੀ ਨਾ ਬਚੀ ਤਾਂ ਫਿਰ ਮੈਨੂੰ ਸੱਤਾ ਆਈ ਦਾ ਫਾਇਦਾ ਕੀ। ਤਾਂ ਆਪਣੀ ਕੁਰਸੀ ਵੀ ਬਚਾਉਣੀ ਹੈ ਤਾਂ ਸੱਤਾ ਦੇ ਵਿੱਚ ਆਪਣੀ ਪਾਰਟੀ ਵੀ ਲੈ ਕੇ ਆਉਣੀ ਆ। ਤੇ ਇਸ ਦੇ ਲਈ ਸਾਰੀ ਜਿਹੜਾ ਤਾਣਾ ਬਾਣਾ ਇਹ ਬੁਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਜਿਸ ਤਰ੍ਹਾਂ ਦੇ ਵਿਰੋਧੀ ਸੁਰ, ਬਗਾਵਤੀ ਸੁਰ ਲਗਾਤਾਰ ਨਜ਼ਰ ਆ ਰਹੇ ਨੇ, ਪਹਿਲਾਂ ਕੁਝ ਨਾਮ ਉੱਠਦੇ ਨੇ, ਫਿਰ ਉਹਨਾਂ ਨਾਮਾਂ ਦੇ ਵਿੱਚ ਵਾਧਾ ਹੋ ਜਾਂਦਾ ਹੈ, ਫਿਰ ਕੈਪਟਨ ਦੀਆਂ ਮੀਟਿੰਗਾਂ ਦੇ ਵਿੱਚ ਵਿਧਾਇਕ ਬੋਲਣਾ ਸ਼ੁਰੂ ਕਰਦੇ ਨੇ। ਹਾਲਾਂਕਿ ਇਹ ਮਾਹੌਲ ਸ਼ੁਰੂ ਤੋਂ ਹੀ ਆ, ਜਦੋਂ ਤੋਂ ਕੈਪਟਨ ਅਮਰਿੰਦਰ ਸਰਕਾਰ ਬਣੀ ਆ ਉਦੋਂ ਤੋਂ ਹੀ ਅਸੀਂ ਦੇਖਿਆ ਕਿ ਕਈ ਵਿਧਾਇਕ ਜਿਹੜੇ ਨੇ ਲਗਾਤਾਰ ਬੋਲਦੇ ਆਏ ਨੇ ਕਿ ਸਾਡੀ ਕੋਈ ਸੁਣਵਾਈ ਨਹੀਂ, ਸਾਡੀ ਕੋਈ ਸੁਣਦਾ ਨਹੀਂ, ਯਾਨੀ ਉਹ ਦੁਖੀ ਨਜ਼ਰ ਆਏ। ਇਹ ਲਿਸਟ ਹੌਲੀ ਹੌਲੀ ਲੰਬੀ ਹੁੰਦੀ ਨਜ਼ਰ ਆਈ। ਹੁਣ ਜਦੋਂ ਇਲੈਕਸ਼ਨ ਈਅਰ ਆ ਗਿਆ, ਗੋਲੀकांड ਤੇ ਬੇਅਦਬੀ ਦਾ ਮਸਲਾ ਇੱਕ ਵੱਡਾ ਮਸਲਾ ਜਿਸ ਨੂੰ ਲੈ ਕੇ ਸੱਤਾ ਦੇ ਵਿੱਚ ਆਏ। ਔਰ ਇਹ ਵਿਧਾਇਕ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕਰ ਰਹੇ ਸੀ ਆਪਾਂ ਕਿ ਲੋਕ ਜਿਹੜੇ ਨੇ ਉਹ ਆਪਣੇ ਲੋਕਲ ਲੀਡਰਾਂ ਤੋਂ ਸਵਾਲ ਕਰਦੇ ਨੇ, ਉਹ ਵਿਧਾਇਕ ਨੇ ਜਿਹੜੇ ਉਹਨਾਂ ਤੋਂ ਸਵਾਲ ਕਰਦੇ ਨੇ ਤੇ ਉਹਨਾਂ ਵਿਧਾਇਕਾਂ ਨੇ ਸਰਕਾਰ ਬਣਾਉਣੀ ਹੈ। ਤਾਂ ਅਜਿਹੇ ਦੇ ਵਿੱਚ ਜਦੋਂ ਹੁਣ ਬਗਾਵਤੀ ਸੁਰ ਖੜੇ ਹੋ ਗਏ ਨੇ ਤਾਂ ਕੈਪਟਨ ਅਮਰਿੰਦਰ ਆਪਣੇ ਪੱਧਰ ਤੇ, ਕਿਉਂਕਿ ਇਹ ਨਹੀਂ ਹੈ ਕਿ ਪਹਿਲੀ ਵਾਰੀ ਕੈਪਟਨ ਅਮਰਿੰਦਰ ਨੂੰ ਬਗਾਵਤ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਪਿਛਲੀ ਟਰਮ ਵੇਲੇ ਤੁਹਾਨੂੰ ਯਾਦ ਹੋਣਾ, ਜਿਸ ਵੇਲੇ ਇੱਕ ਵੱਡਾ ਧੜਾ ਦਿੱਲੀ ਜਾ ਕੇ ਬੈਠ ਗਿਆ ਸੀ, ਬੀਬੀ ਰਜਿੰਦਰ ਕੌਰ ਪੱਠਲ ਅਗਵਾਈ ਕਰ ਰਹੇ ਸੀ ਤੇ ਇੱਕ ਵੱਡਾ ਧੜਾ, ਔਰ ਉਸ ਵੇਲੇ ਇਦਾਂ ਲੱਗਦਾ ਸੀ ਕਿ ਬਸ ਸੱਤਾ ਪਰਿਵਰਤਨ ਹੋਇਆ ਸਮਝੋ। ਪਰ ਕੈਪਟਨ ਅਮਰਿੰਦਰ ਸਿੰਘ ਇਸ ਤਰ੍ਹਾਂ ਦੇ ਸਿਆਸੀ ਖਿਡਾਰੀ ਨੇ ਕਿ ਉਹਨਾਂ ਨੇ ਪੂਰਾ ਤਾਣਾ ਬਾਣਾ ਉਲਝਾ ਕੇ ਰੱਖ ਦਿੱਤਾ ਤੇ ਆਪਣੀ ਕੁਰਸੀ ਬਚਾ ਲਈ। ਉਹਨਾਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਜਦੋਂ ਮੈਂ ਉਸ ਵੇਲੇ ਉਸ ਮਜ਼ਬੂਤ ਹਾਲਾਤ ਦੇ ਵਿੱਚੋਂ, ਮਜ਼ਬੂਤ ਵਿਰੋਧ ਦੇ ਵਿੱਚੋਂ ਨਿਕਲਿਆ ਆ, ਤਾਂ ਸ਼ਾਇਦ ਹੁਣ ਮੇਰਾ ਕੁਝ ਨਹੀਂ ਵਿਗੜਨ ਵਾਲਾ, ਹੁਣ ਤਾਂ ਸਮਾਂ ਹੀ ਬਹੁਤ ਘੱਟ ਬਚਿਆ। ਇਸੇ ਲਈ ਕੋਸ਼ਿਸ਼ਾਂ ਲਗਾਤਾਰ ਕਰ ਰਹੇ ਨੇ, ਪਰ ਇਸ ਵਾਰ ਦੇ ਹਾਲਾਤ ਕੁਝ ਅਲੱਗ ਨੇ। ਜਿਹੜੀ ਹੁਣ ਕੋਸ਼ਿਸ਼ ਕੀਤੀ ਹੈ, ਜਿਹੜੇ 3 ਮੰਤਰੀਆਂ ਨੂੰ ਮੂਹਰੇ ਕੀਤਾ, ਦੇਖੋ ਇਸ ਤਰ੍ਹਾਂ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕਿ ਜੇ ਕੋਈ ਵਿਰੋਧੀ ਜਿਹੜਾ ਕੈਬਨਿਟ ਮੰਤਰੀ ਹੈ ਜਾਂ ਕੋਈ ਵਿਧਾਇਕ ਉਹ ਬੋਲੂਗਾ ਤਾਂ ਉਹਦੇ ਤੇ ਕਾਰਵਾਈ ਕੀਤੀ ਜਾ ਸਕਦੀ ਹੈ। ਜੇ ਸਿੱਧੇ ਤੌਰ ਤੇ 3 ਮੰਤਰੀਆਂ ਦਾ ਕੱਲ ਦਾ ਪ੍ਰੈਸ ਨੋਟ ਦੇਖੀਏ ਤਾਂ ਉਹਨਾਂ ਸਾਫ਼ ਤੌਰ ਤੇ ਨਵਜੋਤ ਸਿੰਘ ਸਿੱਧੂ ਨਿਸ਼ਾਨੇ ਤੇ ਲਿਆ। ਹਾਲਾਂਕਿ ਕੱਲ ਦੀ ਮੀਟਿੰਗ ਹੈ ਜਿਹੜੀ, ਉਹਦੇ 'ਚ ਨਵਜੋਤ ਸਿੰਘ ਸਿੱਧੂ ਨਹੀਂ ਸੀ, ਪਰ ਕਹਿੰਦੇ ਹੁੰਦੇ ਆ ਨਾ ਕਿ ਕਹਿਣਾ ਧੀ ਨੂੰ ਤੇ ਸੁਣਾਉਣਾ ਨੌਂ ਨੂੰ, ਉਹ ਕੰਮ ਕੀਤਾ ਕੱਲ ਵਾਲੇ ਉਸ ਪੱਤਰ ਨੇ। ਯਾਨੀ ਐਕਸ਼ਨ ਨਵਜੋਤ ਸਿੰਘ ਸਿੱਧੂ ਤੇ ਮੰਗ ਕੀਤੀ ਗਈ ਹੈ ਵੀ ਕੀਤਾ ਜਾਵੇ, ਪਰ ਸੁਣਾਇਆ ਕੱਲ ਵਾਲਿਆਂ ਨੂੰ ਆ ਕਿ ਤੁਹਾਡੇ ਤੇ ਕਾਰਵਾਈ ਵੀ ਜਿਹੜੀ ਹੋ ਸਕਦੀ ਆ। ਤੇ ਇਸ ਕਰਕੇ ਹਰ ਪਾਰਟੀ ਦੇ ਵਿੱਚ ਜਾਂ ਹਰ ਧੜੇ ਦੇ ਵਿੱਚ ਕੋਈ ਨਾ ਕੋਈ ਜਿਹੜਾ ਇੱਕ ਗਰੁੱਪ ਲਾਜ਼ਮੀ ਐਸਾ ਰਹਿੰਦਾ ਹੈ ਕਿ ਜਿਹਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਚਾਹੇ ਕੁਝ ਵੀ ਹੋ ਜਾਏ ਸਾਰੀ ਪਾਰਟੀ ਤੁਰ ਜੇ ਪਰ ਇਹ ਬੰਦੇ ਮੇਰੇ ਨਾਲ ਰਹਿਣਗੇ। ਤਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੱਲ ਉਹਨਾਂ ਦਾ ਇਸਤੇਮਾਲ ਕੀਤਾ ਜਿੱਥੇ ਪੂਰਾ ਭਰੋਸਾ ਸੀ ਕਿ ਹਾਂ ਇਹਨਾਂ ਨੇ ਮੇਰੇ ਨਾਲ ਰਹਿਣਾ, ਮੇਰੇ ਨਾਲ ਡਟ ਕੇ ਖੜਨਾ। ਉਹੀ ਉਹਨਾਂ ਨੇ ਕੀਤਾ ਵੀ, ਨਵਜੋਤ ਸਿੰਘ ਸਿੱਧੂ ਤੇ ਡਟ ਕੇ ਹਮਲੇ ਕੀਤੇ। ਪਰ ਕੱਲ ਵਾਲੀ ਮੀਟਿੰਗ ਨੂੰ ਲੈ ਕੇ ਉਹ ਸ਼ਾਂਤ ਰਹੇ, ਚੁੱਪ ਰਹੇ। ਯਾਨੀ ਸੁਨੇਹਾ ਕੱਲ ਵਾਲਿਆਂ ਨੂੰ ਦਿੱਤਾ, ਨਾਮ ਨਵਜੋਤ ਸਿੰਘ ਸਿੱਧੂ ਦਾ ਲਿਆ, ਕੋਸ਼ਿਸ਼ ਇੱਕ। ਔਰ ਦੂਜੀ ਗੱਲ, ਅਸੀਂ ਪਹਿਲਾਂ ਵੀ ਦੇਖਦੇ ਆਏ ਹਾਂ ਸਿਆਸੀ ਖਿਡਾਰੀ ਐਸਾ ਕਰਦੇ ਰਹਿੰਦੇ ਨੇ। ਅਕਸਰ ਸੱਤਾ ਦੇ ਵਿੱਚ ਐਸਾ ਹੁੰਦਾ ਹੈ ਕਿ ਜਦੋਂ ਸੱਤਾ ਦੇ ਵਿੱਚ ਕੁਝ ਕੈਬਨਿਟ ਮੰਤਰੀ ਮੁੱਖ ਮੰਤਰੀ ਦੇ ਖਿਲਾਫ ਬੋਲਣਾ ਸ਼ੁਰੂ ਕਰ ਦੇਣ ਤਾਂ ਉਦੋਂ ਇਸ ਤਰ੍ਹਾਂ ਦੀਆਂ ਚਰਚਾਵਾਂ ਤੇਜ਼ ਕੀਤੀਆਂ ਜਾਂਦੀਆਂ ਨੇ ਕਈ ਵਾਰੀ ਕਿ ਸੱਤਾ ਦੇ ਵਿੱਚ ਪਰਿਵਰਤਨ ਹੋ ਸਕਦਾ, ਕੈਬਨਿਟ ਮੰਤਰਾਲੇ ਬਦਲ ਸਕਦੇ ਨੇ, ਮੰਤਰੀ ਨੂੰ ਹਟਾਇਆ ਜਾ ਸਕਦਾ। ਇਹਦਾ ਸਿੱਧਾ ਸੁਨੇਹਾ ਦੇਣ ਦੀ ਇਹ ਕੋਸ਼ਿਸ਼ ਕਿ ਜਿਹੜਾ ਤੁਹਾਡੇ ਚੋਂ ਹੁਣ ਨਾ ਟਿਕੇ ਤਾਂ ਤੁਹਾਡੇ ਚੋਂ ਇੱਕ ਅੱਧੇ ਦੀ ਵਿਕਟ ਗਿਰ ਸਕਦੀ ਹੈ, ਇੱਕ ਅੱਧੇ ਦੀ ਵਿਕਟ ਡਿੱਗ ਸਕਦੀ ਹੈ। ਪਰ ਇਸ ਸਟੇਜ ਤੇ ਆ ਕੇ ਜਦੋਂ ਤੁਸੀਂ ਇਦਾਂ ਦਾ ਕੋਈ ਪਰਿਵਰਤਨ ਕਰਦੇ ਹੋ ਤਾਂ ਸਿੱਧੇ ਤੌਰ ਤੇ ਇੱਕ ਤਾਂ ਜਿਹਦੀ ਤੁਸੀਂ ਕੁਰਸੀ ਬਦਲਣ ਦੀ ਕੋਸ਼ਿਸ਼ ਕਰਦੇ ਹੋ ਤਾਂ ਉਹਦਾ ਅਗਲੀ ਚੋਣ ਦੇ ਵਿੱਚ ਹਾਲਾਤ ਬਦਲ ਜਾਂਦੇ ਨੇ, ਬੜੇ ਔਖੇ ਹੋ ਜਾਂਦੇ ਨੇ। ਜਿਹੜਾ ਨਵਾਂ ਆਏਗਾ ਉਹਨੂੰ ਸ਼ਾਇਦ ਕੋਈ ਬਹੁਤਾ ਫਰਕ ਨਾ ਪਵੇ। ਇਸ ਕਰਕੇ ਇਹ ਇੱਕ ਸਿੱਧੀ ਧਮਕੀ, ਸਿਆਸੀ ਧਮਕੀ ਹੈ ਜਿਹੜੀ ਉਹ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ। ਇਸ ਤਰ੍ਹਾਂ ਦੇ ਪੈਂਤਰੇ ਉਹ ਪਹਿਲਾਂ ਵੀ ਅਜਮਾ ਚੁੱਕੇ ਨੇ। ਪਿਛਲੀ ਸੱਤਾ ਦੇ ਦੌਰਾਨ ਵੀ ਕਈ ਵਾਰ ਇਸ ਤਰ੍ਹਾਂ ਦੀਆਂ ਚਰਚਾਵਾਂ ਕੀਤੀਆਂ ਜਾਂਦੀਆਂ, ਜਦੋਂ ਕੈਬਨਿਟ ਮੰਤਰੀ ਬੋਲਦੇ ਸੀ ਤਾਂ ਕਈ ਵਾਰ ਇਸ ਤਰ੍ਹਾਂ ਦੀਆਂ ਚਰਚਾਵਾਂ ਕੀਤੀਆਂ ਗਈਆਂ ਕਿ ਅੱਜ ਮੰਤਰਾਲੇ ਬਦਲਣਾ ਹੈ, ਅੱਜ ਕੁਝ ਮੰਤਰੀਆਂ ਨੂੰ ਛੁੱਟੀ ਕਰਨੀ ਹੈ। ਤਾਂ ਫਿਰ ਜਿੱਦਾਂ ਹੀ ਉਹ ਹਾਜ਼ਰੀ ਭਰਵਾ ਕੇ ਤੇ ਨਾਲ ਦੀ ਨਾਲ ਉਹ ਚੀਜ਼ਾਂ ਨੂੰ ਗੋਲ-ਮੋਲ ਕਰ ਦਿੰਦੇ ਸੀ। ਤੇ ਇਸ ਤਰ੍ਹਾਂ ਦੇ ਹਾਲਾਤ, ਕਿਉਂਕਿ ਹੁਣ ਪੂਰੇ ਸਿਆਸੀ ਸਮੀਕਰਨ ਜਿਹੜੀ ਉਹ ਬਦਲਦੀ ਨਜ਼ਰ ਆ ਰਹੀ ਹੈ, ਪੂਰੇ ਹਾਲਾਤ ਬਦਲੇ ਹੋਏ ਨੇ, ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ। ਪਰ ਕੈਪਟਨ ਅਮਰਿੰਦਰ ਸਿੰਘ ਵੀ ਆਪਣੇ ਜਿਹੜੇ ਮਹਾਰਥੀ ਨੇ ਉਹਨਾਂ ਨੂੰ ਭੇਜ ਕੇ ਮਨਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ। ਦੇਖਦੇ ਹਾਂ ਸਿਆਸੀ ਭੁਚਾਲ ਆ ਜਿਹੜਾ ਕਿ ਇੱਥੇ ਹੀ ਸ਼ਾਂਤ ਹੋ ਜਾਏਗਾ ਜਾਂ ਫਿਰ ਅਜੇ ਅੱਗੇ ਤੱਕ ਜਾਏਗਾ। ਜੀ ਠੀਕ ਹੈ ਨਪਿੰਦਰ, ਮੈਂ ਇੱਕ ਹੋਰ ਛੋਟੀ ਚੀਜ਼ ਜਾਣਨੀ ਚਾਹੁੰਦਾ, ਕਿਉਂਕਿ ਜਿਹੜੇ ਮੰਤਰੀ ਹੁੰਦੇ ਨੇ ਆਮ ਤੌਰ ਤੇ
ਉਹਨਾਂ ਦੇ ਨਾਲ ਕੁਝ ਵਿਧਾਇਕ ਹੁੰਦੇ ਨੇ। ਆਪਾਂ ਦੇਖਦੇ ਹਾਂ ਕਿ ਕਈ ਮੰਤਰੀ ਅਜਿਹੇ ਨੇ ਜਿਨ੍ਹਾਂ ਨਾਲ ਕੋਈ ਵਿਧਾਇਕ ਨਜ਼ਰ ਆਉਣਗੇ, ਉਹ ਸੇਮ ਚਿਹਰੇ ਹੁੰਦੇ ਨੇ 2-4-5 ਵਿਧਾਇਕਾਂ ਦੇ ਜਿਹੜੇ ਇੱਕ ਮੰਤਰੀ ਨਾਲ ਨਜ਼ਰ ਆਉਂਦੇ ਨੇ। ਕਿ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ, ਗੁਰਪ੍ਰੀਤ ਕਾਂਗੜ, ਰਵਨੀਤ ਬਿੱਟੂ ਜਾਂ ਸਿੱਧੂ, ਇਹਨਾਂ ਦੇ ਨਾਲ ਵਿਧਾਇਕਾਂ ਦੀ ਗਿਣਤੀ ਕਿੰਨੀ ਹੋ ਸਕਦੀ ਹੈ? ਉਮੀਦ ਕੀਤੀ ਜਾਵੇ ਜਾਂ ਪ੍ਰਤਾਪ ਬਾਜਵਾ ਵੀ ਉਸ ਦੇ ਵਿੱਚ ਸ਼ਾਮਲ ਨੇ ਕਿ 5-6 ਜਿਹੜੇ ਮੇਨ ਚਿਹਰੇ ਇਸ ਸਮੇਂ ਨਜ਼ਰ ਆ ਰਹੇ ਨੇ ਕਿ ਇਹਨਾਂ ਨਾਲ 2-2, 3-3, 4-4 ਵਿਧਾਇਕ ਹੈ ਜਾਂ ਹੋ ਸਕਦੇ ਨੇ। ਤੇ ਇਹ ਇਸ ਕਰਕੇ ਹੀ ਕੰਡੀਸ਼ਨ ਅਸੀਂ ਸੋਚ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਵੱਖਰੀ ਹੋ ਸਕਦੀ ਹੈ ਜਾਂ ਕੈਪਟਨ ਦੇ ਲਈ ਵੱਡੀ ਚੁਣੌਤੀ ਹੈ। ਗੌਰਵ, ਇਸ ਗੱਲ ਦੇ ਵਿੱਚ ਕੋਈ ਦੋ ਰਾਏ ਹੈ ਹੀ ਨਹੀਂ, ਇਹ ਬਿਲਕੁਲ ਸੱਚ ਹੈ। ਦੇਖੋ, ਅਸੀਂ ਹਰ ਰੋਜ਼ ਇਹਨਾਂ ਸਿਆਸੀ ਲੋਕਾਂ ਦੇ ਵਿੱਚ ਰਹਿੰਦੇ ਆ, ਇਹਨਾਂ ਸਿਆਸੀ ਲੋਕਾਂ ਨੂੰ ਬੜਾ ਨੇੜੇ ਤੋਂ ਦੇਖਣ ਦੀ ਕੋਸ਼ਿਸ਼ ਕਰਦੇ ਆ, ਤਾਂ ਬਿਲਕੁਲ ਸੱਚ ਹੈ। ਅਸੀਂ ਨਾਮ ਨਹੀਂ ਲਵਾਂਗੇ, ਸੁਖਜਿੰਦਰ ਰੰਧਾਵਾ ਦੇ ਨਾਲ ਵੀ ਘੱਟੋ ਘੱਟ ਕਹਿ ਸਕਦੇ ਆ ਕਿ ਜੇ ਅਗਰ ਸਿੱਧੇ ਤੌਰ ਤੇ ਜਿਹੜੇ ਅਗਰ ਅਸੀਂ ਅੱਧਾ ਟਾਈਮ ਵੀ ਮੰਨੀਏ ਵੀ ਉਹਨਾਂ ਦੇ ਨਾਲ ਰਹਿੰਦੇ ਹੋਣਗੇ ਤਾਂ 10 ਵਿਧਾਇਕ ਜਿਹੜੇ ਇਕੱਲੇ ਉਹਨਾਂ ਦੇ ਨਾਲ ਹੋ ਸਕਦੇ ਨੇ। ਤੁਸੀਂ ਰਵਨੀਤ ਬਿੱਟੂ ਦੀ ਗੱਲ ਕਰ ਲਓ, ਉਹਨਾਂ ਦੇ ਭਰਾ ਗੁਰਕੀਰਤ ਕੋਟਲੀ, ਉਹ ਵਿਧਾਇਕ ਜਿਹੜੇ ਉਹਨਾਂ ਦੇ ਤਾਂ 4 ਵਿਧਾਇਕ ਹਮੇਸ਼ਾ ਗੱਡੀ 'ਚ ਹੀ ਰਹਿੰਦੇ ਨੇ। ਤੁਸੀਂ ਪ੍ਰਤਾਪ ਬਾਜਵਾ ਦੀ ਗੱਲ ਕਰ ਲਓ, ਉਹਨਾਂ ਦਾ ਆਪਣਾ ਧੜਾ, ਹੁਣ ਮੈਂ ਨਾਮ ਨਹੀਂ ਲਵਾਂਗਾ, ਉਹਨਾਂ ਦੇ ਨਾਲ ਵੀ ਵਿਧਾਇਕ ਜਿਹੜੇ ਮੌਜੂਦ ਰਹਿੰਦੇ ਨੇ। ਤਾਂ ਬਿਲਕੁਲ ਨਵਜੋਤ ਸਿੰਘ ਸਿੱਧੂ ਦਾ ਇੱਕ ਆਪਣਾ ਗਰੁੱਪ ਆ, ਸਾਰਿਆਂ ਦੇ ਨਾਲ ਆਪਣੇ ਆਪਣੇ ਪੱਧਰ ਤੇ ਵਿਧਾਇਕ ਜਿਹੜੇ ਨੇ ਉਹ ਡਟੇ ਹੋਏ ਨੇ। ਤੇ ਜਦੋਂ ਇਹ ਸਾਰੇ ਇਕੱਠੇ ਹੁੰਦੇ ਨੇ ਤੇ ਇਹਦਾ ਮਤਲਬ ਕੀ ਆ ਕਿ ਉਹ 8-8, 5-5, 4-4, 10 ਜਿਹੜੇ ਆ ਉਹ ਅਗਰ ਇਕੱਠੇ ਹੋ ਜਾਂਦੇ ਆ ਕੈਪਟਨ ਅਮਰਿੰਦਰ ਸਿੰਘ ਦੇ ਲਈ ਮੁਸ਼ਕਲ ਪੈਦਾ ਕਰਨ ਵਾਲਾ ਮਾਹੌਲ ਪੈਦਾ ਕਰ ਸਕਦੇ ਆ। ਗੌਰਵ ਜੀ, ਠੀਕ ਹੈ ਨਪਿੰਦਰ, ਸਾਡੇ ਨਾਲ ਬਣੇ ਰਹੋ। ਪੰਕਜ ਕਪਾਹੀ ਕੋਲ ਇਸ ਸਮੇਂ ਇੱਕ ਵੱਡੀ ਖਬਰ ਹੈ, ਮੈਂ ਪੰਕਜ ਦਾ ਰੁਖ ਕਰਾਂਗਾ, ਪਰ ਉਸ ਤੋਂ ਪਹਿਲਾਂ ਸਾਡੇ ਨਾਲ ਕੁਲਦੀਪ ਵੈਦ ਜੀ ਜੁੜ ਰਹੇ ਨੇ, ਕਾਂਗਰਸ ਦੇ ਸੀਨੀਅਰ ਲੀਡਰ ਨੇ, ਵਿਧਾਇਕ ਨੇ। ਵੈਦ ਸਾਹਿਬ, ਸਵਾਗਤ ਹੈ। ਆਲ ਇਜ਼ ਵੈਲ ਤੁਹਾਡੀ ਪਾਰਟੀ 'ਚ ਨਜ਼ਰ ਨਹੀਂ ਆਉਂਦਾ। ਮੰਗਲਵਾਰ ਦਾ ਦਿਨ, ਸੋਮਵਾਰ ਦਾ ਦਿਨ ਬੜਾ ਜਿਹੜਾ ਹਲਚਲ ਭਰਿਆ ਲੰਘਿਆ ਹੈ, ਮੰਗਲਵਾਰ ਦਾ ਦਿਨ ਕਿਵੇਂ ਦੇਖਦੇ ਹੋ ਇਸ ਸਮੇਂ ਦੀ ਪੂਰੀ ਕਾਂਗਰਸ ਦੀ ਸਥਿਤੀ ਨੂੰ? ਕਿਉਂਕਿ ਵਿਰੋਧੀ ਨਿਸ਼ਾਨਾ ਸਾਧ ਰਹੇ ਨੇ, ਧੜਿਆਂ ਦੇ ਵਿੱਚ ਵੰਡੀ ਗਈ ਹੈ ਕਾਂਗਰਸ, ਇਲਜ਼ਾਮ ਲੱਗ ਰਹੇ ਨੇ। ਪੰਕਜ ਜੀ, ਕੋਈ ਇਸ ਤਰ੍ਹਾਂ ਦਾ ਮਸਲਾ ਨਹੀਂ ਹੈ। ਹਰ ਪਰਿਵਾਰ ਦੇ ਵਿੱਚ ਡਿਫਰੈਂਸ ਆਫ ਓਪੀਨੀਅਨ ਆਉਂਦੇ ਹੈ। ਸਾਡੇ ਪਰਿਵਾਰ ਦੇ ਵਿੱਚ ਵੀ ਜੇ ਕਿਤੇ ਕੋਈ ਡਿਫਰੈਂਸ ਓਪੀਨੀਅਨ ਆਏ ਹੈ ਉਹ ਸੌਰਟ ਆਊਟ ਹੋ ਜਾਣਗੇ। ਕੋਈ ਐਡਾ ਜਿੱਡੀ ਹਿਊ ਐਂਡ ਕਰਾਈ ਆਪੋਜੀਸ਼ਨ ਵਾਲੇ ਕਰਦੇ ਨੇ, ਉਹ ਆਪਣੀਆਂ ਪੋਲੀਟੀਕਲ ਪਾਰਟੀਆਂ ਨੂੰ ਨਹੀਂ ਵੇਖਦੇ। ਸ਼੍ਰੋਮਣੀ ਅਕਾਲੀ ਦਲ ਦਾ ਹਾਲ ਦੇਖੋ ਕਿ 18 ਵੱਡੇ ਲੀਡਰ, 2 ਇਹਨਾਂ ਦੇ ਫਾਈਨਾਂਸ ਮਿਨਿਸਟਰ ਸਰਦਾਰ ਮਨਪ੍ਰੀਤ ਸਿੰਘ ਬਾਦਲ ਤੇ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਛੱਡ ਗਏ, ਵੱਡੇ ਢੀਂਡਸਾ ਸਾਹਿਬ ਛੱਡ ਗਏ, ਮੈਂ ਕਿੰਨਿਆਂ ਕੁ ਦਾ ਜ਼ਿਕਰ ਕਰਾਂ, ਸੇਖਵਾਂ ਸਾਹਿਬ ਛੱਡ ਗਏ, 18 ਵੱਡੇ ਲੀਡਰ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਗਏ। ਆਮ ਆਦਮੀ ਪਾਰਟੀ ਦਾ ਹਾਲ ਸੁਣ ਲਓ, ਜਿਹੜੇ ਆ ਕਰਦੇ ਨੇ, ਕਿੰਨੇ ਇਹਨਾਂ ਦੇ ਐਮਐਲਏ ਹੁਣ ਸਾਡੇ ਕੋਲ ਇਹਨਾਂ ਨੂੰ ਵੱਖਰੇ ਬੈਠੇ ਨੇ। ਤੇ ਇਹ ਆਪੋਜੀਸ਼ਨ ਪਾਰਟੀ ਵਾਲਿਆਂ ਦਾ ਤਾਂ ਇਹ ਹੈ ਵੀ ਇਹ ਆਪ ਤਾਂ ਇਹਨਾਂ ਦੇ ਅੱਲੇ ਪੱਲੇ ਕੁਝ ਹੈ ਨਹੀਂ, ਠੀਕ ਹੈ। ਗਰਾਊਂਡ ਇਹਨਾਂ ਦੀ ਖਿਸਕ ਚੁੱਕੀ ਹੋਈ ਹੈ, ਉਹ ਸਾਰਿਆਂ ਨੂੰ ਪਤਾ ਹੈ। ਠੀਕ ਹੈ, ਕਾਂਗਰਸ ਦੇ ਵਿੱਚ ਕੁਝ ਲੀਡਰ ਸਾਹਿਬਾਨਾਂ ਨੇ ਇਟਸ ਓਪਨ, ਉਹਨਾਂ ਨੇ ਆਪਣਾ ਓਪੀਨੀਅਨ ਰੱਖਿਆ ਬਰਗਾੜੀ ਕਾਂਡ ਦੇ ਉੱਤੇ। ਮੈਂ ਇੱਕ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ, ਕੱਲਾ ਕਾਂਗਰਸ ਹੀ ਨਹੀਂ, ਜਿੰਨੇ ਵੀ ਸਾਡੇ ਪੰਜਾਬੀ ਨੇ, ਜਿੰਨੇ, ਮੈਂ ਕੱਲੇ ਪੰਜਾਬੀ ਵਰਡ ਯੂਜ਼ ਕਰਦਾ, ਕੱਲੇ ਸਿੱਖਾਂ ਵਾਸਤੇ ਨਹੀਂ, ਸਾਡੇ ਜਿਹੜੇ ਦੂਜੇ ਵੀ ਕਮਿਊਨਿਟੀਜ਼ ਦੇ ਲੋਕ ਨੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਸਾਰੇ ਹੀ ਬਹੁਤ ਸੰਜੀਦਾ ਨੇ। ਹਰ ਇੱਕ ਬੰਦਾ ਚਾਹੁੰਦਾ ਆ ਕਿ ਜਲਦੀ ਤੋਂ ਜਲਦੀ ਜਿਹੜੇ ਬੰਦਿਆਂ ਨੇ ਇਹ ਕਾਰਾ ਕੀਤਾ ਸੀ ਉਹਨਾਂ ਨੂੰ ਸਜ਼ਾਵਾਂ ਮਿਲਣ। ਹੁਣ ਅਕਿਊਜ਼ਡ ਕੌਣ ਨੇ? ਅਕਿਊਜ਼ਡ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਵਾਲੇ ਬੰਦੇ ਨੇ। ਅਕਿਊਜ਼ਡ ਨੇ ਆਪਣੀ ਡਿਫੈਂਸ ਵਾਸਤੇ ਜੋ ਕੁਝ ਕੀਤਾ ਉਹ ਵੀ ਆਪਣੇ ਸਾਹਮਣੇ ਆ ਗਿਆ। ਸੋ ਇਸ ਕਰਕੇ ਜਿਹੜੀ ਤੁਸੀਂ ਇਹ ਗੱਲ ਕਰਦੇ ਹੋ, ਕੋਈ ਐਸਾ ਮਸਲਾ ਨਹੀਂ ਹੈ। ਇਹ ਜਿਹੜਾ ਮਸਲਾ ਬਹੁਤ ਜਲਦੀ ਹੱਲ ਹੋ ਜਾਏਗਾ। ਹਰ ਬੰਦੇ ਦਾ ਜਿਹੜਾ ਮਨ ਹੈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ। ਤੁਸੀਂ ਇਹ ਵੀ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਦੇਖੋ ਅਕਾਲੀ ਦਲ ਚੋਂ ਛੱਡ ਕੇ ਚਲੇ ਗਏ, ਆਮ ਆਦਮੀ ਪਾਰਟੀ ਚੋਂ ਛੱਡ ਕੇ ਚਲੇ ਗਏ, ਕੋਈ ਫਰਕ ਨਹੀਂ ਪਿਆ, ਕਿ ਜਿਹੜੇ ਅੱਜ ਵਿਰੋਧੀ ਸੁਰ ਅਲਾਪ ਰਹੇ ਨੇ ਉਹਨਾਂ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਹੈ ਕਿ ਕਾਂਗਰਸ ਨੇ ਕੋਈ ਫਰਕ ਨਹੀਂ ਪੈਣ ਵਾਲਾ ਜੇ 2-4 ਚਲੇ ਗਏ। ਗੌਰਵ ਜੀ, ਬਿਲਕੁਲ ਗਲਤ ਹੈ, ਬਿਲਕੁਲ ਗਲਤ ਤੁਸੀਂ ਇਹ ਗੱਲ ਕਰ ਰਹੇ ਹੋ। ਆਮ ਸੋ ਸੌਰੀ, ਮੈਂ ਤੁਹਾਨੂੰ ਕਰੈਕਟ ਕਰਨਾ ਚਾਹਣਾ। ਉਹ ਮੈਂ ਐਗਜ਼ਾਮਪਲ ਤੁਹਾਡੀ ਤਾਂ ਦਿੱਤੀ ਸੀ, ਤੁਸੀਂ ਕਿਹਾ ਕਿ ਵਿਰੋਧੀ ਪਾਰਟੀ ਇਹ ਕਹਿ ਰਹੀ ਹੈ ਕਾਂਗਰਸ ਦੇ ਵਿੱਚ ਆਲ ਇਜ਼ ਵੈਲ, ਕੋਈ ਪ੍ਰੋਬਲਮ ਨਹੀਂ ਹੈ। ਜੇ ਕਿਤੇ ਕੋਈ ਡਿਫਰੈਂਸ ਓਪੀਨੀਅਨ ਹੋਈ ਹੈ, ਕੋਈ ਛੱਡ ਕੇ ਨਹੀਂ ਜਾਏਗਾ, ਕੋਈ ਕੁਝ ਨਹੀਂ ਕਰੇਗਾ। ਕੈਪਟਨ ਅਮਰਿੰਦਰ ਸਿੰਘ ਬਹੁਤ ਸਾਡੇ ਏਬਲ ਐਂਡ ਕੈਪੇਬਲ ਚੀਫ ਮਿਨਿਸਟਰ ਨੇ। ਜੇ ਕਿਸੇ ਦਾ ਕੋਈ ਡਿਫਰੈਂਸ ਓਪੀਨੀਅਨ ਆਇਆ ਉਹ ਸੌਰਟ ਆਊਟ ਹੋ ਜਾਏਗਾ। ਜਿਹੜੀ SIT ਬਣੀ ਹੈ ਉਹਨੂੰ ਉਹਦੇ ਤੇ ਵੀ ਕਿੰਤੂ ਪਰੰਤੂ ਸਾਡੇ ਆਪੋਜੀਸ਼ਨ ਪਾਰਟੀ ਵਾਲੇ ਕਰਨ ਲੱਗੇ, ਉਹਦੀ ਰਿਪੋਰਟ ਆ ਜਾਣੀ ਹੈ, ਪੇਸ਼ ਹੋ ਜਾਣਾ। ਅੱਗੇ ਜਿਹੜੇ ਦੇਣੇ ਆ ਆਪਣੇ ਸਜ਼ਾਵਾਂ ਦੇਣੀਆਂ ਨੇ ਉਹ ਅਦਾਲਤਾਂ ਨੇ ਦੇਣੀਆਂ ਨੇ।
ਸਾਡਾ ਪਾਰਟ ਤਾਂ ਇੱਕ ਵਧੀਆ ਇਨਵੈਸਟੀਗੇਸ਼ਨ ਤੱਕ ਸੀਮਤ ਹੈ। ਜਿਹੜਾ ਕਾਰਾ ਕੰਮ ਹੋਇਆ, ਠੀਕ ਹੈ। ਜੋ ਸਾਰਾ ਕੁਝ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪੀਰੀਅਡ 'ਚ ਹੋਇਆ। ਸ਼੍ਰੋਮਣੀ ਅਕਾਲੀ ਦਲ ਦੇ ਪੁਲਿਸ ਅਫਸਰ ਇਨਵੋਲਡ ਸੀ ਉਸ ਸਮੇਂ ਦੇ, ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਇਨਵੋਲਡ ਸੀਗੇ। ਇਹ ਤਾਂ ਉਹਨਾਂ ਤੋਂ ਬਚਣ ਲਈ, ਹੁਣ ਮੈਂ ਇੱਥੇ ਜ਼ਿਆਦਾ ਐਕਸਪਲੇਨ ਨਹੀਂ ਕਰਨਾ ਚਾਹੁੰਦਾ, ਸਾਰੇ ਲੋਕਾਂ ਨੂੰ ਪਤਾ, ਸਾਰੇ ਸੰਸਾਰ ਵਿੱਚ ਪਤਾ ਹੈ ਕਿ 2015 ਦੇ ਵਿੱਚ ਬਹਿਬਲ ਕਲਾਂ ਵਾਲਾ ਜਿਹੜਾ ਕਾਂਡ ਹੋਇਆ ਉਹਦੇ ਉੱਤੇ ਕੀ ਇਹਨਾਂ ਨੇ ਕੀਤਾ ਆ। ਉਹ ਤਾਂ ਸਾਰੀ ਦੁਨੀਆ ਨੂੰ ਪਤਾ, ਉਹਦੇ ਤੇ ਦੱਸਣ ਦੀ ਲੋੜ ਨਹੀਂ। ਉਹਦੀਆਂ ਸਾਰੀਆਂ ਵੀਡੀਓਜ਼ ਸ਼੍ਰੋਮਣੀ ਬਣੀਆਂ ਅਕਾਲੀ ਹੋਈਆਂ ਦਲ ਨੇ। ਦਾ ਵੈਦ ਸਾਹਿਬ ਜ਼ਿਕਰ ਕਰ ਰਹੇ ਹੋ, ਸ਼੍ਰੋਮਣੀ ਅਕਾਲੀ ਦਲ ਦਾ ਜ਼ਿਕਰ ਕਰ ਰਹੇ ਹੋ। ਇਸ ਸਮੇਂ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ, ਸਾਬਕਾ ਮੰਤਰੀ ਨੇ। 2015 ਚ ਜਦੋਂ ਪੂਰਾ ਘਟਨਾਕ੍ਰਮ ਸੀ, ਸਾਬਕਾ ਸਰਕਾਰ ਸੀ, ਉਸ ਸਮੇਂ ਅਹਿਮ ਅਹੁਦਾ ਸੀ। ਚੀਮਾ ਸਾਹਿਬ ਸਾਡੇ ਨਾਲ ਨੇ, ਦਲਜੀਤ ਚੀਮਾ ਜੀ। ਚੀਮਾ ਸਾਹਿਬ, ਪਹਿਲਾ ਕਿ ਕਾਂਗਰਸ ਦੀ ਇਸ ਸਮੇਂ ਤਰਥੱਲੀ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ, ਤੇ ਦੂਜਾ ਇੱਕ ਵਾਰ ਫਿਰ ਤੋਂ ਅਕਾਲੀ ਦਲ ਦੇ ਵੱਲ ਤਾਂ ਉਂਗਲ ਚੁੱਕੀ ਜਾ ਰਹੀ ਹੈ। ਦੇਖੋ, ਗੱਲ ਇਹ ਬੜੀ ਬੇਸ਼ਰਮੀ ਦੀ ਹੱਦ ਹੈ ਔਰ ਬੜਾ ਗੈਰ ਮਾਨਵੀ ਵਿਵਹਾਰ ਹੈ ਕਾਂਗਰਸ ਦੀ ਸਰਕਾਰ ਦਾ ਵੀ ਤੇ ਉਹਨਾਂ ਮੰਤਰੀਆਂ ਤੇ ਐਮਐਲਏ ਦਾ ਵੀ, ਜਿਹੜੇ ਇਸ ਵੇਲੇ ਸੱਤਾ ਦੇ ਲਾਲਚ ਦੇ ਵਿੱਚ ਇੱਕ ਦੂਜੇ ਦੀ ਕੁਰਸੀ ਤੇ ਲੱਗੇ ਹੋਏ ਆ ਔਰ ਜਿਹੜੇ ਲਾਸ਼ਾਂ ਦੇ ਢੇਰ ਸ਼ਮਸ਼ਾਨ ਘਾਟਾਂ ਦੇ ਵਿੱਚ ਲੱਗੇ ਹੋਏ ਆ, ਉਹਦੇ ਤੋਂ ਮੂੰਹ ਮੋੜ ਕੇ ਤੇ ਇਸ ਗੱਲ ਤੇ ਲੱਗੇ ਹੋਏ ਕਿ ਕਿਸੇ ਤਰੀਕੇ 6 ਮਹੀਨੇ ਮੇਰਾ ਦਾਅ ਲੱਗ ਜੇ ਮੁੱਖ ਮੰਤਰੀ ਦਾ। ਕੋਈ ਕਹਿੰਦਾ ਪਿਆ ਕਿ ਮੈਂ ਕਿਸੇ ਤਰੀਕੇ ਡਿਪਟੀ ਚੀਫ ਮਿਨਿਸਟਰ ਬਣ ਜਾਵਾਂ, ਕੋਈ ਚਾਹੁੰਦਾ ਕਿ ਮੈਨੂੰ ਕੋਈ ਮਹਿਕਮਾ ਚੰਗਾ ਮਿਲ ਜਾਵੇ। ਹੁਣ ਇਹ ਦੇਖੋ ਕਿ ਇਹ ਜਿਹੜਾ ਟਾਈਮ ਹੈ ਇਸ ਕੀ ਇਹ ਹੈ ਕਿ ਇਹਨਾਂ ਗੱਲਾਂ ਨੂੰ ਡਿਸਕਸ ਕਰਨ ਦਾ, ਕਿ ਸਾਰੀਆਂ ਅਖਬਾਰ ਜਿਹੜੀਆਂ ਸਾਰੀਆਂ ਇਹਨਾਂ ਗੱਲਾਂ ਦੇ ਨਾਲ ਭਰੀਆਂ ਰਹਿਣ ਔਰ ਕਿਤੇ ਵੀ ਇਸ ਗੱਲ ਦਾ ਕੋਈ ਹੱਲ ਨਾ ਹੋਵੇ ਕਿ ਲੋਕਾਂ ਦੀ ਮਦਦ ਕਿੰਨੇ ਕਰਨੀ ਹੈ, ਲੋਕਾਂ ਦੇ ਨਾਲ ਕਿੰਨੇ ਖੜਨਾ, ਜ਼ਿੰਮੇਵਾਰੀ ਜਿਹਦੇ ਸਿਰ ਤੇ ਉਹ ਕੀ ਕਰ ਰਿਹਾ। ਮੈਂ ਹੈਰਾਨ ਸੀ, ਮੈਂ ਹੁਣੇ ਕਾਂਗਰਸ ਦੇ ਬੁਲਾਰੇ ਦੀ ਗੱਲ ਸੁਣ ਰਿਹਾ ਕਿ ਇਹ ਕਹਿੰਦੇ ਜੇ ਪੁਲਿਸ ਸ਼੍ਰੋਮਣੀ ਅਕਾਲੀ ਦਲ ਦੀ ਸੀ। ਇਹ ਜਿਹੜੇ ਆਪ ਆਈਐਸ ਅਫਸਰ ਰਹੇ ਆ ਅਹੁਦਿਆਂ ਤੇ, ਇਹਨਾਂ ਦੇ ਮੂੰਹ ਤੋਂ ਇਹੋ ਜਿਹੇ ਸ਼ਬਦ ਸੁਣਦੇ ਆ ਕਿ ਪੁਲਿਸ ਵੀ ਸ਼੍ਰੋਮਣੀ ਅਕਾਲੀ ਦਲ ਦੀ ਹੁੰਦੀ ਹੈ, ਕਾਂਗਰਸ ਦੀ ਹੁੰਦੀ ਹੈ, ਆਮ ਆਦਮੀ ਪਾਰਟੀ ਦੀ ਹੁੰਦੀ, ਤੇ ਬਹੁਤ ਜਿਹੜੀ ਘਟੀਆਪਨ ਮਹਿਸੂਸ ਹੁੰਦਾ ਕਿ ਕਿਸ ਘਟੀਆ ਲੈਵਲ ਤੱਕ ਖੁਦ ਜਿਹੜੇ ਆਪ ਸਾਬਕਾ ਅਫਸਰ ਰਹੇ ਆ, ਇਹ ਸਰਕਾਰ ਦੇ ਅਫਸਰ ਮੰਨਣ ਦੀ ਬਜਾਏ ਕਿਸੇ ਨੂੰ ਸਰਕਾਰ ਦੇ ਮੁਲਾਜ਼ਮ, ਉਹਨਾਂ ਨੂੰ ਪਾਰਟੀਆਂ ਦੇ ਮੁਲਾਜ਼ਮ ਦੱਸ ਰਹੇ। ਇਸ ਕਰਕੇ ਇਹਨਾਂ ਨੂੰ ਸੋਚਣਾ ਚਾਹੀਦਾ ਕਿ ਇਹ ਲੜਾਈ ਫੇਰ ਲੜ ਦਿਓ। ਇਸ ਵੇਲੇ ਲੋਕਾਂ ਦੇ ਨਾਲ ਖੜਨ ਦਾ ਟਾਈਮ ਹੈ। ਤੁਸੀਂ ਕਿਸੇ ਹਸਪਤਾਲ 'ਚ ਜਾ ਕੇ ਦੇਖ ਲਓ, ਬੈੱਡ ਨਹੀਂ ਮਿਲਦਾ, ਆਕਸੀਜਨ ਦੀਆਂ ਕਿੰਨੀਆਂ ਵੱਡੀਆਂ ਦਿੱਕਤਾਂ ਨੇ, ਸੰਸਕਾਰ ਕਰਨ ਦੀਆਂ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ, ਐਂਬੂਲੈਂਸ ਦੀਆਂ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ, ਖਾਣੇ ਦੀਆਂ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ। ਔਰ ਸਾਡੇ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਨੇ, ਇਹ ਜਿਹੜੇ ਆ ਇਹ ਇਸ ਤਰੀਕੇ ਜਿਹੜੇ ਆ ਛਿੱਤਰੀ ਖੀਰੇ ਉਂਡਰਾਂ ਦੇ ਪਾਸੇ ਤੁਰੇ ਹੋਏ ਆ। ਇਹਨਾਂ ਨੂੰ ਕਦੀ ਵੀ ਸੁਸਾਇਟੀ, ਕਦੀ ਵੀ ਪੰਜਾਬ ਦੇ ਲੋਕ ਜਿਹੜੇ ਆ ਉਹ ਮਾਫ ਨਹੀਂ ਕਰਨਗੇ। ਠੀਕ ਹੈ ਵੈਦ ਸਾਹਿਬ, ਇੱਕ ਸਵਾਲ ਤੁਸੀਂ ਜਵਾਬ ਵੀ ਦੇਣਾ ਚਾਹੋਗੇ ਚੀਮਾ ਸਾਹਿਬ ਦੀ ਗੱਲ ਦਾ। ਮੇਰਾ ਵੀ ਇੱਕ ਸਵਾਲ ਹੈ ਕਿ ਲੰਚ ਹੋਇਆ, ਇਹ ਜਾਣਕਾਰੀ ਹੈ ਕਿ ਲੰਚ ਹੋਇਆ ਤੁਹਾਡੇ ਘਰ, ਹੋਇਆ ਸੀ ਕਿ ਨਹੀਂ? ਤੁਸੀਂ ਕਿਸ ਦੇ ਨਾਲ ਲੰਚ ਕੀਤਾ? ਗੌਰਵ ਜੀ, ਪਹਿਲਾਂ ਤਾਂ ਮੈਂ ਇਹ ਚੀਮਾ ਸਾਹਿਬ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ। ਇਹ ਮਿਨਿਸਟਰ ਵੀ ਰਹੇ ਨੇ, ਪ੍ਰੋਫੈਸ਼ਨ ਵੀ ਹੈ, ਮੈਨੂੰ ਤਾਂ ਬਿਲਕੁਲ ਮੈਂ ਅਫਸਰ ਰਿਹਾ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਇਹਨਾਂ ਨੂੰ ਮੈਂ ਸਮਝਦਾ ਨਹੀਂਗਾ ਕਿ ਇਹੋ ਜਿਹਾ ਲੀਡਰ ਜਿਹੜਾ ਲੰਬਾ ਸਮਾਂ ਮਿਨਿਸਟਰ ਰਿਹਾ ਹੋਵੇ, ਉਹਦੀ ਭਾਸ਼ਾ ਦੇਖੋ ਕੈਸੀ ਹੈ। ਮੈਨੂੰ ਅਫਸੋਸ ਹੈ ਚੀਮਾ ਸਾਹਿਬ, ਤੁਹਾਡੀ ਭਾਸ਼ਾ ਤੇ ਮੈਂ ਐਕਸਪੈਕਟ ਨਹੀਂ ਕਰਦਾ ਜਿਹੋ ਜੀ ਤੁਸੀਂ ਭਾਸ਼ਾ ਵਰਤਦੇ ਹੋ। ਸੁਣ ਤਾਂ ਲਓ, ਸ਼੍ਰੋਮਣੀ ਅਕਾਲੀ ਦਲ ਤਾਂ ਸੁਣ ਲਓ ਚੀਮਾ ਸਾਹਿਬ, ਮੈਂ ਤੁਹਾਡੀ ਗੱਲ 'ਚ ਨਹੀਂ ਬੋਲਿਆ। ਤੁਹਾਡਾ ਸ਼੍ਰੋਮਣੀ ਅਕਾਲੀ ਦਲ ਦਾ ਸੁਣ ਤਾਂ ਲਓ ਚੀਮਾ ਸਾਹਿਬ, ਤੁਹਾਡਾ ਸ਼੍ਰੋਮਣੀ ਤੁਸੀਂ ਕਿਹਾ ਕਿ ਸਰਕਾਰ, ਇੱਕ ਮਿੰਟ, ਬਹਿਬਲ ਕਲਾਂ ਅਫਸਰ ਭਾਰਤ ਸਰਕਾਰ ਦੇ ਜਾਂ ਸਟੇਟ ਗਵਰਨਮੈਂਟ ਦੇ ਹੁੰਦੇ ਆ ਕਿ ਪਾਰਟੀਆਂ ਦੇ ਹੁੰਦੇ? ਸੁਣ ਤਾਂ ਲਓ ਪਹਿਲਾਂ ਮੇਰੀ ਗੱਲ ਦਾ ਜਵਾਬ ਦੇ ਦੇਣਾ। ਤੁਸੀਂ ਮੈਨੂੰ ਆਦਤ ਮੈਨੂੰ ਪਤਾ ਤੁਹਾਡੀ ਗੱਲ ਦਾ ਜਵਾਬ ਨਾ ਆਵੇ, ਤੁਸੀਂ ਭਾਸ਼ਣ ਦੇਣਾ ਸ਼ੁਰੂ ਕਰ ਦਿੰਦੇ ਹੋ। ਤੁਹਾਡੀ ਗੱਲ ਦਾ ਜਵਾਬ ਨਹੀਂ ਦੇ ਰਿਹਾ। ਮੇਰਾ ਤੂੰ ਦਾ ਕੋਈ ਜਵਾਬ ਦਿਓ ਪਹਿਲਾਂ। ਤੁਹਾਡੀ ਗੱਲ ਦਾ ਜਵਾਬ ਦੇ ਰਿਹਾ ਮੈਂ। ਤੁਸੀਂ ਕਿਹੜੀ ਪਾਰਟੀ ਦੇ ਅਫਸਰ ਜੀ? ਤੁਸੀਂ ਕਾਂਗਰਸ ਪਾਰਟੀ ਸ਼ਾਮਿਲ ਕਰਦੇ, ਤੁਸੀਂ ਕਿਹੜੀ ਪਾਰਟੀ ਦੇ ਅਫਸਰ? ਤੁਹਾਡੇ ਤੇ ਜਿਗਰਾ ਹੀ ਨਹੀਂ ਆ ਗੱਲ ਸੁਣਨ ਦਾ, ਕਿਉਂਕਿ ਤੁਹਾਡੇ ਉੱਤੇ ਪਈਆਂ ਹੋਈਆਂ ਨੇ। ਇਹ ਸਹੀ ਗੱਲ ਕਰੋਗੇ ਸੁਣਾਗਾ, ਨਹੀਂ ਤਾਂ ਮੈਂ ਵਿਹਲਾ ਨਹੀਂ ਬੈਠਾ ਤੁਹਾਡੀਆਂ ਗੱਲਾਂ ਸੁਣ ਲਓ। ਨਹੀਂ ਵਿਹਲਾ ਤੁਹਾਡੇ ਲਈ ਕੋਈ ਨਹੀਂ ਬੈਠਾ, ਐਡੇ ਵੱਡੇ ਵੀ ਤੁਸੀਂ ਕੋਈ ਹੈ ਨਹੀਂਗੇ ਕਿ ਤੁਹਾਡੇ ਨਾਲ ਕੋਈ ਗੱਲਬਾਤ ਕਰਨਾ ਚਾਹੇ। ਪਹਿਲੇ ਤਾਂ ਆਪਣੀ ਭਾਸ਼ਾ ਕਰੋ। ਇਹ ਜਵਾਬ ਤੁਸੀਂ ਸੁਣ ਲਓ ਕਿਹੜੀ ਪਾਰਟੀ ਦੇ ਹੁੰਦੇ? ਸੁਣ ਲਓ ਚੀਮਾ ਸਾਹਿਬ, ਤੁਹਾਡੀ ਸਰਕਾਰ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਤੁਸੀਂ ਪਹਿਲਾਂ ਮੇਰੀ ਗੱਲ ਦਾ ਜਵਾਬ ਦੇ ਦਿਓ। ਮੈਂ ਤੁਹਾਡੀ ਗੱਲ ਸਾਰੀ ਤੁਹਾਨੂੰ ਜਵਾਬ ਦਿੰਨਾ, ਤੁਹਾਨੂੰ ਮੇਰੀ ਗੱਲ ਦਾ ਜਵਾਬ ਸੁਣ ਲਓ। ਪੁੱਛੋ ਨਾ, ਜਵਾਬ ਸੁਣ ਦਿੰਨਾ, ਤੁਸੀਂ ਮੇਰੀ ਗੱਲ ਦਾ ਜਵਾਬ ਸੁਣ ਲਓ। ਅਫਸਰਾਂ ਦੀ ਗੱਲ ਕਰੋ। ਚੀਮਾ ਸਾਹਿਬ ਜਿਗਰਾ ਰੱਖਿਆ ਕਰੋ। ਕਹਾਣੀ ਸੁਣਨ ਦਾ ਇੰਨਾ ਟਾਈਮ ਨਹੀਂ ਸੁਣਨ ਵਾਸਤੇ। ਚਲੋ ਚੀਮਾ ਸਾਹਿਬ, ਇੱਕ ਵਾਰੀ ਜਵਾਬ ਲੈ ਲਿਆ ਆਪਾਂ, ਇੱਕ ਵਾਰੀ ਜਵਾਬ ਲੈ ਲਿਆ। ਵੈਦ ਸਾਹਿਬ ਤੋਂ ਜਵਾਬ ਲੈ ਲਿਆ। 30-40 ਸੈਕਿੰਡ ਫਿਰ ਤੁਸੀਂ ਗੱਲ ਰੱਖ ਲਿਓ ਆਪਣੀ। ਚੀਮਾ ਸਾਹਿਬ ਜਿਗਰਾ ਰੱਖਿਆ ਕਰੋ, ਚੀਮਾ ਸਾਹਿਬ ਜਿਗਰਾ ਰੱਖਿਆ ਕਰੋ। ਕਿਹੜੀ ਪਾਰਟੀ ਦਾ ਸੀ ਤੁਸੀਂ? ਆਪਣੀ
ਜਿਗਰਾ ਰੱਖਿਆ ਕਰੋ ਚੀਮਾ ਸਾਹਿਬ, ਕਿਉਂ ਏਦਾਂ ਕਰਦੇ ਹੋ? ਸ਼ਰਮੀ ਨਹੀਂ ਹੋ ਸਕਦੀ ਤੁਹਾਡੀ ਜਿਗਰਾ ਨਹੀਂ ਹੈਗੀ। ਕਰੋ, ਕੰਪਲੀਟ ਕਰੋ। ਸ਼ਰਮੀ ਨਹੀਂ ਹੋ ਸਕਦੀ। ਸੁਣੋ ਜਿੱਡੇ ਵੱਡੇ ਤੁਸੀਂ ਬਸ਼ਰਮ ਹੋ ਨਾ, ਜਿੱਡੇ ਵੱਡੇ ਤੁਸੀਂ ਬੇਸ਼ਰਮ ਹੋ। ਨੀਚ ਇਨਸਾਨਾਂ ਵਾਲੀਆਂ ਹਰਕਤਾਂ ਕਰਨੀਆਂ ਬੰਦ ਕਰੋ। ਉਹ ਚੀਮਾ ਸਾਹਿਬ ਸ਼ਰਮ ਕਰੋ ਕੁਛ। ਰੋਜ਼ ਤੁਦੋਂ ਵਾਸਤੇ ਨਹੀਂ ਆਉਂਦੇ। ਜੋ ਨੀਚਤਾ ਤੁਸੀਂ ਦਿਖਾਈ ਹੈ ਨਾ ਪੰਜਾਬ ਦੇ ਲੋਕਾਂ ਨੂੰ ਪਤਾ ਹੈ। ਤੁਸੀਂ ਬਹੁਤ ਸੀਨੀਅਰ ਹੋ ਦੋਵੇਂ ਚੀਮਾ ਸਾਹਿਬ ਬੈਠ ਜੀ, ਬੜੇ ਸੀਨੀਅਰ ਹੋ ਤੁਸੀਂ। ਥੋੜਾ ਜਿਹਾ ਆਪਾਂ ਸ਼ਬਦਾਂ ਦੀ ਮਰਿਆਦਾ ਰੱਖੀਏ, ਕਿਉਂਕਿ ਬਹੁਤ ਸੀਰੀਅਸ ਟੌਪਿਕ ਤੇ ਗੱਲ ਕਰ ਰਹੇ ਹਾਂ। ਜੇ ਚੀਮਾ ਸਾਹਿਬ ਦੀ ਭਾਸ਼ਾ ਨਹੀਂ ਠੀਕ ਤਾਂ ਮੈਂ ਇਹਨਾਂ ਨਾਲ ਮੈਂ ਉਹੀ ਕਹਿ ਰਿਹਾ, ਮੈਂ ਵੈਦ ਸਾਹਿਬ ਚੀਮਾ ਜੀ, ਮੈਂ ਉਹੀ ਅਪੀਲ ਕਰ ਰਿਹਾ ਕਿ ਆਪਾਂ 30 ਸੈਕਿੰਡ ਆਪਾਂ ਬੋਲਦੇ ਆਪਣੀ ਗੱਲ ਲੋਕਾਂ ਤੱਕ ਪਹੁੰਚਾਈਏ। ਵੈਦ ਸਾਹਿਬ ਜਵਾਬ ਦਿਓ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਕਿ ਪਾਰਟੀ ਦੇ ਅਫਸਰ ਪਾਰਟੀਆਂ ਦੇ ਹੁੰਦੇ ਕਿ ਚੀਮਾ ਸਾਹਿਬ ਕੋਈ ਜਵਾਬ ਨਹੀਂਗਾ। ਮੈਂ ਤੁਹਾਡੇ ਉਹਨਾਂ ਨੂੰ ਇੱਕ ਵਾਰੀ ਬੋਲ ਲੈਣ ਦਿਓ ਚੀਮਾ ਜੀ, ਇੱਕ ਵਾਰੀ ਬੋਲ ਲੈਣ ਦਿਓ, ਦੇਖ ਤਾਂ ਲਈਏ ਕਹਿੰਦੇ ਕੀ ਨੇ। ਉਹ ਕਹਿੰਦੇ ਤੁਹਾਡੀ ਗੱਲ ਦਾ ਜਵਾਬ ਦੇ ਰਹੇ ਹਨ, ਆਪਾਂ ਇੱਕ ਵਾਰੀ ਸੁਣ ਲਈਏ ਕਹਿੰਦੇ ਕੀ ਨੇ। ਤੁਹਾਨੂੰ ਜੀ ਭਾਸ਼ਾ ਜਵਾਬ ਇਹਨਾਂ ਕੋਲ ਕੋਈ ਨਹੀਂ ਹੁੰਦਾ, ਭਾਸ਼ਣ ਦੇਣ ਆਉਂਦੇ ਆ। ਇੱਕ ਲਾਈਨ ਦਾ ਜਵਾਬ ਤਾਂ ਦੱਸਣ ਕਿਹੜੀ ਪਾਰਟੀਆਂ ਦੇ, ਇਹ ਕਿਹੜੀ ਪਾਰਟੀ ਦੇ ਅਫਸਰ ਸੀ? ਇਹ ਵੀ ਤਾਂ ਆਈਐਸ ਅਫਸਰ ਇਹ ਕਿਹੜੀ ਪਾਰਟੀ ਦੇ ਸੀ? ਚੀਮਾ ਸਾਹਿਬ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ, ਤੁਸੀਂ ਸਿਆਣੇ ਬੰਦੇ ਹੋ, ਸਿਆਣੇ ਤੋਂ ਲੋਕਾਂ ਨੂੰ ਲੋੜ ਆ, ਸਿਆਣੇ ਨਹੀਂ ਆ। ਦੱਸੋ ਲੋਕ ਜਦੋਂ ਤੁਸੀਂ ਇਹਦੀ ਭਾਸ਼ਾ ਵਰਤਦੇ ਹੋ ਨਾ, ਲੋਕ ਦੇਖੋ ਤੁਹਾਡੇ ਬਾਰੇ ਕੀ ਕਮੈਂਟ ਦਿੰਦੇ ਨੇ। ਤੁਸੀਂ ਜਵਾਬ ਤੁਹਾਡੇ ਬਾਰੇ ਲੋਕ ਕੀ ਕਮੈਂਟ ਕਰਦੇ ਨੇ, ਦੱਸੋ। ਸੁਣੋ ਲੋਕ ਤੁਹਾਡੇ ਬਾਰੇ ਕੀ ਕਮੈਂਟ ਕਰਦੇ ਨੇ ਪਤਾ ਤੁਹਾਨੂੰ? ਤੁਹਾਡੇ ਬਾਰੇ ਜੋ ਮਰਜ਼ੀ ਕਹਿਣੀ ਆ, ਤੁਹਾਡੇ ਬਾਰੇ ਕੀ ਕਮੈਂਟ ਕਰਦੇ ਨੇ? ਚੰਗੀ ਗੱਲ ਤਾਂ ਦੱਸੋ ਨਾ ਜਿਹੜੀ ਤੁਸੀਂ ਸ਼ੁਰੂ ਕੀਤੀ ਸੀ, ਸਮਝ ਗਏ ਨਾ? ਉਹ ਦੱਸੋ, ਉਹਦਾ ਜਵਾਬ ਦਿਓ। ਤੁਸੀਂ ਸੁਣਦੇ ਨਹੀਂ ਨਾ, ਤੁਸੀਂ ਸੁਣਦੇ ਨਹੀਂ, ਤੁਸੀਂ ਰੋਲਾ ਵੈਦ ਸਾਹਿਬ ਦੇਖੋ ਬੜਾ ਕਲੀਅਰ ਜਾ ਨਹੀਂ ਵੈਦ ਸਾਹਿਬ ਚੀਮਾ ਜੀ, ਮੈਂ ਵਿਚਾਲੇ ਤੁਹਾਡੇ ਜ਼ਰੂਰ ਇੰਟਰਫੇਅਰ ਕਰ ਰਿਹਾ। ਵੈਦ ਸਾਹਿਬ ਚੀਮਾ ਜੀ ਇਹ ਕਹਿ ਰਹੇ ਨੇ ਕਿ ਜੇ ਪ੍ਰਧਾਨ ਮੰਤਰੀ ਹੈ ਤਾਂ ਉਹ ਦੇਸ਼ ਦਾ ਕਿਸੇ ਪਾਰਟੀ ਦਾ ਨਹੀਂ, ਮੁੱਖ ਮੰਤਰੀ ਹੈ ਤਾਂ ਕਿਸੇ ਸੂਬੇ ਦਾ, ਉਹ ਕਿਸੇ ਇੱਕ ਪਾਰਟੀ ਦਾ ਨਹੀਂ। ਇਸੇ ਤਰੀਕੇ ਨਾਲ ਕੋਈ ਅਫਸਰ ਹੈ ਤਾਂ ਉਹ ਸਰਕਾਰ ਲਗਾ ਰਹੀ ਹੈ, ਉਹ ਅਫਸਰ ਕੋਈ ਪਾਰਟੀ ਨਹੀਂ ਲਗਾ ਰਹੀ ਕਿ ਕਾਂਗਰਸ ਨਹੀਂ ਲਗਾਉਂਦੀ ਜਾਂ ਅਕਾਲੀ ਦਲ ਨਹੀਂ ਲਗਾ ਰਹੀ। ਜੇ ਉਹ ਸੱਤਾ ਦੇ ਵਿੱਚ ਹੈ ਤਾਂ ਉਹ ਸਰਕਾਰ ਲਗਾਉਂਦੀ ਹੈ। ਇਸ ਦੇ ਉੱਤੇ ਇਤਰਾਜ਼ ਹੈ, ਜੇਕਰ ਤੁਸੀਂ ਆਪਣਾ ਪੱਖ ਰੱਖ ਸਕੋ। ਗੌਰਵ ਜੀ, ਜੇ ਤਾਂ ਚੀਮਾ ਸਾਹਿਬ ਨੇ ਗੱਲ ਸੁਣਨੀ ਹੈ ਫਿਰ ਤਾਂ ਮੈਂ ਗੱਲ ਕਰੂੰਗਾ, ਨਹੀਂ ਤਾਂ ਇਹਨਾਂ ਨੂੰ ਆਪਣੀ ਗੱਲ ਪੂਰੀ ਕਰਕੇ ਇਹਨਾਂ ਨੂੰ ਹਾਸ਼ੀਏ ਤੋਂ ਹਟਾਓ, ਫਿਰ ਮੈਂ ਗੱਲ ਦੱਸਾਂਗਾ। ਇਹਨਾਂ ਨੂੰ ਮੈਂ ਤਾਂ ਹੈਰਾਨ ਆ ਨਹੀਂ ਤੁਸੀਂ ਕਰੋ ਨਾ ਕੰਪਲੀਟ ਸਰ, ਕੋਈ ਗੱਲ ਨਹੀਂ। ਇਹੋ ਜੀ ਭਾਸ਼ਾ ਵਰਤਦੇ ਨੇ ਜਿਹੜੀ ਨਹੀਂ ਸੁਣੀ ਜਾ ਸਕਦੀ। ਇਹੋ ਜੀ ਭਾਸ਼ਾ ਯਾਰ ਚੀਮਾ ਸਾਹਿਬ ਤੁਹਾਡੇ ਵਰਗਾ ਬੰਦਾ ਕਰੇ ਤਾਂ ਮਾੜੀ ਗੱਲ ਹੈ। ਇਹੀ ਬੇਨਤੀ ਕਰਦਾ ਕਿ ਜੇ ਤਾਂ ਜਵਾਬ ਹੈਗਾ ਤੇ ਮੈਂ ਵੇਟ ਕਰਾਂ। 100% ਜਵਾਬ ਹੈ। ਸੁਣੋ ਹੁਣ ਵਿੱਚ ਬੋਲਿਓ ਨਾ, ਹੁਣ ਵਿੱਚ ਬੋਲਿਓ ਨਾ, ਸੁਣ ਲਓ ਮੇਰੀ ਗੱਲ, ਹੁਣ ਵਿੱਚ ਬੋਲਿਓ ਨਾ। ਤੁਹਾਡੇ ਸਮੇਂ ਜਿਹੜੀ ਇਨਕੁਆਇਰੀ ਹੋਈ, ਦੇ ਦਿਓ ਇੱਕ ਗੱਲ, ਇੱਕ ਲਾਈਨ ਦਾ। ਤੁਹਾਡੀ ਸਰਕਾਰ ਵਿੱਚ ਮੈਨੂੰ ਦੱਸੋ ਇੱਕ ਮਿੰਟ, ਜਵਾਬ ਤਾਂ ਦੇ ਦਿਓ। ਪੋਸਟਿੰਗ ਕੌਣ ਕਰਦਾ? ਅਫਸਰਾਂ ਦੀ ਸਰਕਾਰ ਕਰਦੀ ਹੈ। ਤੁਹਾਡੇ ਵੇਲੇ ਤੁਸੀਂ ਕਰਦੇ ਸੀਗੇ। ਕਿਹੜੀ ਪਾਰਟੀ ਦੇ ਅਫਸਰ ਸੀ? ਤੁਸੀਂ ਨੌਕਰੀ ਕੀਤੀ ਹੈ? ਕਿਹੜੀ ਪਾਰਟੀ ਦੇ? ਚੀਮਾ ਸਾਹਿਬ ਕਿਉਂ ਇਹੋ ਜਿਹਾ ਕਰਦੇ ਹੋ? ਸਾਰੀ ਦੁਨੀਆ ਜਿਹੜੇ ਲੋਕਾਂ ਨੂੰ ਨਾ ਸਵਾਲ ਦਾ ਜਵਾਬ ਪਤਾ ਹੋਵੇ ਨਾ, ਤੁਸੀਂ ਉਹਨੂੰ ਝੁਠਲਾ ਨਹੀਂ ਸਕਦੇ। ਮੈਂ ਤਾਂ ਹੀ ਜਵਾਬ ਪੁੱਛਦਾ ਕਿ ਸਿਆਣਾ ਅਫਸਰ ਬੋਲ ਰਿਹਾ। ਜਿਹੜੀ ਬਿਊਰੋਕ੍ਰੇਸੀ ਹੈ, ਜਿੰਨੇ ਮੁਲਾਜ਼ਮ ਹੈ ਉਹ ਸਰਕਾਰ ਦੇ ਮੁਲਾਜ਼ਮ ਹੁੰਦੇ ਆ। ਤੁਸੀਂ ਕਿਉਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਲਿਸ ਸੀ, ਤੁਸੀਂ ਕਿਉਂ ਲਫ਼ਜ਼ ਯੂਜ਼ ਕੀਤਾ? ਕਿਉਂ ਨਾ ਯੂਜ਼ ਕਰਾਂ? ਲਫ਼ਜ਼ ਵਾਪਸ ਤੁਸੀਂ ਆਪਣੀ ਇਨਕੁਆਇਰੀ ਕਰਾਈ। ਮੈਂ ਇਹੀ ਕਹਿੰਦਾ ਆਪਣਾ ਲਫ਼ਜ਼ ਵਾਪਸ ਲਓ। ਤੁਸੀਂ ਜੋਰਾ ਸਿੰਘ ਨਾ ਕਰੋ, ਬਿਲਕੁਲ ਵਾਪਸ ਨਹੀਂ ਲਊਂਗਾ ਮੈਂ, ਕੋਈ ਗਲਤ ਨਹੀਂ ਕਿਹਾ। ਵਾਪਸ ਲਊਂਗਾ ਫਿਰ ਤੁਸੀਂ ਕਿਹੜੀ ਪਾਰਟੀ ਦੇ ਅਫਸਰ ਸੀ ਮੈਨੂੰ ਦੱਸੋ। ਮੈਂ ਕੋਈ ਗੱਲ ਨਹੀਂ ਕੀਤੀ। ਪਾਰਟੀ ਦੇ ਅਫਸਰ ਸੀ ਮੈਨੂੰ ਦੱਸੋ। ਓ ਯਾਰ ਮੇਰੀ ਗੱਲ ਪੋਸਟਿੰਗ ਗਲਤ ਕੰਮ ਕਿਉਂ ਹੈ? ਤੁਸੀਂ ਕੰਮ ਨਹੀਂ ਕਰਵਾਉਂਦੇ, ਤੁਸੀਂ ਅਫਸਰਾਂ ਨੂੰ ਫੋਨ ਨਹੀਂ ਕਰਦੇ। ਤੁਸੀਂ ਐਜੂਕੇਸ਼ਨ ਮਿਨਿਸਟਰ ਸੀ, ਤੁਸੀਂ ਡੀਓ ਨੂੰ ਫੋਨ ਨਹੀਂ ਸੀ ਕਰਦੇ। ਤੁਸੀਂ ਆਪਣਾ ਮੁਲਾਜ਼ਮਾਂ ਦੀਆਂ ਬਦਲੀਆਂ ਨਹੀਂ ਸੀ ਕਰਦੇ ਸੀ। ਤੁਹਾਡਾ ਹੁਣ ਰਾਈਟ ਹੈ ਬਤੌਰ ਐਮਐਲਏ ਕੰਮ ਕਰਨਾ, ਕਰੋ। ਕੌਣ ਰੋਕਦਾ? ਚੀਮਾ ਸਾਹਿਬ ਸਾਰੇ ਲੋਕ ਤੁਹਾਨੂੰ ਕੌਣ ਰੋਕਦਾ? ਗਲਤ ਗੱਲ ਬੋਲੋ। ਅਧਿਕਾਰ ਹੈ ਤੁਹਾਡੇ ਮੰਤਰੀ ਸਾਹਿਬ ਦਾ, ਉਹੀ ਅਧਿਕਾਰ ਹੈ ਜੋ ਮੇਰਾ। ਤੁਸੀਂ ਜੋ ਕੁਝ ਕੀਤਾ ਲੋਕਾਂ ਨੂੰ ਪਤਾ। ਮੈਂ ਜੋ ਕੁਝ ਕੀਤਾ ਸੀ, ਮੈਨੂੰ ਇਸ ਗੱਲ ਦਾ ਜਵਾਬ ਦਿਓ। ਸਮਝ ਗਏ ਨਾ? ਤੁਸੀਂ ਤਾਂ ਕਹਿੰਦੇ ਨੂੰ ਪਤਾ ਹੈ ਤੇ 2 ਮਿੰਟ ਪਹਿਲਾਂ ਤੁਸੀਂ ਕੀ ਭਾਸ਼ਾ ਦਿੱਤੀ ਵਰਤੀ ਸੀ ਜੀ? ਜੇ ਅਫਸਰ ਕੋਈ ਜਵਾਬ ਦੇਣ ਨੂੰ ਨਹੀਂ ਹੈ ਤੇਰਾ ਕਦਮ ਤੇ ਜੋ ਮਰਜ਼ੀ ਕਹੀ ਜਾਓ। ਚਲੋ ਮੈਨੂੰ ਇੱਕ ਗੱਲ ਦੱਸੋ, ਐਮਐਲਏ ਬਣ ਕੇ ਤੁਹਾਨੂੰ ਇਸ ਗੱਲ ਦਾ ਜਵਾਬ ਦਿਓ ਚੀਮਾ ਸਾਹਿਬ। ਇਸ ਗੱਲ ਦਾ ਜਵਾਬ ਨਹੀਂ, ਫਿਰ ਆਪਣੇ ਜਿਹੜੇ ਬਦਲ ਕਰਨ ਵਾਲੇ ਬੰਦੇ ਸੀਗੇ ਉਹ ਕਿਉਂ ਨਹੀਂ ਫੜੇ ਤੁਸੀਂ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ? ਕਿੱਥੇ ਗੱਲ ਕੀਤੀ? ਦੱਸੋ ਦੁਬਾਰਾ ਰਿਪੀਟ ਕਰੋ, ਕੁਐਸਚਨ ਰਿਪੀਟ ਕਰੋ, ਮੈਂ ਜਵਾਬ ਦਊਂਗਾ। ਜਿਹੜੇ ਤੁਸੀਂ ਇਨਕੁਆਇਰੀ ਕਰਾਈ ਖਟੜਾ ਸਾਹਿਬ ਦੀ ਬਣਾਈ, ਜੋਰਾ ਸਿੰਘ ਕਮਿਸ਼ਨ 1.25 ਸਾਲ, ਤੁਸੀਂ 14/10/2015 ਨੂੰ FIR ਦਰਜ ਹੋਈ। ਉਸ ਤੋਂ 3 ਦਿਨ ਬਾਅਦ ਤੁਸੀਂ ਇੱਕ ਹੋਰ FIR ਦਰਜ ਕੀਤੀ, ਸ਼ਾਇਦ 18/10 ਨੂੰ। ਉਹਦਾ ਤੁਸੀਂ ਕੀ ਕੀਤਾ? ਉਹਦੇ 'ਚ 9 ਅਫਸਰ ਅਸੀਂ ਨਾਮਜ਼ਦ ਕੀਤੇ, ਜਿਹਦੇ 'ਚੋਂ 6 ਆ ਕੇ ਤੁਸੀਂ ਇਨਕੁਆਇਰੀ ਕਰਕੇ ਕੱਢੇ।
ਤੁਸੀਂ ਪੜ੍ਹੀ ਕਦੀ ਰਿਪੋਰਟ? ਚਲੋ ਚੀਮਾ ਸਾਹਿਬ, ਉਹਦੇ ਚ ਚੀਮਾ 9 ਸਾਹਿਬ ਅਫਸਰ ਅਸੀਂ ਸਾਰਿਆਂ ਨੂੰ ਨਾਮਜ਼ਦ ਪਤਾ ਕੀਤੇ, ਉਹਦੇ ਚ 6 ਕਾਂਗਰਸ ਪਾਰਟੀ ਨੇ ਕੱਟੇ, ਕਿਉਂ ਕੱਟੇ ਦੱਸੋ? ਤੁਸੀਂ ਇੱਥੇ ਗਲਤ ਤੱਥ ਪੇਸ਼ ਦੱਸੋ ਕਰ 6 ਰਹੇ ਹੋ। ਅਫਸਰ ਉਹਦੇ ਵਿੱਚੋਂ ਕਿਉਂ ਕੱਟੇ? ਹੁਣ ਗੱਲ ਤਾਂ ਫਿਰ ਭੱਜਦਾ ਕਿਉਂ? ਜੇ ਪੜਿਆ ਨਹੀਂ ਤਾਂ ਪੜ੍ਹ ਕੇ ਆਇਆ ਕਰੋ। ਪਤਾ ਹੈ, ਸਾਰੇ ਪੜ੍ਹਿਆ ਪੰਜਾਬ ਦੇ ਨਹੀਂ ਤਾਂ ਲੋਕਾਂ ਪੜ੍ਹ ਨੂੰ ਕੇ ਆਇਆ ਕਰੋ ਪਤਾ ਰਿਪੋਰਟਾਂ। ਹੈ, ਸੰਸਾਰ ਦੇ ਲੋਕਾਂ ਨੂੰ ਪਤਾ ਤੁਸੀਂ ਕੀ ਬਾਈਬਲ ਕੀਤਾ। ਕਲਾਂ ਦੇ ਵਿੱਚ ਸੋਤਾ ਸਾਹਿਬ ਦੀ ਐਸਐਚਟੀ ਨੇ 9 ਬੰਦੇ ਨਾਮਜ਼ਦ ਕੀਤੇ ਅਫਸਰ, 6 ਤੁਹਾਡੀ ਸਰਕਾਰ ਨੇ ਆ ਕੇ ਕੱਢ ਦਿੱਤੇ। ਦੱਸੋ ਕਿਉਂ ਕੱਢੇ? ਝੂਠ ਕਿਉਂ ਬੋਲਦੇ ਹੋ ਆ ਕੇ ਸਿਰ ਤੇ? ਐਸਆਈਟੀ ਨੇ ਕੀ ਕੀਤਾ ਮੈਨੂੰ ਦੱਸੋ ਇੱਕ ਮਿੰਟ। ਤੁਸੀਂ ਕੀਤੇ 302 ਦਾ ਪਰਚਾ ਦਰਜ ਕੀਤਾ, ਤੁਹਾਡੀ ਸਰਕਾਰ ਨੇ ਆ ਕੇ 6 ਬੰਦੇ ਕੱਢੇ। ਕਿਹਦੇ ਕਹਿਣ ਤੇ ਕੱਢੇ? ਕਿਹੜੇ ਮੰਤਰੀ ਦੇ ਕਹਿਣ ਤੇ ਕੱਢੇ? ਦੱਸੋ ਚੀਮਾ ਸਾਹਿਬ, ਲੋਕਾਂ ਨੂੰ ਰਿਜ਼ਲਟ ਦੱਸ ਦਿਓ। ਤੁਸੀਂ 1.5 ਸਾਲ ਪਹਿਲਾਂ ਕੀ ਪੜ੍ਹ ਕੀਤਾ? ਲਿਆ ਕਰੋ ਰਿਪੋਰਟਾਂ ਕੀ ਹੈਗੀਆਂ। ਝੂਠ ਮਾਰਨ ਵਾਸਤੇ ਸਵੇਰੇ ਉੱਠ ਕੇ ਨਾ ਨਹੀਂ ਨਹੀਂ, ਚਲੋ ਰਿਜ਼ਲਟ ਦੱਸ ਦਿਓ ਲੋਕਾਂ ਨੂੰ। ਤੁਸੀਂ 14 10 2015 ਤੋਂ ਬਾਅਦ ਕੀ ਹੋਈ ਹੈ? ਲੋਕਾਂ ਨੂੰ ਦੱਸੋ ਚੀਮਾ ਸਾਹਿਬ, ਲੋਕਾਂ ਨੂੰ ਦੱਸੋ ਕਿ 14 10 ਮੈਂ ਤਾਂ ਦੱਸ ਰਿਹਾ, ਤੁਸੀਂ ਝੂਠ ਮਾਰਨਾ ਬੰਦ ਕਰੋਗੇ ਤੇ ਤਾਂ ਲੋਕਾਂ ਨੂੰ ਸਮਝ ਆਏਗੀ। ਤੁਹਾਨੂੰ ਹੀ ਨਹੀਂ ਪਤਾ ਵੀ ਉੱਥੇ ਕਿੰਨੇ ਬੰਦੇ ਨਾਮਜ਼ਦ ਕੀਤੇ ਸੀ ਐਸਐਚਟੀ ਨੇ। 14 10 2015 ਤੋਂ ਬਾਅਦ ਤੁਸੀਂ ਕੀ ਕੀਤਾ ਲੋਕਾਂ ਨੂੰ ਦੱਸੋ। ਲੋਕ ਸੁਣਨਾ ਚਾਹਣਗੇ ਤੁਹਾਡੇ ਬਹੁਤ ਹੀ ਮੈਂ ਸੁਣਾਵਾਂ ਫਿਰ ਸਾਰੀ ਰਿਪੋਰਟ ਸ਼ੁਰੂ ਤੋਂ ਲੈ ਕੇ ਕਿੱਥੇ ਕਿੱਥੇ ਕੀ ਕਰਤੂਤ ਹੋਈ। ਦੱਸੋ ਨਾ ਤੁਸੀਂ। ਕਿੱਥੇ ਮੰਤਰੀ ਨੇ ਇੰਟਰਫੇਅਰ ਕੀਤਾ? ਤੁਸੀਂ ਕੀ ਕੀਤਾ? ਕਿੱਥੇ ਮੰਤਰੀਆਂ ਨੇ ਇੰਟਰਫੇਅਰ ਕੀਤਾ? ਤੁਸੀਂ ਦੱਸੋ ਨਾ। ਫਸੀ ਰਹਿ ਗਈ ਚੀਮਾ ਵੱਡੀ ਹਾਈ ਕੋਰਟ ਦੀ ਜੱਜਮੈਂਟ ਆਈ ਉਹਦੇ ਚ। ਚੀਮਾ ਸਾਹਿਬ, ਤੁਸੀਂ ਇਹ ਦੱਸੋ ਕਿ 14 10 ਮੈਨੂੰ ਇਹ ਦੱਸੋ ਕਿ ਲੋਕੀ ਮਰ ਰਹੇ ਆ, ਤੁਸੀਂ ਕੀ ਕੀਤਾ? ਲੋਕਾਂ ਨੂੰ ਆਕਸੀਜਨ ਨਹੀਂ ਮਿਲ ਰਹੀ, ਲੋਕਾਂ ਨੂੰ ਬੈੱਡ ਨਹੀਂ ਮਿਲ ਰਿਹਾ, ਲੋਕਾਂ ਨੂੰ ਸ਼ਮਸ਼ਾਨ ਘਾਟ ਤੇ ਥਾਂ ਨਹੀਂ ਮਿਲ ਰਹੀ। ਤੁਹਾਨੂੰ ਆਪਣੀ ਸੱਤਾ ਤੋਂ ਲਾਏ ਹੋਰ ਕਿਸੇ ਗੱਲ ਦੀ ਚਿੰਤਾ ਹੈ ਕਿ ਨਹੀਂ ਹੈ? ਮੈਨੂੰ ਦੱਸੋ। ਲੋਕਾਂ ਦਾ ਡਾਕਟਰ ਸਾਹਿਬ, ਤੁਸੀਂ ਬਾਈ ਪ੍ਰੋਫੈਸ਼ਨ ਤੁਸੀਂ ਮੈਨੂੰ ਦੱਸੋ। ਤੁਸੀਂ ਸਾਰੇ ਅੰਦਰ ਜਾ ਕੇ ਮਿਸਟਰੀਆਂ ਮੰਗਦੇ ਸੀ, ਉਦੋਂ ਤੁਹਾਨੂੰ ਚੇਤਾ ਨਹੀਂ ਆਇਆ ਵੀ ਤੁਸੀਂ ਦੱਸੋ। ਤੁਸੀਂ ਕਦੇ ਦੇਖਣ ਗਏ ਹੋ? ਲਾਲਚ ਦੇਈ ਜਾਂਦੇ ਸੀ ਡਿਪਟੀ ਸੀਐਮ ਦਾ, ਉਦੋਂ ਤੁਹਾਨੂੰ ਚੇਤਾ ਨਹੀਂ ਸੀ ਆਇਆ ਕਿ ਉਹਦੇ ਵਿਰੁੱਧ ਆਵਾਜ਼ ਉਠਾਉਣੀ ਹੈ। ਜਿੱਦਣ ਗੱਲ ਟੁੱਟ ਗਈ ਬੜੇ ਸਿਆਣੇ ਨਹੀਂ ਚਿਤਾਉਣੀ। ਤੁਹਾਡਾ ਇਹ ਭਾਸ਼ਣ ਨਹੀਂ ਕੋਈ ਸੁਣਦਾ। ਤੁਹਾਡਾ ਕੋਈ ਭਾਸ਼ਣ ਨਹੀਂ ਸੁਣਦਾ। ਭਾਸ਼ਣ ਸੁਣਨ ਲਾਇਕ ਹੈ, ਸੁਣ ਲੋਗੇ ਤਾਂ ਨਹੀਂ। ਚਲੋ ਵੈਦ ਸਾਹਿਬ, ਇੱਕ ਕਰਕੇ ਆਪਾਂ ਜਵਾਬ ਦੇ ਦਿਓ, ਬਹੁਤ ਸਮਾਂ ਹੋ ਗਿਆ। ਪੂਰਾ ਪੰਜਾਬ ਇਸ ਸਮੇਂ ਸੁਣ ਰਿਹਾ ਤੁਹਾਨੂੰ, ਇਸ ਕਰਕੇ ਬੜੀ ਗੱਲ ਕਰਨ ਤੋਂ ਪਹਿਲਾਂ ਗੌਰਵ ਜੀ, ਚੀਮਾ ਸਾਹਿਬ ਨੂੰ ਜਾਂ ਤਾਂ ਪੈਨਲ ਤੋਂ ਹਟਾ ਦਿਓ। ਉਹਦੇ ਤਿਆਰ ਹੋ ਕੇ ਆਇਆ ਕਰਨ ਜੇ ਗੱਲ ਕਰਨੀ। ਚੀਮਾ ਸਾਹਿਬ ਨੂੰ ਜਾਂ ਤਾਂ ਪੈਨਲ ਤੋਂ ਹਟਾ ਦਿਓ। ਇਹਨਾਂ ਨੂੰ ਜੇ ਇਹਨਾਂ ਨੇ ਇੱਕ ਭਾਸ਼ਾ ਨਹੀਂ ਵਰਤਣੀ, ਇਹਨਾਂ ਨੂੰ ਇਹ ਨਹੀਂ ਸਲੀਕਾ ਕਿਸ ਤਰ੍ਹਾਂ ਗੱਲ ਕਰੀਦੀ ਹੈ। ਨਹੀਂ ਦੇਖੋ ਸਰ, ਸਾਡੀ ਤਾਂ ਜ਼ਿੰਮੇਵਾਰੀ ਹੈ ਵੈਦ ਸਾਹਿਬ, ਅਸੀਂ ਤਾਂ ਦੋਵੇਂ ਧਿਰਾਂ ਨੂੰ ਦਿਖਾਈਏ। ਜਿਨ੍ਹਾਂ ਤੇ ਇਲਜ਼ਾਮ ਹੈ, ਜਿਨ੍ਹਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ, ਸਭ ਨੂੰ ਅਸੀਂ ਦਿਖਾਈਏ ਤੇ ਉਹਨਾਂ ਦੀ ਗੱਲ ਰੱਖੀਏ। ਇਹ ਸੁਣਦੇ ਹੀ ਨਹੀਂ, ਇਹ ਤਾਂ ਵਿੱਚ ਬੋਲਦੇ ਨੇ ਹਰ ਗੱਲ ਦੇ। ਤੁਸੀਂ ਐਸਆਈਟੀ ਦੀ ਗੱਲ ਕੀਤੀ, ਮੈਂ ਤੁਹਾਨੂੰ ਕਿਹਾ 9 ਚੋਂ 6 ਅਫਸਰ ਕੱਢੇ ਆ, ਦੱਸੋ ਕਿਉਂ ਕੱਢੇ? ਦੱਸੋ ਨਾ। ਚੀਮਾ ਸਾਹਿਬ, ਸਾਰੇ ਦੁਨੀਆ ਨੂੰ ਪਤਾ ਹੈ। ਜੇ ਵੈਦ ਸਾਹਿਬ ਜਾਣਕਾਰੀ ਹੈਗੀ ਹੈ ਤਾਂ ਦੱਸ ਦਿਓ, ਕਿਉਂਕਿ ਲਗਾਤਾਰ ਇਹ ਇਲਜ਼ਾਮ ਲੱਗਦੇ ਨੇ ਕਿ ਕਿਸੇ ਅਫਸਰ ਨੂੰ ਨਾਮਜ਼ਦ ਹੀ ਨਹੀਂ ਕੀਤਾ ਅਕਾਲੀ ਦਲ ਦੀ ਸਰਕਾਰ ਦੇ ਸਮੇਂ। ਉਹ ਕਹਿੰਦੇ ਕਿ ਅਸੀਂ 9 ਅਫਸਰਾਂ ਨੂੰ ਨਾਮਜ਼ਦ ਕੀਤਾ, 6 ਤੁਸੀਂ ਕੱਢ ਦਿੱਤੇ ਉਹਨਾਂ ਵਿੱਚ। ਤੁਸੀਂ 6 ਵਿੱਚੋਂ ਕੱਢ ਦਿੱਤੇ, ਦੱਸੋ ਕਿਉਂ ਕੱਢੇ? ਜੇ ਨਹੀਂ ਹੈ ਤਾਂ ਘਰ ਜਾ ਕੇ ਪੜ੍ਹ ਲਿਓ। ਵੈਦ ਸਾਹਿਬ ਕੱਲ ਆ ਜਾਓ। ਦੇਖੋ ਗੌਰਵ ਜੀ, ਮੈਂ ਜਵਾਬ ਤਾਂ ਦਊਂਗਾ ਜੇ ਚੀਮਾ ਸਾਹਿਬ ਇੰਟਰਫੀਅਰ ਨਹੀਂ ਕਰਨਗੇ। ਇਹ ਜਵਾਬ ਇਸ ਕਰਕੇ ਨਹੀਂ ਲੈਂਦੇ ਵਿੱਚ। ਚਲੋ ਠੀਕ ਹੈ, ਤੁਸੀਂ ਜਵਾਬ ਦੇ ਦਿਓ, ਸਾਡੀ ਗੱਲ ਨਾ ਪਹੁੰਚੇ ਜੀ। ਚੀਮਾ ਸਾਹਿਬ, ਮੈਂ ਤੁਸੀਂ ਬੜੇ ਸਿਆਣੇ ਬੰਦੇ ਹੋ। 14 10 2015 ਦੀ FIR ਪੜ੍ਹ ਲਓ। 18 10 18 15 ਦੀ FIR ਤੁਹਾਨੂੰ ਵੀ ਪਤਾ ਹੈ, ਠੀਕ ਹੈ? ਤੁਸੀਂ ਸੁਣ ਤਾਂ ਲਓ। ਚੀਮਾ ਸਾਹਿਬ ਫਿਰ ਵਿੱਚ ਬੋਲੀ ਜਾਂਦੇ ਹੋ। ਮੈਨੂੰ 1 ਮਿੰਟ ਗੱਲ ਸੁਣ ਲਓ ਨਾ, ਮੈਂ ਤੁਹਾਨੂੰ ਕਲੀਅਰ ਕਰ ਦਿਆਂ। ਚੀਮਾ ਸਾਹਿਬ 20 ਸੈਕਿੰਡ ਦੇ ਦਿਓ ਉਹਨਾਂ ਨੂੰ, ਗੱਲ ਕੰਪਲੀਟ ਕਰ ਲੈਣ ਦਿਓ ਇੱਕ ਵਾਰੀ। ਤੁਸੀਂ ਜਿਹੜੀ ਗੱਲ ਕਰ ਰਹੇ ਹੋ ਉਹਨਾਂ ਨੂੰ ਪੱਖ ਰੱਖ ਲੈਣ ਦਿਓ ਇੱਕ ਵਾਰੀ। ਚੀਮਾ ਜੀ ਇੱਕ ਗੱਲ ਦਾ ਜਵਾਬ ਦੇ ਦਿਓ। ਜੀ ਆਪਾਂ ਜਵਾਬ ਹੀ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹਨਾਂ ਤੋਂ। ਮੇਰਾ ਇੱਕ ਸਵਾਲ ਹੈ ਗੌਰਵ ਜੀ, ਦੱਸਾਂ? ਗੌਰਵ ਜੀ, ਵੈਦ ਸਾਹਿਬ ਜੀ ਗੌਰਵ ਜੀ, ਚੀਮਾ ਸਾਹਿਬ ਨੂੰ ਇੱਕ ਪੁੱਛ ਲਓ। ਸਵਾਲ ਲੈ ਕੇ ਆ ਜਾਂਦੇ ਆ। ਸੁਣੋ ਗੌਰਵ ਜੀ, ਇੱਕ ਸਵਾਲ ਪੁੱਛ ਲਓ ਚੀਮਾ ਸਾਹਿਬ ਨੂੰ ਕਿ ਇਹ ਜਿਹੜਾ ਘਟਨਾਕ੍ਰਮ 2015 ਚ ਵਾਪਰਿਆ, ਇਹਦੇ ਅਕਿਊਜ਼ਡ ਕੌਣ ਨੇ? ਪੁੱਛੋ ਵੀ ਇਹ ਕਿਹਨਾਂ ਨੇ ਕੀਤਾ। ਠੀਕ ਹੈ, ਇਹਨਾਂ ਨੂੰ ਬਸ ਇੰਨਾ ਹੀ ਪੁੱਛ ਲਓ। ਨਾਮ ਦੱਸ ਦਿਓ ਮੈਨੂੰ ਜਿਹੜੇ ਅਕਿਊਜ਼ਡ ਨੇ। ਨਹੀਂ, ਕਿਹੜੀ ਇੰਸੀਡੈਂਟ ਦੀ ਗੱਲ ਕਰ ਰਹੇ ਹੋ? ਲੋਕ ਸਾਰੀ ਜਾਣਨਾ ਚਾਹੁੰਦੇ ਨੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਉਸ ਤੋਂ ਬਾਅਦ ਬਾਈਬਲ ਕਲਾਂ, ਕੋਟਕਪੂਰਾ, ਇਹਦੇ ਸਾਰੇ ਦੱਸ ਦਿਓ। ਕਿਹੜੀ ਗੱਲ ਕਰਦੇ ਹੋ? ਬਾਈਬਲ ਕਲਾਂ ਜਿਹੜੀ ਕੋਟਕਪੂਰੇ ਦੀ ਤੁਹਾਡੀ ਸਾਰੀ ਇਨਵੈਸਟੀਗੇਸ਼ਨ ਹਾਈ ਕੋਰਟ ਨੇ ਰੱਦ ਕਰ ਦਿੱਤੀ। ਮੈਂ ਤੁਹਾਨੂੰ ਪੁੱਛ ਰਿਹਾ ਅਕਿਊਜ਼ਡ ਕੌਣ ਨੇ? ਪਹਿਲਾਂ ਦੱਸੋ, ਗੁਨਾਹਗਾਰ ਦੱਸੋ ਕੌਣ ਹੈ? ਜਿਹੜੀ ਬਾਈਬਲ ਕਲਾਂ ਦੀ ਸੀ 9 ਬੰਦੇ ਨਾਮਜ਼ਦ ਸੀ, 6 ਤੁਹਾਡੀ ਸਰਕਾਰ ਨੇ ਛੱਡ ਦਿੱਤੇ। ਜਿਹੜੀ ਗੁਰੂ ਗ੍ਰੰਥ ਸਾਹਿਬ ਵਾਲੀ ਜੱਦੀ ਸੀ, ਉਹ ਸਵਾਲ ਦਾ ਜਵਾਬ ਦੇ ਦਿਓ। ਜਿਹੜੀ ਸੀਬੀਆਈ ਕੋਲ ਇਨਵੈਸਟੀਗੇਸ਼ਨ ਤੁਹਾਡੇ ਕੋਲ ਆ ਰਹੀ ਹੈ। ਕੌਣ ਨੇ?
ਉਹਦੀ ਸਿੱਟ ਜਿਹੜੀ ਹੈ, ਜਿਹੜੀ ਇਨਵੈਸਟੀਗੇਸ਼ਨ ਜਿਹੜੀ ਛੱਡ ਦਿਓ ਸਿੱਟ ਚੀਮਾ ਸਾਹਿਬ, ਸਿੱਟ ਤੋਂ ਕੀ ਲੈਣਾ ਮੈਨੂੰ ਜਵਾਬ ਸੁਣ ਲਓ, ਜਵਾਬ ਦਿੱਤਾ ਪਿਆ ਮੈਂ, ਜਵਾਬ ਦਿੰਦਾ ਪਿਆ ਤਿੰਨਾਂ ਦਾ। ਤੁਹਾਨੂੰ ਨਹੀਂ ਕੱਖ ਪਤਾ ਨਾ, ਸੁਣ ਲਓ। ਉਹ ਸੀਬੀਆਈ ਦੀ ਇਨਕੁਆਇਰੀ ਤੁਹਾਡੇ ਕੋਲ ਆ ਚੁੱਕੀ ਹੈ। ਉਹਦੀ ਖੱਟੜਾ ਸਾਹਿਬ ਦੀ ਸਿੱਟ ਹਾਈ ਕੋਰਟ ਨੇ ਚੇਂਜ ਕੀਤੀ ਸੀ। ਤੁਹਾਡੀ ਸਰਕਾਰ ਨੇ ਬੇਈਮਾਨੀ ਕਰਕੇ ਉਹਨੂੰ ਸੁਪਰੀਮ ਤੁਸੀਂ ਕੋਰਟ ਚ ਸਾਨੂੰ ਚੈਲੰਜ ਨਹੀਂ ਦੱਸ ਕੀਤਾ। ਦਿਓ ਨਾ ਵੀ ਅਕਿਊਜ਼ਡ ਕੌਣ ਨੇ। ਤੁਹਾਡੀ ਸਰਕਾਰ ਨੇ ਚੈਲੰਜ ਨਹੀਂ ਕੀਤਾ। ਇਨਕੁਆਇਰੀ ਤੁਹਾਡੇ ਕੋਲ ਆ, ਆਈਜੀ ਪ੍ਰਤਾਪ ਸਾਹਿਬ ਕਰ ਰਹੇ ਆ, ਦੱਸੋ ਕੌਣ ਆ? 1.5 ਸਾਲ ਤੁਹਾਡੀ ਸਰਕਾਰ ਰਹੀ ਹੈ, ਦੱਸੋ ਕੌਣ ਆ? ਲੋਕਾਂ ਨੂੰ ਆਈਜੀ ਤੇ ਲੋਕ ਪੁੱਛਣਗੇ ਤੁਹਾਨੂੰ। ਇਨਕੁਆਇਰੀ ਕਰ ਰਹੇ ਆ, ਦੱਸੋ, ਜਵਾਬ ਦਿਓ। ਤੁਸੀਂ ਦੱਸੋ ਨਾ ਜੀ ਤੁਸੀਂ ਦੱਸੋ ਅਕਿਊਜ਼ਡ ਸਰਕਾਰ, ਕੌਣ ਨੇ। ਤੁਸੀਂ ਹੋ ਕਿ ਸੀ ਆ? ਠੀਕ ਹੈ, ਤੁਹਾਡੀ ਸਰਕਾਰ ਸੀ ਚਲੋ। 1.5 ਸਾਲ ਦੱਸ ਚਲੋ, ਦਿਓ ਨਹੀਂ, ਮੈਨੂੰ ਲੱਗਦਾ ਕਿ ਕਾਫੀ ਤਫਸੀਲ ਦੇ ਵਿੱਚ ਗੱਲ ਹੋ ਗਈ ਹੈ। ਮੈਂ ਮਾਫੀ ਚਾਹਣਾ ਕਿ ਮੈਂ ਵਿਚਾਲੇ ਰੋਕ ਰਿਹਾ ਤੁਹਾਨੂੰ ਦੋਵਾਂ ਨੂੰ। ਚੀਮਾ ਜੀ, ਵੈਦ ਸਾਹਿਬ, ਮੈਂ ਮਾਫੀ ਚਾਹੁੰਦਾ ਕਿ ਵਿਚਾਲੇ ਰੋਕ ਰਿਹਾ ਆਪਾਂ ਨੂੰ, ਕਿਉਂਕਿ ਇਹ ਜਿਹੜੀਆਂ ਬਹਿਸ ਹੁੰਦੀਆਂ ਉਹ ਕਿਸੇ ਇੱਕ ਪੁਆਇੰਟ ਦੇ ਉੱਤੇ ਤਾਂ ਨਹੀਂ ਪਹੁੰਚਣਗੀਆਂ ਕਿ ਇੱਕ ਧਿਰ ਜਾਂ ਦੂਜੀ ਧਿਰ ਕਵੇ ਕਿ ਹਾਂ ਠੀਕ ਹੈ, ਜੋ ਤੁਸੀਂ ਕਹਿ ਰਹੇ ਹੋ ਠੀਕ ਹੈ ਜਾਂ ਗਲਤ ਹੈ। ਚਲੋ, ਮੈਨੂੰ ਵਿਚਾਲੇ ਰੋਕਣਾ ਹੋਏਗਾ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਚੀਮਾ ਸਾਹਿਬ ਤੁਹਾਡਾ ਵੀ, ਵੈਦ ਸਾਹਿਬ ਤੁਹਾਡਾ ਵੀ ਧੰਨਵਾਦ। ਪਰ ਉਮੀਦ ਕਰਾਂਗੇ, ਪਰ ਵੈਦ ਸਾਹਿਬ ਜੋ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਅਕਿਊਜ਼ ਕੌਣ ਹੈ, ਦੱਸੋ। ਦੇਖੋ 4.5 ਸਾਲ ਤੋਂ ਸਰਕਾਰ ਤੁਹਾਡੀ ਹੈ, ਲੋਕ ਤੁਹਾਨੂੰ ਵੀ ਇਹੀ ਸਵਾਲ ਕਰ ਰਹੇ ਨੇ। ਕਮਿਸ਼ਨ ਬਣ ਗਏ, SITs ਬਣ ਗਈਆਂ, ਜਾਂਚ ਟੀਮਾਂ ਬਣ ਗਈਆਂ, ਤੇ ਸਵਾਲ ਤਾਂ ਘੁੰਮ ਫਿਰ ਕੇ ਉਹੀ ਖੜਾ ਹੁੰਦਾ ਕਿ ਆਖਿਰ ਕੌਣ ਇਸ ਪੂਰੇ ਮਾਮਲੇ ਦੇ ਪਿੱਛੇ ਸੀ, ਕੌਣ ਗੁਨਾਹਗਾਰ ਹੈ। ਸਿੱਖ ਸੰਗਤ ਉਹੀ ਜਾਣਨਾ ਚਾਹੁੰਦੀ ਹੈ ਕਿ ਉਹਨਾਂ ਦਾ ਪਤਾ ਲੱਗੇ ਤੇ ਇਨਸਾਫ ਮਿਲੇ ਸਿੱਖ ਸੰਗਤ ਨੂੰ, ਚਾਹੇ ਬੁਰਜ ਜਵਾਹਰ ਸਿੰਘ ਵਾਲਾ ਦਾ ਘਟਨਾਕ੍ਰਮ ਹੋਵੇ, ਬਰਗਾੜੀ ਦਾ ਹੋਵੇ, ਬਹਿਬਲ ਕਲਾਂ ਜਾਂ ਕੋਟਪੁਰਾ ਦਾ ਹੋਵੇ। ਤਾਂ ਇਹ ਜ਼ਰੂਰ ਇਸ ਸਮੇਂ ਇੱਕ ਜਾਂਚ ਦਾ ਵਿਸ਼ਾ ਹੈਗਾ ਤੇ ਨਵੀਂ SIT ਕੋਟਪੁਰਾ ਵਾਲੇ ਮਾਮਲੇ 'ਚ ਜ਼ਰੂਰ ਹੁਣ ਜਾਂਚ ਕਰ ਰਹੀ ਹੈ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਚੀਮਾ ਸਾਹਿਬ ਤੁਹਾਡਾ ਵੀ ਤੇ ਵੈਦ ਸਾਹਿਬ ਤੁਹਾਡਾ ਵੀ। ਤੇ ਇਸ ਵਿਚਾਲੇ ਸਾਡੇ ਸਹਿਯੋਗੀ ਪੰਕਜ ਕਪਾਹੀ ਸਾਡੇ ਨਾਲ ਜੁੜ ਰਹੇ ਨੇ। ਪੰਕਜ ਦੇ ਕੋਲ ਇਸ ਸਮੇਂ, ਕਿਉਂਕਿ ਜਿਹੜੀ ਕਾਂਗਰਸ ਦੇ ਵਿੱਚ ਤਰਥੱਲੀ ਮਚੀ ਹੋਈ ਹੈ, ਉਸ ਦੇ ਨਾਲ ਜੁੜੀ ਹੋਈ ਪੰਕਜ ਕਪਾਹੀ ਦੇ ਕੋਲ ਇੱਕ ਵੱਡੀ ਖਬਰ ਹੈ। ਸਿੱਧਾ ਰੁਖ ਕਰਦੇ ਹਾਂ ਪੰਕਜ ਕਪਾਹੀ ਦਾ। ਪੰਕਜ, ਪੰਕਜ ਦਾ ਰੁਖ ਕਰਦੇ ਆ। ਪੰਕਜ, ਜੇਕਰ ਮੇਰੀ ਆਵਾਜ਼ ਆ ਰਹੀ ਹੈ ਤਾਂ ਵੱਡੀ ਖਬਰ ਜਾਣਨਾ ਚਾਹਾਂਗੇ ਤੁਹਾਡੇ ਕੋਲ, ਕਾਂਗਰਸ ਦੀ ਤਰਥੱਲੀ ਨੂੰ ਲੈ ਕੇ ਕੀ ਇਸ ਸਮੇਂ ਤੁਹਾਡੇ ਕੋਲ ਜਾਣਕਾਰੀ? ਬਿਲਕੁਲ ਗੌਰਵ, ਕਾਂਗਰਸ ਦੇ ਅੰਦਰ ਜੋ ਕਾਟੋ ਕਲੇਸ਼ ਚੱਲ ਰਿਹਾ ਵਾ, ਪਹਿਲੀ ਵਾਰ ਸੂਬੇ ਦੇ ਕਾਂਗਰਸ ਦੇ ਪ੍ਰਧਾਨ ਨਿਊਜ਼ 18 ਤੇ ਬੋਲੇ ਨੇ। ਪਹਿਲਾ ਬਿਆਨ ਉਹਨਾਂ ਨੇ ਦੱਸਿਆ ਨਿਊਜ਼ 18 ਤੇ ਸੁਨੀਲ ਜਾਖੜ ਨੇ ਕਿਹਾ ਹੈ ਕਿ ਕਾਂਗਰਸ ਦੇ ਵਿੱਚ ਕਿਸੇ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਹਰ ਕਾਂਗਰਸੀ ਦੀ ਭਾਵਨਾ ਦੀ ਕਦਰ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਔਰ ਇਸ ਗੱਲ ਦਾ ਭਰੋਸਾ ਸੁਨੀਲ ਜਾਖੜ ਨੇ ਉਹਨਾਂ ਕਾਂਗਰਸ ਦੇ ਲੀਡਰਾਂ ਨੂੰ ਦਿੱਤਾ ਹੋਇਆ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਦੇ ਉੱਤੇ ਐਕਸ਼ਨ ਹੋਏਗਾ, ਅਗਲੇ 2 ਮਹੀਨਿਆਂ 'ਚ ਦੋਸ਼ੀਆਂ ਦੇ ਉੱਤੇ ਐਕਸ਼ਨ ਹੋਏਗਾ। ਔਰ ਇੱਕ ਹੋਰ ਸੁਨੀਲ ਜਾਖੜ ਨੇ ਵੱਡਾ ਬਿਆਨ ਦਿੱਤਾ, ਉਹਨਾਂ ਨੇ ਕਿਹਾ ਕਿ ਪੂਰਾ ਪੰਜਾਬ ਜਾਣਦਾ ਹੈ ਕਿ ਦੋਸ਼ੀ ਕੌਣ ਹੈ, ਲੇਕਿਨ ਜਲਦ ਉਹਨਾਂ ਦੇ ਉੱਤੇ ਐਕਸ਼ਨ ਲਿੱਤਾ ਜਾਏਗਾ। ਔਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੀ ਇਹ ਐਕਸ਼ਨ ਜਿਹੜਾ ਵਾ ਉਹ ਲਿੱਤਾ ਜਾਏਗਾ। ਔਰ ਸੁਨੀਲ ਜਾਖੜ ਨੇ ਇੱਥੋਂ ਤੱਕ ਕਿਹਾ ਕਿ ਕਾਂਗਰਸ ਦੇ ਅੰਦਰ ਸਾਰੇ ਹੀ ਲੀਡਰਾਂ ਦੀ ਭਾਵਨਾ ਦੀ ਕਦਰ ਕੀਤੀ ਜਾਂਦੀ ਹੈ, ਕਿਸੇ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਇਹ ਸੁਨੀਲ ਜਾਖੜ ਨਿਊਜ਼ 18 ਤੇ ਬੋਲੇ ਨੇ। ਗੌਰਵ ਜੀ, ਬਿਲਕੁਲ ਤਾਂ ਵੱਡੀ ਖਬਰ ਹੈ ਇਸ ਸਮੇਂ ਕਾਂਗਰਸ ਦੇ ਅੰਦਰ ਜੋ ਤਰਥੱਲੀ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਤੇ ਵੱਡੀਆਂ ਸਟੇਟਮੈਂਟਸ ਸਾਹਮਣੇ ਆ ਰਹੀਆਂ ਨੇ। ਖਾਸ ਤੌਰ ਤੇ ਸੁਨੀਲ ਜਾਖੜ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਤੇ ਸੁਨੀਲ ਜਾਖੜ ਨੂੰ ਕੈਪਟਨ ਧੜੇ ਦੇ ਨਾਲ ਵੀ ਜੋੜਿਆ ਜਾਂਦਾ ਹੈ। ਜਿਸ ਤਰੀਕੇ ਨਾਲ ਸੁਨੀਲ ਜਾਖੜ ਦੇ ਵੱਲੋਂ ਜ਼ਿਕਰ ਕੀਤਾ ਗਿਆ, ਖਾਸ ਤੌਰ ਤੇ ਜਿਹੜੀਆਂ ਹਾਲ ਹੀ ਦੇ ਵਿੱਚ ਮਿਊਨਿਸਪੈਲਿਟੀ ਦੀਆਂ ਚੋਣਾਂ ਹੋਈਆਂ ਸੀ, ਉਸ ਤੋਂ ਬਾਅਦ ਤਾਂ ਜਾਖੜ ਨੇ ਇਹ ਕਹਿ ਦਿੱਤਾ ਸੀ ਕੈਪਟਨ ਫॉर 2022 ਦੇ ਲਈ ਕੈਪਟਨ। ਤਾਂ ਇਸ ਵਿਚਾਲੇ ਉਹ ਕਹਿ ਰਹੇ ਨੇ ਕਿ ਕਿਸੇ ਨੂੰ ਘਬਰਾਉਣ ਦੀ ਕਾਂਗਰਸ ਦੇ ਵਿੱਚ ਜ਼ਰੂਰਤ ਨਹੀਂ, ਸਭ ਆਲ ਇਜ਼ ਵੈਲ ਜਲਦ ਹੋਵੇਗਾ। ਪੰਕਜ, ਤੁਹਾਡਾ ਧੰਨਵਾਦ। ਅਸੀਂ ਵੱਡੀ ਖਬਰ ਦੇ ਵੱਲ, ਅਗਲੀ ਵੱਡੀ ਖਬਰ ਦੇ ਵੱਲ ਰੁਖ ਕਰਦੇ ਹਾਂ। ਮੁਹੰਮਦ ਸਦੀਕ ਦੇ ਨਾਲ ਜੁੜੀ ਹੋਈ ਹੈ। ਨਾਰਾਜ਼ਗੀਆਂ ਦਾ ਦੌਰ ਬਹੁਤ ਲੰਬਾ ਹੈ, ਲਿਸਟ ਬਹੁਤ ਲੰਬੀ ਹੈ ਇਸ ਸਮੇਂ ਕਾਂਗਰਸ ਦੇ ਵਿੱਚ। ਮੁਹੰਮਦ ਸਦੀਕ ਨਾਰਾਜ਼ ਨੇ ਇੱਕ ਵਿਧਾਇਕ ਦੇ ਵੱਲੋਂ, ਕਾਂਗਰਸੀ ਵਿਧਾਇਕ ਦੇ ਵੱਲੋਂ ਉਹਨਾਂ ਦੇ ਹਲਕੇ 'ਚ ਦਖਲਅੰਦਾਜ਼ੀ ਕਰਨ ਨੂੰ ਲੈ ਕੇ। ਜੇ ਉਹ ਨਾਮ ਹੈ ਕਿੱਕੀ ਢਿੱਲੋਂ ਦਾ, ਕੁਸ਼ਲਦੀਪ ਸਿੰਘ ਢਿੱਲੋਂ ਕਾਂਗਰਸ ਦੇ ਵਿਧਾਇਕ ਨੇ, ਵੱਡਾ ਚਿਹਰਾ ਨੇ ਕਾਂਗਰਸ ਦਾ। ਉਹਨਾਂ ਦੇ ਉੱਤੇ ਮੁਹੰਮਦ ਸਦੀਕ ਇਲਜ਼ਾਮ ਲਗਾ ਰਹੇ ਨੇ। ਫਰੀਦਕੋਟ ਤੋਂ ਕਾਂਗਰਸ ਦੇ ਸੰਸਦ ਨੇ ਸਦੀਕ, ਤੇ ਉਹਨਾਂ ਨੇ ਕਿਹਾ ਕਿ ਮੇਰੇ ਕੰਮ ਦੇ ਵਿੱਚ ਦਖਲਅੰਦਾਜ਼ੀ ਕਰ ਰਹੇ ਨੇ ਕੁਸ਼ਲਦੀਪ ਸਿੰਘ ਢਿੱਲੋਂ ਨੇ ਧੱਕੇ ਦੇ ਨਾਲ ਆਪਣਾ ਬੰਦਾ ਜੈਤੋਂ ਕੌਂਸਲ ਦਾ ਪ੍ਰਧਾਨ ਬਣਾ ਦਿੱਤਾ। ਮੁਹੰਮਦ ਸਦੀਕ ਨੇ ਢਿੱਲੋਂ ਤੇ ਮਾਫੀਆ ਚਲਾਉਣ ਦੇ ਵੀ ਇਲਜ਼ਾਮ ਲਗਾਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਸ਼ਿਕਾਇਤ ਕਰਾਂਗਾ, ਮੁਹੰਮਦ ਸਦੀਕ ਨੇ ਇਹ ਵੀ ਜ਼ਿਕਰ ਕਰ ਦਿੱਤਾ। ਇਹ ਵੀ ਕਾਬਿਲੇ ਗੌਰ ਹੈ ਕਿ ਕੁਸ਼ਲਦੀਪ ਸਿੰਘ ਢਿੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਦੱਸੇ ਜਾਂਦੇ ਨੇ, ਉਹਨਾਂ ਦੇ ਧੜੇ ਦੇ ਵੀ ਗਿਣੇ ਜਾਂਦੇ ਨੇ। ਤਾਂ ਮੁਹੰਮਦ ਸਦੀਕ ਕੁਸ਼ਲਦੀਪ ਢਿੱਲੋਂ ਦੇ ਖਿਲਾਫ ਮੋਰਚਾ ਖੋਲ ਰਹੇ ਨੇ, ਨਾਰਾਜ਼ਗੀ ਜਤਾ ਰਹੇ ਨੇ। ਹੁਣ ਸ਼ਿਕਾਇਤ ਕੈਪਟਨ ਦੇ ਕੋਲ ਕਰਨਗੇ, ਕੋਈ ਕਾਰਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ, ਝਾੜ ਪਾਈ ਜਾਂਦੀ ਹੈ ਨਹੀਂ ਪਾਈ ਜਾਂਦੀ।
ਜੇਕਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਕੀ ਇਹ ਐਮਪੀ ਵੀ ਉਹਨਾਂ ਐਮਪੀਆਂ ਦੇ ਨਾਲ ਜਾ ਕੇ ਖੜ ਸਕਦਾ ਹੈ ਜੋ ਇਸ ਸਮੇਂ ਕੈਪਟਨ ਵਿਰੋਧੀ ਧੜੇ ਦੇ ਵਿੱਚ ਖੜੇ ਨਜ਼ਰ ਆਉਂਦੇ ਨੇ? ਖੈਰ ਕੀ ਕੁਝ ਕਹਿ ਰਹੇ ਨੇ ਮੁਹੰਮਦ ਸਦੀਕ, ਉਹ ਸੁਣੋ ਤੁਸੀਂ। ਸਦੀਕ ਸਾਹਿਬ, ਤੁਸੀਂ ਐਮਪੀ ਹੋ ਫਰੀਦਕੋਟ ਦੇ, ਕਾਂਗਰਸ ਦੇ ਐਮਪੀ ਹੋ, ਤੁਹਾਡੀ ਸਰਕਾਰ ਹੈ, ਕੈਪਟਨ ਸਾਹਿਬ ਤੁਹਾਨੂੰ ਇੰਨਾ ਪਿਆਰ ਕਰਦੇ ਆ, ਤੇ ਫਿਰ ਉਹਨਾਂ ਬੰਦਿਆਂ ਨੇ, ਉਹਨਾਂ ਨੇ ਕਿਹਨਾਂ ਨੇ ਬਣਾਤਾ ਉੱਥੇ ਪ੍ਰਧਾਨ? ਪਰ ਤੁਸੀਂ ਐਮਪੀ ਹੋ ਫਰੀਦਕੋਟ ਦੇ, ਫਿਰ ਉੱਥੇ ਐਸੇ ਉਹ ਕਿਹੜੇ ਬੰਦੇ ਸੀ ਜਿਨ੍ਹਾਂ ਨੇ ਤੁਹਾਨੂੰ ਵੀ ਉੱਤੋਂ ਦੀ ਓਵਰਰੂਲ ਕਰਕੇ ਪ੍ਰਧਾਨ ਬਣਾਤਾ ਉੱਥੇ? ਬਰਾੜ ਸਾਹਿਬ, ਕੋਈ ਦੂਜੀ ਪਾਰਟੀ ਦੀ ਗੱਲ ਕਰਦੇ ਹੋ? ਬਹੁਤ ਸਾਰੇ ਲੋਕ ਚਲਾਕੀਆਂ ਜਾਣਦੇ ਨੇ। ਮੈਂ ਚਲਾਕੀ ਕਦੇ ਜ਼ਿੰਦਗੀ 'ਚ ਕੀਤੀ ਨਹੀਂ ਹੈ। ਮੈਂ ਇੱਕ ਸਾਧਾਰਨ ਕਿਸਮ ਦਾ ਆਰਟਿਸਟ ਹਾਂ। ਮੈਂ ਕਰਕੇ ਖਾਦਾ ਹੁਣ ਤੱਕ। ਮੈਂ ਕਦੇ ਕਿਸੇ ਨਾਲ ਠੱਗੀ ਨਹੀਂ ਮਾਰੀ। ਲੇਕਿਨ ਕਈ ਲੋਕਾਂ ਦੀ ਆਦਤ ਹੁੰਦੀ ਹੈ, ਉਹ ਇਹੋ ਜਿਹਾ ਕੁਝ ਕਰੀ ਜਾਂਦੇ ਨੇ, ਉਹਨਾਂ ਨੂੰ ਇਹ ਗੱਲ ਫਲਦੀ ਫੁਲਦੀ ਹੈ, ਉਹ ਫਿਰ ਦੁੱਗਣੀ ਕਰ ਲੈਂਦੇ ਨੇ। ਹੋਰ ਫਲਦੀ ਫੁਲਦੀ ਹੈ, ਉਹ ਚੌਗੜੀ ਕਰ ਦਿੰਦੇ ਨੇ। ਇਸ ਕਰਕੇ ਉਹ ਇਸੇ ਕੰਮ ਤੇ ਲੱਗੇ ਹੋਏ ਨੇ। ਕੌਣ ਨੇ? ਤੁਹਾਡੀ ਪਾਰਟੀ ਦੇ ਨੇ? ਤੁਹਾਡੀ ਪਾਰਟੀ ਦੇ ਕੋਈ ਲੀਡਰ ਨੇ? ਸਾਡੀ ਪਾਰਟੀ ਦੇ ਵਿੱਚੋਂ ਨੇ। ਸਾਡੀ ਪਾਰਟੀ ਦੇ ਲੀਡਰ ਵੀ ਨੇ। ਇੱਕ ਐਮਪੀ ਤੋਂ ਵੱਡਾ ਕੌਣ ਹੋ ਸਕਦਾ ਜੀ ਵੱਡੇ ਦੀ ਜ਼ਿਲ੍ਹੇ ਗੱਲ ਇਲਾਕੇ 'ਚ? ਵੱਡੇ ਦੀ ਗੱਲ ਨਹੀਂ ਹੈ। ਇੱਕ ਬੰਦਾ ਇਕੱਲਾ ਹੈ, ਉਹ ਜਨਤਾ ਦੀ ਸੇਵਾ ਕਰ ਰਿਹਾ। ਮੇਰੇ ਨਾਲ ਜਿਹੜੇ ਵਰਕਰ ਨੇ ਉਹ ਛੋਟੇ ਨੇ, ਜਿਹੜੇ ਉਹਨਾਂ ਦੇ ਨਾਲ ਨੇ ਰਲੇ ਹੋਏ ਬੰਦੇ ਹੈ ਜੀ, ਉਹ ਇੱਕ ਗੈਂਗ ਹੈ। ਉਹ ਆਪਣਾ ਆਪਣਾ ਮੋਰਚਾ ਸੰਭਾਲ ਲੈਂਦੇ ਨੇ, ਜਦ ਕਿ ਮੈਨੂੰ ਮੋਰਚਾ ਸੰਭਾਲਣਾ ਨਹੀਂ ਆਉਂਦਾ ਹੈ ਜੀ। ਮੈਂ ਸਿਰਫ ਯਕੀਨ ਕਰਦਾ ਪਰਮਾਤਮਾ ਨੂੰ। ਅੱਜ ਤੱਕ ਬਰਾੜ ਸਾਹਿਬ ਕਿਸੇ ਨੇ ਦੇਖਿਆ ਤਾਂ ਨਹੀਂ ਹੈ? ਨਹੀਂ ਦੇਖਿਆ ਨਾ? ਯਕੀਨ ਤੇ ਹੀ ਹੈ ਨਾ? ਜਾਂ ਦੱਸੋ ਕਿਸੇ ਨੇ ਦੇਖਿਆ? ਯਕੀਨ ਤੇ ਹੈ ਨਾ? ਤੇ ਮੈਂ ਬੰਦੇ ਤੇ ਯਕੀਨ ਕਰਦਾ। ਭਈ ਉਹਨੇ ਆ ਕਰ ਕਹਿਤੀ, ਜੇ ਮੈਂ ਬੰਦੇ ਤੇ ਯਕੀਨ ਨਹੀਂ ਤੁਹਾਡੇ ਕਹਿਣ ਤੋਂ ਮਤਲਬ ਕਿ ਐਮਪੀ ਤੋਂ, ਉਹ ਵੀ ਸਰਕਾਰ ਦੇ ਐਮਪੀ ਤੋਂ ਪੁੱਛੇ ਬਿਨਾਂ ਹੀ ਉੱਥੇ ਪ੍ਰਧਾਨ ਬਣ ਗਿਆ? ਬਣ ਗਿਆ, ਤੇ ਉੱਥੇ ਬਣਾ ਦਿੱਤਾ ਗਿਆ। ਉੱਥੇ ਅਫਸਰ ਨੇ, ਤੁਹਾਡੀ ਸਰਕਾਰ ਹੈ, ਤੁਹਾਡੀ ਅਫਸਰਸ਼ਾਹੀ ਹੈ, ਤੇ ਤੁਹਾਡੇ ਕੋਲੇ ਜ਼ਿਆਦਾ ਮੈਂਬਰ ਵੀ ਨੇ, ਫਿਰ ਵੀ ਤੁਹਾਡੀ ਨਹੀਂ ਚੱਲੀ। ਐਸਾ ਕੌਣ ਆਗੇ ਬਣਾ ਗਿਆ ਜੀ ਉੱਥੇ? ਫਿਰ ਜੇ ਮੈਂ ਅੜ ਜਾਂਦਾ ਸ਼ਾਇਦ ਐਸਾ ਨਾ ਹੁੰਦਾ, ਪਰ ਕਿਉਂਕਿ ਮੈਨੂੰ ਯਕੀਨ ਸੀ ਵੀ ਅਸੀਂ ਵਾਧੂ ਹਾਂ, ਸਾਡੇ ਬੰਦੇ ਜ਼ਿਆਦਾ ਨੇ ਹੈ ਜੀ, ਸਾਡੇ ਕੋਲ ਬਹੁਤ ਗਿਣਤੀ ਹੈਗੀ ਹੈ, ਬਹੁਤ ਸਮਤੀ ਹੈਗੀ ਨਹੀਂ, ਹੈ। ਤੁਸੀਂ ਕਹਿਣਾ ਵੀ ਮੇਰੇ ਕੋਲੇ ਵੱਧ ਵੋਟਾਂ? ਹਾਂ, ਫਿਰ ਨਹੀਂ ਮੈਂ ਕਿਹਾ ਸੀ ਉਹਨਾਂ ਨੂੰ, ਲੇਕਿਨ ਉਹ ਚਿੱਠੀਆਂ ਕਿਹਨੂੰ ਕਿਹਾ ਸੀ? ਉੱਥੇ ਜਿਹੜੇ ਅਫਸਰਾਂ ਨੂੰ? ਇੰਚਾਰਜ ਬਣੇ ਹੋਏ ਸੀਗੇ, ਜਿਹੜੇ ਸਾਡੇ ਇੰਚਾਰਜ ਸੀਗੇ ਉੱਥੇ ਹੈ ਜੀ। ਇਸ ਤੋਂ ਇਲਾਵਾ ਸਾਡਾ ਜਿਹੜਾ ਆਬਜ਼ਰਵਰ ਗਿਆ ਸੀਗਾ, ਉਹਨੂੰ ਮੈਂ ਦੱਸਿਆ, ਮੈਂ ਕਿਹਾ ਬੰਦੇ ਬੈਠੇ ਨਹੀਂ ਗਏ। ਫਿਰ ਉਹ ਕੀ ਕਹਿੰਦੇ? ਸਦੀਕ ਸਾਹਿਬ ਛੱਡੋ, ਬਾਅਦ ਚ ਵੇਖਾਂਗੇ, ਪ੍ਰਧਾਨ ਤਾਂ ਅਸੀਂ ਆਪ ਬਣਾਉਣਾ। ਚਲੋ ਬਰਾੜ ਸਾਹਿਬ, ਹੁਣ ਬਹੁਤੀਆਂ ਗੱਲਾਂ ਕੀ ਦਸੀਏ। ਇਹ ਤਾਂ ਇੱਕ ਖਿੱਦੋ ਹੈ, ਜਿਹਨੂੰ ਫੋਲਾਂਗੇ ਨਾ ਇਹ ਚ ਲੀਰਾਂ ਨਿਕਲਦੀਆਂ ਨੇ, ਹੋਰ ਕੁਝ ਨਹੀਂ ਨਿਕਲਦਾ। ਲੀਰਾਂ ਲੀਰਾਂ ਲੀਰਾਂ। ਬਹੁਤ ਮਨ ਦੁਖੀ ਹੈ ਇਸ ਗੱਲ ਤੋਂ ਵੀ ਇੱਕ ਅੱਛੇ ਭਲੇ ਬੰਦੇ, ਲੋਕਾਂ ਦੇ ਨੁਮਾਇੰਦੇ ਅਈਆਂ ਜਿਹੀਆਂ ਨੀਚ ਗੱਲਾਂ, ਅਈਆਂ ਜਿਹੀਆਂ ਨੀਚ ਹਰਕਤਾਂ ਕਰਨ, ਦਿਲ ਨੂੰ ਬੜੀ ਤਕਲੀਫ ਹੁੰਦੀ ਹੈ। ਮੈਂ ਇੱਕ ਗਰੀਬ ਆਦਮੀ ਹਾਂ, ਲੇਕਿਨ ਮੈਂ ਕਦੇ ਐਸੀ ਘਟੀਆ ਹਰਕਤ ਕੀਤੀ ਨਹੀਂ ਹੈ ਨਾ ਜੀ। ਸਦੀਕ ਸਾਹਿਬ, ਗੱਲ ਸਮਝ ਨਹੀਂ ਆ ਰਹੀ, ਮੈਨੂੰ ਵੀ ਨਹੀਂ ਆ ਰਹੀ, ਤੇ ਸ਼ਾਇਦ ਸਾਡੇ ਵੇਖਣ ਵਾਲੇ ਦਰਸ਼ਕਾਂ ਨੂੰ, ਸੁਣਨਾ ਨੂੰ, ਉਹਨਾਂ ਨੂੰ ਵੀ ਨਹੀਂ ਆ ਰਹੀ ਵੀ ਤੁਸੀਂ ਐਮਪੀ, ਤੁਹਾਡੀ ਸਰਕਾਰ ਐਸਾ ਫਰੀਦਕੋਟ ਚ, ਅੱਛਾ ਅਫਸਰਸ਼ਾਹੀ ਵੀ ਤੁਸੀਂ ਕਹਿੰਦੇ ਤੁਹਾਡੀ ਸੁਣਦੀ ਹੈ, ਫਿਰ ਐਸਾ ਉੱਥੇ ਕੌਣ ਆ ਗਿਆ ਬਾਬਰੋਲਾ ਬਣ ਕੇ ਵੀ ਸਦੀਕ ਸਾਹਿਬ ਨਿਰਾਸ਼ ਹੋ ਗਏ, ਸਦੀਕ ਸਾਹਿਬ ਦੀ ਕੋਈ ਗੱਲ ਹੀ ਨਹੀਂ ਸੁਣੀ ਕਿਸੇ ਨੇ, ਔਰ ਤੁਹਾਡੇ ਵੱਧ ਮੈਂਬਰ ਹੋਣ ਦੇ ਬਾਵਜੂਦ ਤੁਹਾਡੇ ਤੋਂ ਧੱਕੇ ਨਾਲ ਉੱਥੇ ਪ੍ਰਧਾਨ ਵੀ ਬਣਾਤਾ? ਨਹੀਂ, ਸਾਨੂੰ ਅੰਦਰ ਜਾਣ ਦਾ ਹੁਕਮ ਨਹੀਂ ਸੀਗਾ। ਕਿੱਥੇ? ਜਿੱਥੇ ਇਹ ਹਾਜ਼ਰੀ ਲੱਗੀ ਨਾ, ਚੋਣ ਚ ਐਮਪੀ ਨੂੰ ਜਾਣ ਦਾ ਹੁਕਮ ਨਹੀਂ ਸੀ ਉੱਥੇ? ਨਹੀਂ ਸੀ। ਤੇ ਉੱਥੇ ਫਿਰ ਕੌਣ ਸੀ ਐਸਾ ਸ਼ਖਸ ਉੱਥੇ ਜਿਹਨੂੰ ਹੁਕਮ ਸੀ? ਸਿਰਫ ਏਡੀਸੀ ਸੀ ਜਾਂ ਆਬਜ਼ਰਵਰ ਸੀ। ਏਡੀਸੀ ਤੇ ਫਿਰ ਉਹ ਨਿਰਪੱਖ ਚੋਣ ਨਹੀਂ ਹੋਈ? ਫਿਰ ਕਿਹਦੀ ਚੱਲ ਗਈ ਉੱਥੇ? ਨਹੀਂ, ਉਹਨਾਂ ਨੇ ਤਾਂ ਸਿੱਧਾ ਕਹਿਤਾ, ਕਹਿੰਦੇ ਵੀ ਆਹ ਬੰਦੇ ਨੇ, ਇਹ ਬਣਨਗੇ। ਕਿਹਦੇ ਬੰਦੇ ਹੋ? ਹਾਂਜੀ, ਕਿਹਦੇ ਬੰਦੇ? ਬਸ ਉਹਨਾਂ ਨੇ ਅਨਾਉਂਸਮੈਂਟ ਕਰ ਦਿੱਤੀ। ਉਹ ਬੰਦੇ ਉਹਨਾਂ ਦੇ ਜਿਨ੍ਹਾਂ ਨੇ ਇੱਥੇ ਬੈਠ ਕੇ ਹੈ ਜੀ ਇਹ ਸਾਰਾ ਕੁਝ ਕੀਤਾ, ਕਰਾਇਆ, ਲਿਖਿਆ, ਲਿਖਾਇਆ, ਉਹਨਾਂ ਦੇ ਬੰਦੇ। ਸਾਡੇ ਉੱਥੇ ਲੀਡਰ ਸਾਹਿਬ ਹੈਗੇ ਨੇ। ਕੌਣ ਨੇ ਐਸੇ ਲੀਡਰ? ਨਹੀਂ ਜਾਣਦੇ? ਤੁਸੀਂ ਦੱਸੋ। ਦਰਅਸਲ ਉਹ ਕਈ ਜਗ੍ਹਾ ਆਪਣੇ ਤਮਾਸ਼ਾ ਦੇਖ ਕੇ ਉਹ ਕਾਂਗਰਸ ਚ ਆਏ ਹੋਏ ਨੇ। ਮੈਨੂੰ ਵੀ ਉਹਨਾਂ ਨੇ ਕਿਹਾ, ਕਹਿੰਦੇ ਯਾਰ ਤੁਸੀਂ ਅਕਾਲੀਆਂ ਨੂੰ ਮੂਹਰੇ ਲਾਈ ਫਿਰਦੇ ਹੋ। ਮੈਂ ਕਿਹਾ ਸਰ ਨਾ ਬੋਲੋ, ਅੱਛੀ ਗੱਲ ਹੈ ਜੇ ਮੈਂ ਬੈਠਾ। ਨਹੀਂ, ਕੋਈ ਉੱਥੇ ਇੰਚਾਰਜ ਨੇ, ਕੋਈ ਪ੍ਰਧਾਨ ਨੇ ਨਾ। ਜਾਂ ਐਮਐਲਏ ਨੇ? ਕੌਣ ਹੈ? ਬਿਲਕੁਲ ਨਹੀਂ, ਬਿਲਕੁਲ ਨਹੀਂ। ਉਹ ਤਾਂ ਬਿਨ ਬੁਲਾਏ ਮਹਿਮਾਨ ਸੀਗੇ, ਬਿਨ ਬੁਲਾਏ ਮਹਿਮਾਨ। ਪਤਾ ਨਹੀਂ ਕਿਉਂ ਆਏ। ਕਾਂਗਰਸ ਚ ਵੱਡੇ ਅਹੁਦੇ ਤੇ ਤੈਨਾਤ ਕਿਤੇ? ਹਾਂਜੀ, ਕਿਹਨੇ ਸੱਦੇ, ਕਿਉਂ ਆਏ, ਮੈਨੂੰ ਤਾਂ ਇਹ ਵੀ ਪਤਾ ਨਹੀਂ ਵੀ ਉਹ ਕਿਉਂ ਆਏ ਤੇ ਸੱਦੇ ਕੀ ਨੇ। ਮੈਨੂੰ ਹੁਣ ਜੇ ਉਹ ਮੇਰੀ ਗੱਲ ਸੁਣਦੇ ਹੋਣਗੇ, ਉਹ ਸੋਚਦੇ ਤਾਂ ਹੋਣਗੇ ਵੀ ਹਾਂ ਯਾਰ ਸਾਨੂੰ ਬੁਲਾਇਆ ਤਾਂ ਕਿਸੇ ਨੇ ਹੈ ਨਹੀਂ ਸੀ, ਸਾਡੇ ਜਾਣ ਦਾ ਉੱਥੇ ਮਤਲਬ ਕੀ ਸੀ। ਪਰ ਮਤਲਬ ਉਹਨਾਂ ਦਾ ਇਹ ਸੀਗਾ ਬਈ ਉਹਨਾਂ ਨੇ ਆਪਣੀ ਮਰਜ਼ੀ ਦੇ ਬੰਦੇ ਸਿਲੈਕਟ। ਇਸ ਚੋਣ ਚ ਉਹ ਵੀ ਆਏ ਸੀ? ਜੀ ਹਾਂ। ਤੁਹਾਡੀ ਪਾਰਟੀ ਦੇ ਲੀਡਰ ਦੱਸ ਦਿਓ ਹੁਣ ਜੀ, ਕੌਣ ਹੈ ਜੀ? ਸਾਡੇ ਉੱਥੇ 3 ਸੀਟਾਂ ਨੇ, 3 ਸੀਟਾਂ ਚੋਂ ਐਮਐਲਏ ਦੀਆਂ 3 ਚੋਂ ਮੈਂ ਹਾਰ ਗਿਆ ਸੀਗਾ, ਤੇ 1 ਸੀਟ ਚਲੀ ਗਈ ਸੀ ਆਮ ਪਾਰਟੀ ਨੂੰ,
ਇੱਕ ਸੀਟ ਕਾਂਗਰਸ ਨੂੰ ਚਲੀ ਗਈ ਸੀ। ਉਹ ਸਾਡੇ ਕਾਂਗਰਸੀ ਐਮਐਲਏ ਸਾਹਿਬ ਉਹ ਆਪਣਾ ਕੰਮ ਛੱਡ ਕੇ ਉਹ ਦੂਜੇ ਦੇ ਕੰਮ 'ਚ ਦਖਲ ਦੇਣਾ ਬਹੁਤ ਅੱਛਾ ਸਮਝਦੇ ਨੇ। ਉਹ ਸਮਝਦੇ ਨੇ ਜੇ ਮੈਂ ਦਖਲ ਨਾ ਦਿੱਤਾ ਮੇਰੀ ਸਰਪੰਚੀ, ਮੇਰੀ ਐਮਐਲਏਸ਼ਿਪ, ਮੇਰੀ ਚੌਧਰ, ਮੇਰੀ ਲੀਡਰੀ ਇਹ ਤਾਂ ਖਤਮ ਹੋ ਜੂਗੀ। ਇਸ ਕਰਕੇ ਉਹ ਆਪਣੀ ਲੀਡਰੀ ਚਮਕਾਉਣ ਵਾਸਤੇ ਦੂਜਿਆਂ ਦੇ ਕੰਮ 'ਚ ਦਖਲ ਦਿੰਦੇ ਨੇ, ਔਰ ਖਾਸ ਤੌਰ ਤੇ ਮੇਰੇ ਕੰਮ 'ਚ, ਕਿਉਂਕਿ ਮੇਰੀ ਰਿਜ਼ਰਵ ਸੀਟ ਹੈ ਜੀ। ਉਹਨਾਂ ਨੂੰ ਪਤਾ ਗਰੀਬ ਲੋਕ ਨੇ ਕੁਝ ਕਹੇ ਤੇ ਡਰ ਜਾਣਗੇ, ਗਰੀਬ ਲੋਕ ਨੇ ਜਿਵੇਂ ਇਹਨਾਂ ਨੂੰ ਕਹਾਂਗੇ ਉਸ ਤਰ੍ਹਾਂ ਕਰ ਦੇਣਗੇ। ਇਸ ਕਰਕੇ ਸਿੱਧੀ ਜੀ ਗੱਲ ਇਹ ਹੈ, ਸਰਦਾਰ ਕੁਸ਼ਲਦੀਪ ਸਿੰਘ ਜੀ ਢਿੱਲੋਂ ਜੋ ਸਾਡੇ ਐਮਐਲਏ ਸਾਹਿਬ ਨੇ ਹੈ ਜੀ, ਉਹਨਾਂ ਨੇ ਸਾਬੀ ਦਿਖਾਈ ਹੈ। ਕੋਈ ਗੱਲ ਨਹੀਂ, ਮੈਨੂੰ ਬਹੁਤੀ ਚਿੰਤਾ ਨਹੀਂ ਹੈ। ਲੋਕ ਉਹਨਾਂ ਨੂੰ ਉਹਨਾਂ ਦੀ ਸਾਬੀ ਦਿਖਾ ਦੇਣਗੇ ਵੀ ਸਰ ਆਹ ਤੁਹਾਡਾ ਸ਼ੀਸ਼ਾ ਹੈ, ਇਹਦੇ ਵਿੱਚ ਦੇਖ ਲਵੋ ਕੀ ਹੋ ਰਿਹਾ ਕੀ ਨਹੀਂ। ਯਾਨੀ ਐਮਐਲਏ ਸਾਹਿਬ ਐਮਪੀ ਤੇ ਭਾਰੇ ਪੈ ਗਏ। ਚਲੋ ਹੁਣ ਤਾਂ ਇਹੀ ਕਿਹਾ ਜਾ ਸਕਦਾ, ਬਿਲਕੁਲ ਇਹੀ ਕਿਹਾ ਜਾ ਸਕਦਾ, ਹੋਰ ਤਾਂ ਕੁਝ ਕਹਿਣ ਦੀ ਗੱਲ ਨਹੀਂ ਹੈ। ਪਾਰਟੀ ਤਾਂ ਇਹ ਚਾਹੁੰਦੀ ਆ, ਪਾਰਟੀ ਦੇ ਐਮਐਲਏ ਚਾਹੁੰਦੇ, ਅਸੀਂ ਇਹ ਚਾਹੁੰਦੇ ਆ। ਨਹੀਂ ਫਿਰ ਸਾਡੇ ਵਰਗਿਆਂ ਨੂੰ ਮੌਕਾ ਦੇ ਦਿਓ, ਅਸੀਂ ਫੜ ਲਿਆਉਂਦੇ ਕੁਝ।